ਸਤਿ ਸ੍ਰੀ ਅਕਾਲ ਜੀ। ਇੱਕ ਵਾਰ ਫਿਰ ਹਾਜ਼ਰ ਹੋ ਚੁੱਕੇ ਹਾਂ ਜੀ ਅਸੀਂ KTV ਦੇ ਮਾਧਿਅਮ ਦੇ ਰਾਹੀਂ ਪ੍ਰੋਗਰਾਮ ਤਸੱਲੀਆਂ ਲੈ ਕੇ। ਅਤੇ ਤਸੱਲੀਆਂ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤਸੱਲੀਆਂ ਆਪਾਂ ਸਰਕਾਰ ਦੀਆਂ ਵੀ ਕਰਵਾਈਆਂ ਹਨ ਅਤੇ ਸਰਕਾਰ ਦੇ ਲੀਡਰਾਂ ਦੀਆਂ ਵੀ ਕਰਵਾਈ ਦੀਆਂ ਹਨ, ਅਤੇ ਜਿਹੜੇ ਉਹ ਦੂਸਰੀਆਂ ਪਾਰਟੀਆਂ ਦੇ ਲੀਡਰ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਦੀ ਹੈ। ਕੋਸ਼ਿਸ਼ ਇਹ ਹੁੰਦੀ ਹੈ ਕਿ ਜਾਣਿਆ ਜਾਵੇ ਕਿ ਪੱਖ ਇਸ ਵੇਲੇ ਹਰ ਇੱਕ ਪਾਰਟੀ ਦਾ, ਕਿ ਹਰ ਇੱਕ ਪਾਰਟੀ ਕਿੱਥੇ ਖੜੀ ਹੈ ਅਤੇ ਕੀ ਸੋਚਦੇ ਹਨ ਪੰਜਾਬ ਦੇ ਲੋਕਾਂ ਦੇ ਬਾਰੇ ਦੇ ਵਿੱਚ, ਜਾਂ ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਦੇ ਬਾਰੇ ਕੀ ਸੋਚਦੇ ਹਨ, ਕੌਣ ਕਿਹਦੀ ਤਸੱਲੀ ਕਰਾਉਂਦਾ ਹੈ ਅਤੇ ਕੌਣ ਕਿਹਦੀਆਂ ਤਸੱਲੀਆਂ ਕਰਵਾਉਂਦਾ ਹੈ। ਇਹ ਸਾਰਾ ਕੁਝ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰੀਦਾ ਹੈ ਜੀ। ਅਤੇ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ, ਜਿੱਥੇ ਬਾਕੀ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦਿੰਦੇ ਹੋ, ਅਤੇ ਇਸ ਪ੍ਰੋਗਰਾਮ ਨੂੰ ਵੀ ਬੜਾ ਵਧੀਆ ਹੁੰਗਾਰਾ ਮਿਲਦਾ, ਬੜਾ ਭਰਵਾਂ ਹੁੰਗਾਰਾ ਮਿਲਦਾ, ਅਤੇ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਨਾ ਵੀ ਬਣਦੇ ਆ। ਅਤੇ ਬਿਲਕੁਲ ਜੀ, ਜਿੱਥੇ ਇਸ ਪ੍ਰੋਗਰਾਮ ਦੇ ਜ਼ਰੀਏ ਕਿਸੇ ਨਾ ਕਿਸੇ ਸਿਆਸੀ ਲੀਡਰ ਦੇ ਨਾਲ ਗੱਲਬਾਤ ਕਰਵਾਈ ਜਾਂਦੀ ਹੈ ਅਤੇ ਉਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਹਰ ਮਸਲੇ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ, ਚਾਹੇ ਉਹ ਕਿਸਾਨੀ ਮਸਲਾ ਹੋਵੇ ਜਾਂ ਪੰਜਾਬ ਦੇ ਹੋਰ ਜਿਹੜੇ ਮਸਲੇ ਹਨ, ਕਿਉਂਕਿ ਇੱਕ ਮਸਲਾ ਤਾਂ ਨਹੀਂ ਹੈ, ਮਸਲੇ ਅਣਗਿਣਤ ਹਨ, ਸਾਲਾਂ ਦੇ ਸਾਲ ਬੀਤ ਗਏ ਹਨ, ਉਹ ਮਸਲੇ ਉੱਥੇ ਦੇ ਉੱਥੇ ਹੀ ਖੜ੍ਹੇ ਹਨ ਅਤੇ ਕਿਸੇ ਨਾ ਕਿਸੇ ਰਾਜਨੀਤਿਕ ਸ਼ਖਸੀਅਤ ਦੇ ਰੂਬਰੂ ਕਰਾਇਆ ਜਾਂਦਾ। ਪਰ ਰਾਜਨੀਤਿਕ ਸ਼ਖਸੀਅਤ ਅੱਜ ਵੀ ਕੋਈ ਨਾ ਕੋਈ ਤੁਹਾਨੂੰ ਗੱਲਬਾਤ ਜ਼ਰੂਰ ਕਰਵਾਵਾਂਗੇ। ਪਰ ਉਸ ਤੋਂ ਪਹਿਲਾਂ ਜੀ, ਜਾਣ ਤੋਂ ਪਹਿਲਾਂ ਜਿਹੜੇ ਤਸੱਲੀਆਂ ਪ੍ਰੋਗਰਾਮ ਦੀ ਜੜ ਆ, ਕਹਿੰਦੇ ਕਿ ਜਿਨ੍ਹਾਂ ਦੇ ਨਾਲ ਪ੍ਰੋਗਰਾਮ ਆਪਾਂ ਕਰੀਦਾ ਹੈ, ਜਿਨ੍ਹਾਂ ਦੇ ਨਾਲ ਘੰਟਾ ਗੱਲਬਾਤ ਮੇਰਾ ਸਾਥ ਦੇਣਗੇ ਜੀ, ਹਮੇਸ਼ਾ ਦੀ ਤਰ੍ਹਾਂ JS ਲਾਡੀ ਜੀ, ਉਹ ਵੀ ਸਟੂਡੀਓ ਵਿੱਚ ਪਹੁੰਚ ਚੁੱਕੇ ਆ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਜੀ। ਲਾਡੀ ਜੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਜੀ। ਜੌਹਲ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਅਤੇ ਵੇਖਣ ਵਾਲੇ ਦਰਸ਼ਕਾਂ ਨੂੰ ਨਿੱਘੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵੈਸੇ ਜੌਹਲ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਹੜਾ ਉਮੀਦਵਾਰ ਹੈ, ਕਿਹੜਾ ਲੀਡਰ ਆ ਜਿਹੜਾ ਲੈ ਕੇ ਆ ਰਹੇ ਹੋ ਜੀ, ਤਾਂ ਬੜੀ ਬੇਸਬਰੀ ਨਾਲ ਇੰਤਜ਼ਾਰ ਮੈਂ ਵੀ ਖੁਦ ਕਰ ਰਿਹਾ ਜੀ। ਹਾਂਜੀ ਲਾਡੀ ਜੀ, ਵੈਸੇ ਤਾਂ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਜਿਹੜੇ ਪਿਛਲੇ ਆਪਾਂ ਲੰਮੇ ਸਮੇਂ ਤੋਂ ਪ੍ਰੋਗਰਾਮ ਕਰਦੇ ਆ ਰਹੇ ਆ, ਉਹਦੇ ਵਿੱਚ ਅਕਸਰ ਜਿਹੜਾ ਲੀਡਰ ਆਉਂਦਾ ਸੀ ਉਹ ਜਾਂ ਤਾਂ ਆਮ ਆਦਮੀ ਪਾਰਟੀ ਤੋਂ ਆ ਜਾਂਦਾ ਸੀ, ਤੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆ ਜਾਂਦਾ ਸੀ। ਉਹਦੇ ਵਿੱਚ ਖਾਸ ਵਜ੍ਹਾ ਇਹ ਹੋ ਜਾਂਦੀ ਸੀ ਕਿ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਚੱਲ ਰਹੀ ਸੀ, ਉਹ ਚੱਲ ਰਹੀ ਸੀ, ਮੈਂ ਤਾਂ ਕਰ ਰਿਹਾ ਕਿਉਂਕਿ ਹਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਨਿਬੇੜ ਲਈਏ, ਪਰ ਨਿਬੜੀ ਤਾਂ ਹਜੇ ਜਿੱਦਾਂ ਦੀ ਹੈ ਕਿ ਉਹ ਲੋਕਾਂ ਦੇ ਦਰਸ਼ਕਾਂ ਦੇ ਸਾਹਮਣੇ ਹੀ ਆ। ਪਰ ਉਹਨਾਂ ਚਿਰ ਫਿਰ ਕਾਂਗਰਸ ਦਾ ਕੋਈ ਵੀ ਲੀਡਰ, ਕੋਈ ਵੀ ਪਾਰਟੀ ਦਾ ਨੁਮਾਇੰਦਾ ਆ ਕੇ ਬੋਲਣ ਨੂੰ ਤਿਆਰ ਨਹੀਂ ਸੀ ਹੁੰਦਾ ਕਿ ਹਜੇ ਸਾਨੂੰ ਪਤਾ ਨਹੀਂ ਵੀ ਕੀ ਹੋਣਾ ਕੀ ਨਹੀਂ ਹੋਣਾ ਨਾ। ਅਤੇ ਉਸ ਕਰਕੇ ਫਿਰ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸੀ ਉਹ ਘੱਟ ਆਏ, ਪਰ ਆਏ ਜ਼ਰੂਰ। ਪਰ ਪਿਛਲੇ ਸਮੇਂ ਤੋਂ ਆਪਾਂ ਕਾਂਗਰਸੀ ਲੀਡਰਾਂ ਦੇ ਨਾਲ ਵੀ ਗੱਲਬਾਤ ਕਰਦੇ ਆਏ, ਕਿਉਂਕਿ ਉਹਨਾਂ ਦੀ ਪਿਛਲੇ ਨੀਅਰਲੀ ਹੁਣ ਜੇ 5 ਸਾਲ ਹੋ ਚੱਲੇ, ਆਪਾਂ 4.5 ਤਾਂ ਕਹਿ ਹੀ ਨਹੀਂ ਸਕਦੇ ਹੁਣ, ਕਿਉਂਕਿ ਤਕਰੀਬਨ ਇਲੈਕਸ਼ਨ ਤੇ ਹੁਣ ਬਹੁਤਾ ਸਮਾਂ ਨਹੀਂ, 5-4 ਮਹੀਨਿਆਂ ਦੀ ਖੇਡ ਹੈ, ਕਿਉਂਕਿ ਉਸ ਤੋਂ ਪਹਿਲਾਂ ਤਾਂ ਚੋਣ ਜਾਬਤਾ ਵੀ ਲੱਗ ਜਾਂਦਾ। ਹਾਂਜੀ, ਤੇ ਫਿਰ ਉਹ ਵੀ ਲੀਡਰ ਆਉਣੇ ਸ਼ੁਰੂ ਹੋਏ, ਤੇ ਬਿਲਕੁਲ ਜਿੱਥੇ ਕਾਂਗਰਸ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਆਪਣੀ ਗੱਲਬਾਤ ਅਕਸਰ ਹੁੰਦੀ ਰਹੀ, ਪਰ ਉੱਥੇ ਇੱਕ ਚੀਜ਼ ਘਾਟ ਜਿਹੜੀ ਨਾ ਉਹ ਰੜਕਦੀ ਰਹੀ ਸੀ ਵੀ ਕੋਈ ਨਾ ਕੋਈ BJP ਲੀਡਰ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਜਾਵੇ। ਕੋਸ਼ਿਸ਼ ਵੀ ਚੱਲਦੀ ਰਹੀ ਸੀ ਕਿ ਹਰ ਇੱਕ ਪਾਰਟੀ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਅਤੇ ਇਸ ਲਈ ਜਿੱਥੇ BJP ਦੇ ਲੀਡਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ, ਤਾਂ ਉੱਥੇ ਆਪਾਂ ਉਹਦੇ ਵਿੱਚ ਵੀ ਹੁਣ ਇਸ ਪ੍ਰੋਗਰਾਮ ਦੇ ਵਿੱਚ ਸਫਲ ਹੋਏ ਹਾਂ ਕਿ BJP ਦੇ ਲੀਡਰ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ। ਪਰ ਜਿੱਦਾਂ ਕਹਿੰਦੇ ਕਿ ਜਦੋਂ ਪੌੜੀ ਦਾ ਡੰਡਾ ਚੜ੍ਹਨਾ, ਸਟੈਪ ਬਾਏ ਸਟੈਪ ਚੜ੍ਹਨਾ ਨਾ, ਜੇਕਰ ਸਿਰੇ ਵਾਲੀ ਚੀਜ਼ ਨੂੰ ਹੱਥ ਪਾ ਲਿਆ ਜਾਵੇ ਤਾਂ ਫਿਰ ਉਹਦੇ ਨਾਲ ਦਾ ਨਜ਼ਾਰਾ ਨਹੀਂ, ਕਹਿੰਦੇ ਕਿ ਉਹਦਾ, ਕਿਉਂਕਿ ਥੱਲੜੇ ਸਟੈਪ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਥੱਲੇ ਦੱਬੇ ਜਾਂਦੇ ਆ। ਸੋ ਅੱਜ ਜਿਹੜਾ ਪ੍ਰੋਗਰਾਮ ਹੈ ਤਸੱਲੀਆਂ, ਇਹਦੇ ਵਿੱਚ ਆਪਾਂ ਪੰਜਾਬ ਦੇ ਸੀਨੀਅਰ ਲੀਡਰ, BJP ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ, ਜਿਹੜੇ ਕਿ ਅਕਸਰ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੈਸੇ ਕੋਸ਼ਿਸ਼ ਤਾਂ ਕਰਾਂਗੇ ਉਹਨਾਂ ਦੇ ਨਾਲ, ਜਿੱਦਾਂ ਬਾਕੀ ਲੀਡਰਾਂ ਦੇ ਨਾਲ ਗੱਲਬਾਤ ਹੁੰਦੀ ਹੈ, ਕਿ ਆਪਾਂ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕਰੀਏ। ਪਰ ਜੇਕਰ ਕੋਈ ਟੈਕਨੀਕਲ ਪ੍ਰੋਬਲਮ ਹੁੰਦੀ ਹੈ, ਕਿਉਂਕਿ ਇੰਡੀਆ ਦੇ ਵਿੱਚ ਤੁਹਾਨੂੰ ਪਤਾ, ਆਪਾਂ ਨੂੰ ਪਤਾ ਕਿ ਥੋੜੀ ਨੈਟਵਰਕ ਦੀ ਵੀ ਪ੍ਰੋਬਲਮ ਚੱਲ ਜਾਂਦੀ ਹੈ, ਅਤੇ ਸਪੈਸ਼ਲੀ ਜਦੋਂ ਲੀਡਰ ਸਾਹਿਬਾਨ ਹੁੰਦੇ ਹਨ, ਉਹਨਾਂ ਨੇ ਬਾਹਰ ਵੀ ਪ੍ਰੋਗਰਾਮਾਂ 'ਤੇ ਵਗੈਰਾ ਆਉਣਾ ਜਾਣਾ ਹੁੰਦਾ, ਅਤੇ ਕਈ ਵਾਰੀ ਫਿਰ ਸਮਾਂ ਇਹੋ ਜਾਂਦਾ ਵੀ ਗੱਡੀ ਦੇ ਵਿੱਚ ਵੀ ਜਾਂਦੇ, ਤਾਂ ਫਿਰ ਜੇ ਇਹੋ ਜਿਹਾ ਜਾਣੀ ਕਿ ਹਾਲਾਤ ਬਣੇ, ਤਾਂ ਫਿਰ ਆਪਾਂ ਆਡੀਓ ਕਾਲ ਦੇ ਨਾਲ ਜ਼ਰੀਏ ਗੱਲਬਾਤ ਕਰਾਂਗੇ। ਬਿਲਕੁਲ ਦਰਸ਼ਕੋ, ਅੱਜ ਜਿਹੜੇ ਆਪਾਂ ਇਹ ਕਿਸਾਨੀ ਮੁੱਦੇ ਨੂੰ ਵੀ ਲੈ ਕੇ ਜਾਂ ਹੋਰ ਪੰਜਾਬ ਦੇ ਮਸਲੇ ਆ, ਉਹਨਾਂ ਦੇ ਉੱਤੇ BJP ਦੀ ਕਿਹੜੀ ਨਜ਼ਰ ਹੈ, ਕਿਹੜਾ ਤਿਰਛੀ ਨਜ਼ਰ ਜਿਹੜੀ ਹੁੰਦੀ ਨਾ, ਫਿਰ ਉਹ, ਕਿਉਂਕਿ ਉਹ ਵੀ ਹੁਣ ਸਰਕਾਰ ਬਣਾਉਣਾ ਚਾਹੁੰਦੀ ਹੈ, ਪਾਰਟੀ ਦਾ ਗੱਠਜੋੜ ਟੁੱਟ ਚੁੱਕਿਆ। ਇਹ ਸਾਰੇ ਮਸਲਿਆਂ 'ਤੇ ਗੱਲਬਾਤ ਆਪਾਂ ਹਰਜੀਤ ਗਰੇਵਾਲ ਉਹਨਾਂ ਦੇ ਨਾਲ ਕਰਾਂਗੇ, ਅਤੇ ਸਵਾਲ ਜਵਾਬ ਵੀ ਉਹਨਾਂ ਦੇ ਨਾਲ ਕਰਾਂਗੇ ਜੀ। ਅਤੇ ਹਾਂਜੀ ਜੀ, ਅਤੇ ਤੁਹਾਨੂੰ ਕੀ ਲੱਗਦਾ ਜੀ ਕਿ ਲਾਡੀ ਜੀ, ਕਿ ਜਿਹੜਾ ਆਪਾਂ ਅੱਜ ਆਪਣਾ ਹਰਜੀਤ ਗਰੇਵਾਲ ਉਹਨਾਂ ਦੇ ਨਾਲ ਉਹਨਾਂ ਨੂੰ ਲਿਆਉਣਾ ਇੱਥੇ ਸੀ, ਜਾਂ ਗੱਲਬਾਤ ਕਰਕੇ KTV ਦੇ ਸਟੂਡੀਓ ਦੇ ਜ਼ਰੀਏ ਆਪਾਂ ਕਰਨੀ ਆ, ਕੀ ਲੱਗਦਾ ਕਿ ਕਿੰਨਾ ਕੁ ਉਹ ਆਪਾਂ ਨੂੰ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਕਿ ਪਾਰਟੀ ਨੂੰ ਹਰ ਇੱਕ ਨੂੰ ਬਰਾਬਰ ਦਾ ਮੌਕਾ ਦੇਣਾ ਬਣਦਾ ਜੀ?
ਦੇਖੋ ਮੈਂ ਮੀਡੀਆ ਇੱਕ ਨਰੋਲ ਆ ਮੀਡੀਆ ਮੈਂ ਨਹੀਂ ਕਹਿੰਦਾ ਮੀਡੀਆ ਕਦੇ ਵੀ ਕਿਸੇ ਪਾਰਟੀ ਨਾਲ ਕੋਈ ਪੱਖਪਾਤ ਜਾਂ ਕਿਸੇ ਪਾਰਟੀ ਨੂੰ ਨਰੋਲ ਹੋ ਕੇ ਨਹੀਂ ਚੱਲਦਾ ਮੀਡੀਆ ਨੇ ਸੌਰੀ ਮੈਂ ਇਹ ਗੱਲ ਕਹਾਂ ਮੀਡੀਆ ਇੱਕ ਉਹੋ ਜਿਹੀ ਉਹ ਚੀਜ਼ ਹੈ ਮੀਡੀਆ ਨੇ ਹਰ ਇੱਕ ਪਾਰਟੀ ਦੇ ਹਰ ਇੱਕ ਲੀਡਰ ਨਾਲ ਬਿਲਕੁਲ ਟੱਚ ਰਹਿਣਾ ਹੁੰਦਾ ਜੋ ਵੀ ਕੁਝ ਵਾਪਰਿਆ ਹੁੰਦਾ ਅੰਦਰ ਉਹ ਬਾਹਰ ਲੈ ਕੇ ਆਉਣਾ। ਹਾਂਜੀ ਬਿਲਕੁਲ ਜੀ, ਤੇ ਇਹ ਤਾਂ ਮੀਡੀਆ ਦਾ ਫਰਜ਼ ਹੈ ਕਿਉਂਕਿ ਹਰ ਇੱਕ ਦੀ ਗੱਲ ਕਰਨੀ ਤੇ ਸੱਚੀ ਸੁੱਚੀ ਗੱਲ ਕਰਨੀ, ਇਸੇ ਕਰਕੇ ਆਪਾਂ ਕਹੀਦਾ ਹੈ ਕਿ ਹੱਕ ਸੱਚ ਦੀ ਆਵਾਜ਼ KTV ਹੈ। ਤੇ ਬਿਲਕੁਲ ਜੀ ਕੋਲ ਆਪਣਾ ਮੇਰੇ ਖਿਆਲ ਆਪਣੀ ਲੱਗ ਚੁੱਕੀ ਹੈ ਜੀ, ਚੈੱਕ ਕਰ ਲੈਨੇ। ਹੈਲੋ ਹਾਂਜੀ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਮੈਂ ਹਰਪਾਲ ਸਿੰਘ ਜੌਲ ਤੇ ਨਾਲ ਮੇਰੇ JS ਲਾਡੀ ਜੀ। ਪ੍ਰੋਗਰਾਮ ਆਪਾਂ KTV ਦੇ ਸਟੂਡੀਓ ਦੇ ਵਿੱਚ ਇਸ ਵੇਲੇ ਕਰ ਰਹੇ ਹਾਂ ਜੀ, ਤੇ ਤੁਹਾਡੀ ਜਿਹੜੀ ਕੋਲ ਆ ਉਹ ਲਾਈਵ ਚੱਲ ਰਹੀ ਹੈ ਇਸ ਵੇਲੇ ਜੀ। ਤੇ ਪੂਰੇ UK ਦੇ ਵਿੱਚ ਨਾਲ ਯੂਰਪ ਦੇ ਵਿੱਚ KTV ਦੇਖਿਆ ਜਾਂਦਾ, ਤੇ ਉਸ ਤੋਂ ਬਾਅਦ ਇੰਟਰਨੈਟ ਦੇ ਜ਼ਰੀਏ Facebook ਦੇ ਜ਼ਰੀਏ ਜਾਂ ਬਾਕੀ ਹੋਰ ਜੋ ਵੀ ਵੱਖ ਮਾਧਿਅਮ ਹਨ ਉਹਨਾਂ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਇਹ ਆਵਾਜ਼ ਅੱਜ ਸੁਣੀ ਜਾਣੀ ਹੈ ਜੀ। ਤੇ ਇਸ ਕਰਕੇ ਪਹਿਲਾਂ ਤਾਂ ਇੱਕ ਵਾਰ ਫਿਰ ਸਵਾਗਤ ਕਰ ਲਈਏ ਜੀ ਗਰੇਵਾਲ ਸਾਹਿਬ ਦਾ, ਤੇ ਨਾਲ ਥੈਂਕ ਯੂ ਕਰਦੇ ਆ ਗਰੇਵਾਲ ਸਾਹਿਬ ਜੀ, ਕਿਉਂਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢਿਆ ਤੇ ਸਾਨੂੰ ਇਸ ਨਿਮਾਣੇ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਨ ਦੇ ਕੇ ਮਾਣ ਬਖਸ਼ਿਆ ਜੀ। ਤੇ ਸਵਾਗਤ ਹੈ ਜੀ ਤੁਹਾਡਾ, ਤੇ ਤੁਹਾਡੇ ਨਾਲ ਆਪਾਂ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ ਜੀ ਲਾਡੀ ਜੀ। ਜੀ ਗਰੇਵਾਲ ਸਾਹਿਬ, ਵੈਸੇ ਤਾਂ ਚਲੋ ਮਾਲਵੇ ਦੇ ਖੇਤਰ ਨੂੰ ਤੁਸੀਂ ਬਿਲੋਂਗ ਕਰਦੇ ਹੋ, ਕਾਫੀ ਲੰਮੇ ਸਮੇਂ ਤੋਂ ਪਾਰਟੀ ਦੇ ਵਿੱਚੋਂ ਜਾਂ ਮੀਡੀਆ ਨਾਲ ਚਰਚਿਤ ਤੋਂ ਇੱਕੋ ਇੱਕ ਇਹ ਹੈ ਵੀ ਪੰਜਾਬ ਦੇ ਮੁੱਦੇ ਨੇ ਜਿਹੜੇ ਕਿ ਅਜੇ ਤੱਕ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ, ਪਹਿਲਾਂ ਪੰਜਾਬ ਦੇ ਵਿੱਚ ਸਰਕਾਰ BJP ਅਕਾਲੀ ਦਲ ਦੀ ਵੀ ਰਹੀ ਹੈ, ਪਰ BJP ਅਕਾਲੀ ਦਲ ਦਾ ਗੱਠਜੋੜ ਵੀ ਰਿਹਾ। BJP ਅਕਾਲੀ ਦਲ ਦਾ ਗੱਠਜੋੜ ਟੁੱਟ ਚੁੱਕਿਆ ਇਸ ਵਕਤ। ਜਿੱਦਾਂ ਮੰਨ ਲਓ ਇਹ ਕਹਿ ਲਈ ਆਉਣ ਵਾਲੇ ਸਮੇਂ 2022 ਦੇ ਵਿੱਚ BJP ਪੂਰੇ ਪੰਜਾਬ ਦੇ ਵਿੱਚ ਇਕੱਲੇ ਹੀ ਇਲੈਕਸ਼ਨ ਲੜੇਗੀ, ਜਾਂ ਕਿਸਾਨੀ ਮੁੱਦਿਆਂ ਦਾ ਕੁਛ ਨਾ ਕੁਛ ਅਜੇ ਤੱਕ ਨਹੀਂ ਹੱਲ ਹੋਇਆ, ਜਾਂ ਕਿਸਾਨ ਬੇਸ਼ੱਕ ਧਰਨਿਆਂ ਤੇ ਬੈਠੇ ਨੇ। ਇਹਨਾਂ ਵਿਚਾਰਾਂ ਦੇ ਉੱਤੇ ਅੱਜ ਬਿਲਕੁਲ ਗੱਲਬਾਤ ਕੀਤੀ ਜਾਵੇਗੀ। ਮੈਂ ਕਹਿੰਦਾ ਸ਼ੁਰੂਆਤ ਜੌਲ ਸਾਹਿਬ ਤੁਸੀਂ ਕਰੋ ਤੇ ਬਹੁਤ ਬਿਹਤਰੀਨ ਹੋਵੇਗੀ, ਕਿਉਂਕਿ ਪ੍ਰੋਗਰਾਮ ਦੀ ਭੂਮਿਕਾ ਬਿਲਕੁਲ ਤੁਸੀਂ ਬੜੇ ਸਰਲ ਜਿਹੇ ਢੰਗ ਤਰੀਕੇ ਨਾਲ ਬੰਨ੍ਹ ਦੇਣੀ ਹੈ ਜੀ। ਠੀਕ ਹੈ, ਪਹਿਲਾਂ ਗਰੇਵਾਲ ਸਾਹਿਬ ਜੀ ਤੁਹਾਨੂੰ ਸਾਡੀ ਆਵਾਜ਼ ਬਿਲਕੁਲ ਕਲੀਅਰ ਸੁਣ ਰਹੇ ਜੀ? ਹਾਂਜੀ ਕਲੀਅਰ ਸੁਣ ਰਹੀ ਜੀ। ਠੀਕ ਹੈ ਜੀ, ਤੇ ਬਿਲਕੁਲ ਜੀ। ਤੇ ਗਰੇਵਾਲ ਸਾਹਿਬ ਤੁਸੀਂ ਇਲੈਕਸ਼ਨ ਆਪ ਵੀ ਲੜ ਚੁੱਕੇ ਹੋ BJP ਦੇ ਪਲੇਟਫਾਰਮ ਤੋਂ, BJP ਦੇ ਤੁਸੀਂ ਪੰਜਾਬ ਦੇ ਪ੍ਰਧਾਨ ਹੋ, ਆਪਣੀ ਡਿਊਟੀ ਬਾਖੂਬੀ ਕਰ ਵੀ ਰਹੇ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਉਂਕਿ ਕਿਸੇ ਵੀ ਇਨਸਾਨ ਨੂੰ ਜਦੋਂ ਪਾਰਟੀ ਕੋਈ ਵੀ ਜ਼ਿੰਮੇਵਾਰੀ ਸੌਂਪਦੀ ਹੈ ਤੇ ਉਸ ਦਾ ਇਹ ਕਹਿੰਦੇ ਕਿ ਧਰਮ ਬਣ ਜਾਂਦਾ ਕਿ ਉਸ ਪਾਰਟੀ ਦੇ ਪ੍ਰਤੀ ਵਫਾਦਾਰ ਹੋਣਾ। ਕਿਉਂ ਲੋਕ ਕੀ ਕਹਿੰਦੇ ਆ ਇਸ ਗੱਲ ਦੀ, ਕਿਉਂਕਿ ਦੁੱਧ ਧੋਤਾ ਕੋਈ ਵੀ ਨਹੀਂ ਨਾ, ਹਰ ਇੱਕ ਪਾਰਟੀ ਦੇ ਨੂੰ ਲੋਕ ਮਾੜਾ ਵੀ ਕਹਿੰਦੇ ਵੀ ਚੰਗਾ ਵੀ ਕਹਿੰਦੇ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਪਰ ਗਰੇਵਾਲ ਸਾਹਿਬ, ਪੰਜਾਬ ਦੇ ਵਿੱਚ ਇਸ ਵੇਲੇ ਪਾਰਟੀ ਨੂੰ ਕਿੱਥੇ ਖੜਾ ਦੇਖਦੇ ਹੋ ਜੀ? ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਿਸ ਤਰ੍ਹਾਂ ਬੰਗਾਲ ਦੇ ਅੰਦਰ ਅਸੀਂ 3 ਸੀਟਾਂ ਤੇ ਸੀਗੇ। ਹਾਂਜੀ। ਤੇ 10% ਵੋਟ ਸੀ ਸਾਡੇ ਕੋਲ। ਕੋਈ ਵੀ ਪਾਰਟੀ ਇਹ ਕਹਿ ਕੇ ਚੁਣਾਵ ਨਹੀਂ ਲੜਦੀ ਕਿ ਮੈਂ ਚੁਣਾਵ ਹਾਰਨਾ, ਚਾਹੇ ਪਤਾ ਵੀ ਹੋਵੇ। ਬਿਲਕੁਲ ਜੀ। ਤੇ ਉੱਥੇ ਅਸੀਂ ਕਹਿੰਦੇ ਸੀ ਅਸੀਂ 200 ਤੋਂ ਪਾਰ ਜਾਣਾ। ਹਾਂਜੀ ਠੀਕ ਹੈ, ਪਰ ਅਸੀਂ 3 ਤੋਂ 75 ਸੀਟਾਂ ਤੇ ਗਏ, 10% ਵੋਟ ਤੋਂ 37% ਵੋਟ ਤੇ ਗਏ। ਹਾਂਜੀ। ਇਸੇ ਤਰ੍ਹਾਂ ਪੰਜਾਬ ਦੇ ਅੰਦਰ ਅਸੀਂ 2 ਸੀਟਾਂ ਤੇ ਆ ਅੱਜ। 117 ਟੋਟਲ ਸੀਟਾਂ ਨੇ। ਹਾਂਜੀ। ਤੇ ਅਸੀਂ ਕਦੇ 23 ਸੀਟਾਂ ਤੋਂ ਵੱਧ ਚੁਣਾਵ ਵੀ ਅਕਾਲੀ ਦਲ ਬਾਕੀ ਲੜਦਾ ਰਿਹਾ, ਅਸੀਂ 23 ਲੜਦੇ ਰਹੇ। ਬਿਲਕੁਲ ਜੀ। ਤਾਂ ਸਾਡੀ 23 ਸੀਟਾਂ ਵਾਲੀ ਪਾਰਟੀ ਸੀ, ਤੇ ਜਦੋਂ ਤੱਕ ਇਲੈਕਟਰਲ ਪੋਲਿਟਿਕਸ ਦੇ ਅੰਦਰ, ਲੋਕਤੰਤਰ ਦੇ ਅੰਦਰ ਇਲੈਕਟਰਲ ਪੋਲਿਟਿਕਸ ਨਹੀਂ ਜਾਂਦੇ ਲੋਕ, ਚੋਣਾਂ ਨਹੀਂ ਲੜਦੀਆਂ ਪਾਰਟੀਆਂ, ਉਹਨਾਂ ਦਾ ਆਧਾਰ ਨਹੀਂ ਵਧਿਆ ਕਰਦਾ ਜੀ। ਹਾਂਜੀ। ਤਾਂ ਇਸ ਵਾਰ ਨਿਸ਼ਚਿਤ ਆ ਕਿ ਸਾਡੇ ਆਧਾਰ 'ਚ ਵੀ ਇਜ਼ਾਫਾ ਹੋਏਗਾ, ਸੀਟਾਂ 'ਚ ਵੀ ਇਜ਼ਾਫਾ ਹੋਏਗਾ, ਔਰ ਅਲੱਗ-ਅਲੱਗ ਸਮਾਜ ਦੇ ਵਰਗ ਵੀ ਸਾਡੇ ਨਾਲ ਜੁੜਨਗੇ। ਔਰ ਇਹ ਜਿਹੜਾ ਹੈਗਾ ਜਿਓਗ੍ਰਾਫਿਕਲੀ ਵੀ ਪੂਰੇ ਪੰਜਾਬ ਦੇ ਅੰਦਰ ਅਸੀਂ 200 ਕਿਲੋਮੀਟਰ 'ਚ ਚੁਣਾਵ ਨਹੀਂ ਸੀ ਲੜਦੇ, ਤੇ ਹੁਣ ਉਹ ਚੁਣਾਵ ਵੀ ਉੱਥੇ ਵੀ ਲੜਾਂਗੇ। ਤਾਂ ਨਿਸ਼ਚਿਤ ਆ ਕਿ ਸਾਡਾ ਹਰ ਤਰ੍ਹਾਂ ਦਾ ਜਿਹੜਾ ਹੈਗਾ ਸੋਸ਼ਲ ਇਕੁਏਸ਼ਨਸ ਵੀ ਸਾਡੀਆਂ ਨਾਰਮਲ ਹੋਣਗੀਆਂ, ਔਰ ਸਾਡਾ ਇਹ ਜਿਹੜਾ ਜਿਓਗ੍ਰਾਫਿਕਲ ਜਿਹੜਾ ਨਾਰਮਲਸੀ ਨਹੀਂ ਸੀ ਪਾਰਟੀ ਦੀ ਚੋਣਾਂ ਲੜਦੇ, ਉਹ ਵੀ ਹੋ ਜਾਣਗੀਆਂ। ਤੇ ਸਾਡੀ ਪਾਰਟੀ ਸਟਰੈਂਥਨ ਵੀ ਹੋਏਗੀ, ਔਰ ਸੀਟਾਂ 'ਚ ਇਜ਼ਾਫਾ ਹੋਏਗਾ, ਔਰ ਸਾਡੇ ਤੋਂ ਬਿਨਾਂ ਕੋਈ ਸਰਕਾਰ ਨਹੀਂ ਬਣੇਗੀ।
ਠੀਕ ਹੈ, ਬਿਲਕੁਲ ਜਿੱਦਾਂ ਗਰੇਵਾਲ ਸਾਹਿਬ ਨੇ ਐਗਜ਼ਾਮਪਲ ਬੰਗਾਲ ਦੀ ਐਗਜ਼ਾਮਪਲ ਤਾਜ਼ੀ ਦਿੱਤੀ ਹੈ, ਪਰ ਉਸ ਦੇ ਨਾਲ ਜੇਕਰ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ ਤੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਵੀ ਇਹੀ ਚੀਜ਼ ਹੋਈ ਸੀ। ਉੱਥੇ ਵੀ ਬੀਜੇਪੀ ਦੀਆਂ ਬਹੁਤ ਥੋੜ੍ਹੀਆਂ ਸੀਟਾਂ ਤੇ ਬੀਜੇਪੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਸੀ ਅਖੀਰ ਤੇ ਜਾ ਕੇ ਜੀ। ਪਰ ਗਰੇਵਾਲ ਸਾਹਿਬ ਜਿਸ ਤਰ੍ਹਾਂ ਹੁਣ ਇਸ ਵੇਲੇ ਪੰਜਾਬ ਦੇ ਹਾਲਾਤ ਹਨ, ਬੀਜੇਪੀ ਲੀਡਰਾਂ ਦਾ ਵਿਰੋਧ ਹੋ ਰਿਹਾ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਤੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ, ਜਾਂ ਫਿਰ ਆਪਾਂ ਕਹ ਲਈਏ ਜਿੱਦਾਂ ਬੀਜੇਪੀ ਦੇ ਜੇਕਰ ਇਹਨਾਂ ਦੇ ਐਂਗਲ ਤੋਂ ਆਪਾਂ ਗੱਲ ਕਰੀਏ ਤਾਂ ਉਹ ਇਹ ਕਿਹਾ ਜਾਂਦਾ ਕਿ ਉਹ ਦੂਸਰੀਆਂ ਪਾਰਟੀਆਂ ਦੇ ਲੀਡਰ ਹੁੰਦੇ ਆ, ਉਹ ਵਿਰੋਧ ਕਰਵਾਉਂਦੇ ਆ ਜਾਣ ਕੇ ਜੀ ਕਿ ਬੀਜੇਪੀ ਦੀ ਇਮੇਜ ਖਰਾਬ ਕਰਨ ਨੂੰ। ਪਰ ਤੁਹਾਨੂੰ ਨਹੀਂ ਲੱਗਦਾ ਕਿ ਗਰੇਵਾਲ ਸਾਹਿਬ ਵੀ ਜਿਹੜੇ ਲੋਕੀ ਇਦਾਂ ਵਿਰੋਧ ਕਰਨ ਜਾਂਦੇ ਆ ਰੋਕ ਉਹਦਾ ਬੀਜੇਪੀ ਨੂੰ ਸਿੱਧਾ ਸਿੱਧਾ ਫਾਇਦਾ ਹੋ ਜਾਵੇਗਾ ਜੀ, ਕਿਉਂਕਿ ਫਿਰ ਘਰ ਬੈਠੇ ਇਲੈਕਸ਼ਨ ਲੜ ਹੋ ਜਾਵੇਗੀ ਜੀ? ਐਸੀ ਗੱਲ ਨਹੀਂ ਹੈ, ਗੱਲ ਇਹ ਆ ਕਿ ਇਹ ਜਿਹੜਾ ਵਿਰੋਧ ਆ ਨਾ, ਹਾਂਜੀ, ਇਹ ਆਮ ਜਨਤਾ ਇਸ ਤਰ੍ਹਾਂ ਦੀ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੀ। ਤੇ ਜਦੋਂ ਆਪਾਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ, ਤਿੰਨ ਆਪਣੇ ਵੱਲ ਹੋ ਜਾਂਦੀਆਂ ਨੇ। ਹਾਂਜੀ, ਤੇ ਹੁਣ ਇਹ ਵਿਰੋਧ ਜਿਹੜਾ ਕਾਂਗਰਸ ਦਾ, ਅਕਾਲੀ ਦਲ ਦਾ, ਇਹਨਾਂ ਦਾ ਹੋਣਾ ਸ਼ੁਰੂ ਹੋ ਜਾਣਾ। ਹਾਂਜੀ, ਤੇ ਇਹਨਾਂ ਨੂੰ ਵੀ ਪਰੇਸ਼ਾਨ ਕਰਨਗੇ ਇਹ ਲੋਕ। ਇਹ ਲੋਕ ਕਿਹੜੇ ਨੇ? ਇਹ ਕਿਸਾਨ ਨਹੀਂ ਕਰਦਾ ਵਿਰੋਧ, ਮੈਂ ਇੱਕ ਗੱਲ ਸਮਝ ਲਓ। ਮੈਂ ਇਹ ਨਹੀਂ ਕਹਿੰਦਾ ਕਿਸਾਨ ਇਹਦੇ 'ਚ ਨਹੀਂ ਹੁੰਦਾ, ਕਿਸਾਨ ਹੁੰਦਾ, ਹਾਂਜੀ, ਪਰ ਇਹ ਉਹ ਬੰਦੇ ਨੇ ਕਿਸਾਨ ਦੇ ਨਾਮ ਤੇ ਜਿਹੜੀ ਪੂਰੀ ਧੰਦੇਬਾਜ਼ੀ ਕਰ ਰਹੇ। ਹਰ ਪਿੰਡ 'ਚ 5-4 ਬੰਦੇ ਹੋਇਆ ਕਰਦੇ ਆ ਇਸ ਤਰ੍ਹਾਂ ਦੇ ਜੀ, ਤੇ ਉਹਨਾਂ ਕੋਲ ਨਾ ਤਾਂ ਜ਼ਮੀਨ ਹੁੰਦੀ ਆ ਤੇ ਨਾ ਹੀ ਉਹ ਸਮਾਜ ਦੇ ਵਿੱਚ ਇੱਕ ਸਭ्य ਸਮਾਜ 'ਚ ਜਿਸ ਤਰ੍ਹਾਂ ਦੇ ਲੋਕਾਂ ਦਾ ਰਹਿਣਾ ਹੁੰਦਾ, ਉਹੋ ਜਿਹੇ ਲੋਕ ਨਹੀਂ ਹੁੰਦੇ। ਉਹ ਹਰ ਪਿੰਡ 'ਚ ਅੱਗੇ ਲੱਗ ਕੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਦੇ ਆ। ਹਾਂਜੀ, ਸ਼ਰੀਫ ਆਦਮੀ ਨਹੀਂ ਕਰਦਾ, ਔਰ ਜਿਹੜੇ ਜੈਨੂਅਨ ਕਿਸਾਨ ਲੀਡਰ ਨੇ ਉਹ ਨਹੀਂ ਕਰਦੇ। ਹਾਂਜੀ, ਕਿਉਂਕਿ ਅਸਲ ਕਿਸਾਨ ਜਥੇਬੰਦੀਆਂ 'ਚ ਅਗਰ ਕੋਈ ਜਥੇਬੰਦੀ ਹੈ ਤਾਂ ਉਹ ਉਗਰਾਹਾਂ ਦੀ ਹੈ। ਹਾਂਜੀ, ਤੇ ਉਹ ਵੈਲ ਆਰਗੇਨਾਈਜ਼ਡ ਨੇ। ਹਾਲਾਂਕਿ ਸਾਡਾ ਕੋਈ ਉਹਨਾਂ ਨਾਲ ਵਿਚਾਰਧਾਰਕ ਨਾਲ ਸਾਂਝ ਆ ਤੇ ਮੈਂ ਉਹਨਾਂ ਦੀ ਵਿਚਾਰਧਾਰਾ ਦਾ ਵਿਰੋਧੀ ਵੀ ਹਾਂ, ਪਰ ਫਿਰ ਵੀ ਉਹ ਜਿਹੜਾ ਮਰਿਆਦਾ 'ਚ ਰਹਿ ਕੇ ਕੰਮ ਕਰਦੇ ਆ, ਡਿਸਿਪਲਿਨ 'ਚ ਰਹਿ ਕੇ ਕਰਦੇ ਆ, ਉਹ ਵਿਰੋਧ ਕਰਦੇ ਆ ਤਾਂ ਕਾਲੀਆਂ ਝੰਡੀਆਂ ਦਿਖਾਉਂਦੇ ਆ, ਉਸ ਤੋਂ ਅੱਗੇ ਨਹੀਂ ਕਰਦੇ। ਹਾਂਜੀ, ਮੈਂ ਇਹੀ ਕਹਿਣ ਲੱਗਾ ਸੀ। ਹਾਂਜੀ, ਇਹ ਗਰੇਵਾਲ ਸਾਹਿਬ ਮੈਂ ਪ੍ਰਾਪਰਟੀ ਨਸ਼ਟ ਨਹੀਂ ਕਰਦੇ, ਕਿਸੇ ਦਾ ਕੁਝ ਨਹੀਂ ਕਰਦੇ। ਹਾਂਜੀ, ਇਹ ਜਿਹੜੇ ਬਾਕੀ ਸੰਗਠਨ ਨੇ ਇਹ 10-10 20-20 ਕਿਲੋਮੀਟਰ ਦੇ ਸੰਗਠਨ ਨੇ। ਹਾਂਜੀ, ਜਿਹੜੇ ਬਾਕੀ ਕਿਸਾਨ ਸੰਗਠਨ ਨੇ ਇਹਨਾਂ ਦੀ ਕੋਈ ਜ਼ਿਆਦਾ ਆਧਾਰ ਨਹੀਂ ਹੈ। ਇਹਨਾਂ 'ਚ ਕਈ ਲੋਕ ਜਿਹੜੇ ਨੇ ਇਹੋ ਜਿਹੇ ਜੁੜ ਗਏ ਜਿਹੜੇ ਕਿ ਸਮਾਜ ਵਿਰੋਧੀ ਅਨਸਰ ਜਿਹਨਾਂ ਨੂੰ ਕਹਿ ਲਈਏ, ਤੇ ਉਹ ਜੁੜੇ ਹੋਏ ਆ ਤੇ ਉਹ ਵਿੱਚ ਆ ਕੇ ਆਪ ਹੁਦਰਾਪਣ ਕਰਦੇ ਆ। ਉਹ ਕਿਸੇ ਡਿਸਿਪਲਿਨ 'ਚ ਨਹੀਂ ਹੈ, ਕਿਸੇ ਅਨੁਸ਼ਾਸਨ 'ਚ ਨਹੀਂ ਹੈ। ਇਹ ਪੰਜਾਬ ਦੇ ਅੱਗੇ ਚੱਲ ਕੇ ਹਾਲਾਤ ਖਰਾਬ ਹੋਣੇ ਆ ਤੇ ਉਸ ਦੇ ਵਿੱਚ ਪੰਜਾਬ ਨੇ ਜਿੱਦਾਂ ਪਹਿਲਾਂ ਸੰਤਾਪ ਭੁਗਤਿਆ, ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿ ਇਹ ਸੰਤਾਪ ਭੁਗਤਣ ਲਈ ਪੰਜਾਬ ਨੂੰ ਫਿਰ ਦੁਬਾਰਾ ਮਜਬੂਰ ਕਰ ਦੇਣਗੇ। ਗਰੇਵਾਲ ਸਾਹਿਬ, ਜਿੱਦਾਂ ਤੁਸੀਂ ਆਪਣੇ ਹੁਣੇ ਕਿਹਾ ਕਿ ਉਹਦੇ ਵਿੱਚ ਗਲਤ ਆਨਸਰ ਆ ਜਾਂਦੇ ਆ, ਜਿਹਦੇ ਗਲਤ ਆਨਸਰ ਫਿਰ ਜੇਕਰ ਦੇਖਿਆ ਜਾਵੇ ਤਾਂ ਗਲਤ ਆਨਸਰ ਆ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਹੈ, ਪੂਰੀ ਬਹੁਮਤ ਦੇ ਨਾਲ ਬੀਜੇਪੀ ਦੀ ਹੈ, ਪੰਜਾਬ ਦੇ ਵਿੱਚੋਂ ਕਿਸੇ ਪਾਰਟੀ ਦਾ ਗੱਠਜੋੜ ਵੀ ਹੈ ਨਹੀਂ। ਫਿਰ ਤਾਂ ਜਿਹੜਾ ਸੈਂਟਰ ਕੋਲ ਪਾਵਰਾਂ, CBI ਆ, CRF, ਬਹੁਤ ਪਾਵਰਾਂ ਸੈਂਟਰ ਦੇ ਕੋਲ। ਗਲਤ ਆਨਸਰਾਂ ਤੇ ਫਿਰ ਤਾਂ ਜੇਕਰ ਉਹਨਾਂ ਦੇ ਖਿਲਾਫ ਕੋਈ ਪ੍ਰੂਫ ਆ, ਫੇਰ ਆਪਾਂ ਕਹਿ ਸਕਦੇ ਕਿ ਗਲਤ ਆਨਸਰ ਆ। ਜੇਕਰ ਉਹਨਾਂ ਦੇ ਉੱਤੇ ਕੋਈ ਮੁਕੱਦਮਾ ਦਰਜ ਆ, ਉਹਨਾਂ ਦੇ ਕੋਲ ਕੋਈ ਵੈਪਨ ਆ ਜਾਂ ਕੁਛ ਹੈ ਨਾ, ਫਿਰ ਤਾਂ ਸਰਕਾਰ ਉਹਦੇ ਉੱਤੇ ਕਾਰਵਾਈ ਕਰ ਸਕਦੀ ਜੀ। ਤੇ ਜੇਕਰ ਕਾਰਵਾਈ ਨਹੀਂ ਸਰਕਾਰ ਕਰਦੀ ਤੇ ਫਿਰ ਆਪਾਂ ਕਹਿ ਸਕਦੇ ਫਿਰ ਉਹ ਗਲਤ ਆਨਸਰ ਕਿਸ ਤਰ੍ਹਾਂ ਹੋਗਾ ਜੀ? ਇਸ ਤਰ੍ਹਾਂ ਹੁਣੇ ਨਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਐਗਜ਼ਾਮ ਹੋਇਆ। ਹਾਂਜੀ, ਜਿਨ੍ਹਾਂ ਨੇ ਉਹ ਲੋਕ ਜਿਨ੍ਹਾਂ ਨੇ ਆਉਣ ਵਾਲੇ 30 ਸਾਲ ਪ੍ਰਸ਼ਾਸਨਿਕ ਸੇਵਾਵਾਂ ਦੇਣੀਆਂ ਨੇ, ਹਾਂਜੀ, ਉਹ ਲੋਕ ਸੀਗੇ ਉਹ। ਤੇ ਉਹਨਾਂ ਨੇ ਐਗਜ਼ਾਮ ਦੇ ਵਿੱਚ 182 ਲੋਕ ਅਪੀਅਰ ਹੋਏ ਔਰ 72 ਦੀ ਸਿਲੈਕਸ਼ਨ ਹੋਣੀ ਸੀ। ਹਾਂਜੀ, ਜਿਹੜੇ 72 ਸਿਲੈਕਟ ਹੋਏ ਉਹਨਾਂ ਚੋਂ ਆਊਟ ਆਫ ਦੈਟ 60 ਕੈਂਡੀਡੇਟਸ, ਹਾਂਜੀ, ਉਹਨਾਂ ਨੇ ਇਹ ਕਿਹਾ, ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ 'ਚ ਕੋਈ ਕਮੀ ਹੈ, ਕਾਲੇ ਕਾਨੂੰਨ ਨੇ? ਉਹ ਕਹਿੰਦੇ ਨਹੀਂ, ਇਹ ਕਾਨੂੰਨ ਬਹੁਤ ਅੱਛੇ ਆ। 60 ਲੋਕ ਜਿਨ੍ਹਾਂ ਨੇ ਔਰ ਜਿਹੜੇ SDM ਵਗੈਰਾ, ਵੀਡੀਓ ਵਗੈਰਾ ਇਹ ਬਣਦੇ ਆ ਸਾਰੇ। ਹਾਂਜੀ, ਤੇ ਉਹਨਾਂ ਚੋਂ ਫਿਰ ਪੁੱਛਿਆ ਗਿਆ ਕਿ ਫਿਰ ਇਹਨਾਂ ਕਾਨੂੰਨਾਂ ਦਾ ਵਿਰੋਧ ਕਿਉਂ ਹੁੰਦਾ? ਹਾਂਜੀ, ਉਹਨਾਂ ਨੇ ਕਿਹਾ ਕਿ ਡੈਫੀਸਿਟ ਆਫ ਟਰਸਟ, ਹਾਂਜੀ, ਟਰਸਟ ਡੈਫੀਸਿਟ ਹੈ, ਹਾਂਜੀ, ਇਸ ਕਰਕੇ ਵਿਰੋਧ ਹੋ ਰਿਹਾ ਤੇ ਸਮਝਾ ਨਹੀਂ ਪਾਏ ਲੋਕਾਂ ਨੂੰ। ਹਾਂਜੀ, ਤੀਸਰੀ ਗੱਲ ਫਿਰ ਪੁੱਛੀ ਗਈ, ਹਾਂਜੀ, ਕਿ ਇਹ ਅੰਦੋਲਨ ਸ਼ਾਂਤਮਈ ਹੈ, ਪੀਸਫੁਲ ਆ? ਉਹਨਾਂ ਨੇ ਕਿਹਾ ਨਹੀਂ, ਇਹ ਅੰਦੋਲਨ ਹਿੰਸਕ ਆ। ਜਿਹੜਾ ਕਿਸੇ MLA ਦੀ ਮੌਬ ਲਿੰਚਿੰਗ ਕਰੇ, ਜਿਹੜਾ ਕਿਸੇ ਦੀ ਫਸਲਾਂ ਨਸ਼ਟ ਕਰੇ, ਜਿਹੜਾ ਕਿਸੇ ਦੀਆਂ ਪ੍ਰਾਪਰਟੀਆਂ ਨਸ਼ਟ ਕਰੇ ਔਰ ਜਿਹੜੇ ਕਿਸੇ ਤੇ ਹਮਲੇ ਕਰੇ, ਜਿਹੜਾ ਕਿਸੇ ਦੇ ਘਰਾਂ ਚੋਂ ਤੇ ਦੁਕਾਨਾਂ ਬੰਦ ਕਰਾਵੇ, ਫੈਕਟਰੀਆਂ ਬੰਦ ਕਰਾਵੇ, ਉਹ ਅੰਦੋਲਨ ਪੀਸਫੁਲ ਕਿੱਦਾਂ ਹੋ ਸਕਦਾ?
ਪਰ ਗਰੇਵਾਲ ਸਾਹਿਬ ਹਾਂਜੀ ਉਹਨਾਂ ਇਹ ਗੱਲ ਆਪਾਂ ਚਲੋ ਮੰਨਦੇ, ਪਰ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਅੰਦੋਲਨ ਦੇ ਦਰਮਿਆਨ ਇੱਕਾ ਦੁੱਕਾ ਘਟਨਾ ਨੂੰ ਛੱਡ ਕੇ ਚਲੋ ਕਿ ਇੱਕਾ ਦੁੱਕਾ ਘਟਨਾ ਇੰਨੇ ਲੰਬੇ ਸਮੇਂ ਦੇ ਵਿੱਚ ਤੇ ਏਡੇ ਵੱਡੇ ਅੰਦੋਲਨ ਦੇ ਵਿੱਚ ਵਾਪਰ ਜਾਂਦੀਆਂ, ਕਿਸੇ ਦੀ ਦੁਕਾਨ ਨੂੰ ਧੱਕੇ ਨਾਲ ਬੰਦ ਕਰਵਾਇਆ ਗਿਆ ਹੋਵੇ ਜਾਂ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਗਿਆ ਹੋਵੇ, ਜ਼ਰੂਰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕਾ ਦੁੱਕਾ ਘਟਨਾਵਾਂ ਜ਼ਰੂਰ ਹੋਈਆਂ, ਪਰ ਹਾਂਜੀ ਇੰਨਾ ਲੰਬਾ ਅੰਦੋਲਨ ਚੱਲਣ ਦੇ ਬਾਵਜੂਦ ਫਿਰ ਸ਼ਾਂਤਮਈ ਆਪਾਂ ਕਹਿ ਸਕਦੇ ਕੋਈ ਸ਼ਾਂਤਮਈ ਅੰਦੋਲਨ ਚੱਲ ਰਿਹਾ ਉਸ ਨੂੰ ਨਹੀਂ ਤੁਸੀਂ ਜ਼ਮੀਨੀ ਸੱਚਾਈ ਤੋਂ ਬਹੁਤ ਦੂਰ ਹੋ ਜੀ। ਦਿੱਲੀ ਬੀਜੇਪੀ ਦੇ ਲੋਕਾਂ ਦੇ ਆਤੰਕਵਾਦ ਦੇ ਅੰਦਰ ਵੀ ਕਿਸੇ ਨੇ ਕੰਮ ਨਹੀਂ ਕੀਤਾ ਕਿ ਆਪਣੀ ਪਾਰਟੀ ਛੱਡੋ, ਔਰ ਉਸ ਕਾਂਗਰਸ ਨੇ ਜਿਹੜੀ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ, ਉਹ ਕਾਂਗਰਸ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਹਨਾਂ ਨੂੰ ਵੀ ਇਹ ਨਹੀਂ ਉਸ ਵੇਲੇ ਕਿਹਾ ਗਿਆ ਆਤੰਕਵਾਦ ਦੇ ਸਮੇਂ 'ਚ ਕਿ ਤੁਸੀਂ ਆਪਣੀ ਪਾਰਟੀ ਛੱਡੋ ਨਹੀਂ ਤਾਂ ਤੁਹਾਡੇ ਅਦਾਰੇ ਬੰਦ, ਤੁਹਾਨੂੰ ਵੀ ਮਾਰ ਦਿਆਂਗੇ। ਅੱਜ ਜਗ੍ਹਾ ਜਗ੍ਹਾ ਜਾ ਕੇ ਕਿਹਾ ਜਾਂਦਾ ਔਰ ਇਸ ਤਰ੍ਹਾਂ ਦਾ ਧੱਕਾ ਹੁੰਦਾ, ਉਹਨਾਂ ਨੂੰ ਬੀਜੇਪੀ ਦੇ ਵਰਕਰਾਂ ਨੂੰ ਕਹਿੰਦੇ ਆ ਕਿ ਰਿਜ਼ਾਈਨ ਕਰੋ ਪਾਰਟੀ ਤੋਂ, ਕਹੋ ਇਹ ਕਾਨੂੰਨ ਬਹੁਤ ਚੰਗੇ ਕਾਲੇ ਕਾਨੂੰਨ ਆ, ਕਹੋ ਮੋਦੀ ਬਹੁਤ ਗਲਤ ਆ, ਏਦਾਂ ਦੀਆਂ ਗੱਲਾਂ ਹੁੰਦੀਆਂ ਨੇ। ਇਸ ਕਰਕੇ ਇਹਨਾਂ ਨੂੰ ਤੁਸੀਂ ਉਸ 'ਚ ਸਮਰਥਨ ਨਾ ਦਿਓ ਇਸ ਮਾਮਲੇ 'ਚ, ਕਿਉਂਕਿ ਇਸੇ ਕਰਕੇ ਲੋਕ ਪਣਪ ਰਹੇ ਨੇ। ਔਰ ਇਹ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਕਿਸਾਨ ਸੰਗਠਨ ਗਲਤ ਆ, ਕਿਸਾਨ ਸੰਗਠਨਾਂ ਦੇ ਅੰਦਰ 27-28 ਕਿਸਾਨ ਸੰਗਠਨ ਠੀਕ ਨੇ ਜੀ, ਬਾਕੀ ਜਿਹੜੇ ਨੇ ਕਮਿਊਨਿਸਟ ਨੇ ਇਹ ਕਹਿੰਦੇ ਅਸੀਂ ਰਾਜਨੀਤੀ ਤੋਂ ਦੂਰ ਆ। ਹਨਨ ਮੌਲਾ ਕੌਣ ਆ? ਕਮਿਊਨਿਸਟ ਐਮਪੀ ਆ। ਕਵਿਤਾ ਕੌਣ ਆ? ਅਰਬਨ ਨਕਸਲਾਈਟ ਆ। ਇਹ ਕੌਣ ਆ? ਜੋਗਿੰਦਰ ਯਾਦਵ। ਇਹ ਸਵਰਾਜ ਪਾਰਟੀ ਬਣਾ ਕੇ ਇਲੈਕਸ਼ਨਾਂ ਲੜਿਆ ਔਰ ਇਹ ਸਾਰੇ ਸਿੱਧੇ ਲੜ ਲਏ। ਇਸ ਕਰਕੇ ਇਹ ਬਹੁਤ ਜ਼ਿਆਦਾ ਸਿਆਸਤ ਤੋਂ ਪ੍ਰੇਰਿਤ ਅੰਦੋਲਨ ਔਰ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਨਾਂ ਦਾ ਨਾ ਇਲੈਕਸ਼ਨਾਂ 'ਚ ਵਿਸ਼ਵਾਸ ਆ ਤੇ ਨਾ ਹੀ ਇਹ ਲੋਕ ਜਿਹੜਾ ਹੈਗਾ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਆ। ਜਿਹੜੇ ਇਸ ਅੰਦੋਲਨ ਦੇ ਵਿੱਚ 9-10 ਲੋਕ ਨੇ ਉਹ ਇਸ ਅੰਦੋਲਨ ਨੂੰ ਖਤਮ ਵੀ ਨਹੀਂ ਹੋਣ ਦਿੰਦੇ। ਗਰੇਵਾਲ ਸਾਹਿਬ ਇੱਕੋ ਬਿਲਕੁਲ ਕੁਐਸਚਨ, ਕਿਉਂਕਿ ਮੇਨ ਜਿਹੜਾ ਕੁਐਸਚਨ ਆ ਉਹ ਬਿਲਕੁਲ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਤੁਹਾਡੇ ਕੋਲੋਂ ਉਹਨਾਂ ਦਾ ਆਨਸਰ ਆਵੇ, ਕਿਉਂਕਿ ਲੋਕ ਬਹੁਤ ਬਾਹਰ ਬੈਠੇ ਸੁਣਨ ਨੂੰ ਜਿਹੜੇ ਕਿ ਉਹ ਤਾਵਲੇ ਹੋ ਪਏ ਨੇ ਕਿ ਬਿਲਕੁਲ ਹੁਣ ਤੱਕ ਬੀਜੇਪੀ ਦੇ ਸਾਰੇ ਲੀਡਰ ਇਹ ਗੱਲ ਕਹਿ ਰਹੇ ਨੇ ਕਾਨੂੰਨ ਬਹੁਤ ਵਧੀਆ ਨੇ, ਤਿੰਨੇ ਕਾਨੂੰਨ ਬਹੁਤ ਵਧੀਆ ਨੇ। ਕਿਸਾਨ ਵਿਰੋਧ ਕਰ ਰਹੇ ਨੇ, ਤਿੰਨੇ ਕਾਨੂੰਨ ਕਾਲੇ ਕਾਨੂੰਨ ਨੇ। ਪੰਜਾਬ ਦੇ ਵਿੱਚ ਕਈ ਪਾਰਟੀਆਂ ਨੇ ਜਿਹੜੇ ਕਿ ਵੀ ਵਿਰੋਧ ਕਰ ਰਹੀਆਂ ਨੇ ਕਿ ਕਾਲੇ ਕਾਨੂੰਨ ਨੇ। ਆਖਰ ਕਾਨੂੰਨ ਵਧੀਆ ਨੇ ਜਾਂ ਕਾਲੇ ਨੇ? ਮਾੜਾ ਜਿਹਾ ਤੁਸੀਂ ਖੁੱਲ੍ਹ ਕੇ ਇੱਕ ਵਾਰੀ ਵੇਖਣ ਵਾਲੇ ਦਰਸ਼ਕਾਂ ਨੂੰ ਦੱਸ ਦਿਓ, ਜੇ ਕਾਨੂੰਨ ਵਧੀਆ ਨੇ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਸਮਝ ਆ ਰਹੇ, ਜੇ ਮਾੜੇ ਨੇ ਤਾਂ ਬੀਜੇਪੀ ਸਰਕਾਰ ਨੇ ਉਹਨਾਂ ਨੂੰ ਕਿਉਂ ਹੁਣ ਉਹ ਕਰ ਯਾਨੀ ਕਿ ਕਿਸਾਨਾਂ ਦੇ ਉੱਤੇ ਬਣਾ ਕੇ ਬਿਲਕੁਲ ਇੱਕ ਕਿਸਮ ਦੀ ਤਲਵਾਰ ਲਟਕ ਰਹੀ ਹੈ। ਜੀ ਗਰੇਵਾਲ ਸਾਹਿਬ। ਇਸ ਤਰ੍ਹਾਂ ਜੀ, ਪਹਿਲੀ ਗੱਲ ਤਾਂ ਇਹ ਮੈਂ ਡਿਟੇਲ 'ਚ ਦੱਸ ਸਕਦਾ, ਸਾਰਾ ਦੱਸ ਵੀ ਦਊਂਗਾ ਜੀ। ਪਹਿਲੀ ਗੱਲ ਤਾਂ ਇਹ ਆ ਕਿ ਕਾਨੂੰਨ ਹੋਲਡ ਤੇ ਨੇ, ਕਾਨੂੰਨ ਲਾਗੂ ਨਹੀਂ ਹੈ ਜੀ। ਪਰ ਪੰਜਾਬ ਸਰਕਾਰ ਨੇ ਇਹ 2017 ਤੋਂ ਆਪਣੀ ਵਿਧਾਨ ਸਭਾ 'ਚ ਪਾਸ ਕਰਕੇ ਕਾਨੂੰਨ ਲਾਗੂ ਕੀਤੇ ਨੇ, ਅਜੇ ਤੱਕ ਉਹਨਾਂ ਨੂੰ ਰਿਜੈਕਟ ਨਹੀਂ ਕੀਤਾ ਜੀ। ਇਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਠੀਕ ਹੈ ਜੀ। ਤੇ ਇਸ ਕਰਕੇ ਉਹ ਕਾਨੂੰਨ ਜਿਹੜੇ ਆ ਉਹ ਸੈਂਟਰ ਦੇ ਨਹੀਂ ਹੈ, ਉਹ ਕਾਂਗਰਸ ਦੇ ਕਾਨੂੰਨ ਨੇ, ਜਿਹਦੇ ਕਰਕੇ ਅੱਜ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ। ਜਿਹੜੇ ਕਾਨੂੰਨਾਂ ਨੂੰ ਕਾਲੇ ਕਹਿੰਦੇ ਆ ਉਹਨਾਂ ਦੀ ਗੱਲ ਕਰਦੇ ਆ ਜੀ। ਸਾਡੀ ਸਰਕਾਰ ਦੇ ਮੋਦੀ ਜੀ ਦੇ ਕਾਨੂੰਨ ਨਹੀਂ ਲਾਗੂ ਹੋਏ ਜੀ। ਔਰ ਉਹਦੇ 'ਚ ਕੀ ਸੀ ਕਿ ਇਹਨਾਂ ਨੂੰ ਜਦੋਂ ਪੁੱਛਿਆ ਗਿਆ, ਜਦੋਂ ਗੱਲਬਾਤ ਹੋਈ ਤਾਂ ਕਿਸਾਨ ਲੀਡਰਾਂ ਨੇ ਕਿਹਾ ਜੀ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਹੋ ਜਾਊਗਾ, ਤਾਂ ਅਮਿਤ ਸ਼ਾਹ ਜੀ ਨੇ ਕਿਹਾ ਕਿ ਤੁਹਾਨੂੰ ਕੀ ਅਸੀਂ ਸੁਵਿਧਾ ਦਈਏ ਜਿਹੜਾ ਜ਼ਮੀਨਾਂ ਤੇ ਕਬਜ਼ਾ ਨਾ ਹੋਵੇ। ਕਹਿਣ ਲੱਗੇ ਤੁਸੀਂ ਸਾਨੂੰ ਕੋਰਟ ਜਾਣ ਦਾ ਅਧਿਕਾਰ ਦਿਓ। ਔਰ ਅਮਿਤ ਸ਼ਾਹ ਜੀ ਨੇ ਕਿਹਾ ਕੋਰਟ ਜਾਣ ਦਾ ਅਧਿਕਾਰ ਵੀ ਦਿੱਤਾ ਤੇ ਤੁਹਾਨੂੰ ਨਾਲ ਫਾਸਟ ਟਰੈਕ ਕੋਰਟ ਵੀ ਬਣਾ ਦਿੰਦੇ ਆ, 3 ਮਹੀਨਿਆਂ 'ਚ ਫੈਸਲਾ ਹੋਇਆ ਜੀ। ਕਹਿੰਦੇ ਜੀ ਠੀਕ ਆ। ਫਿਰ ਕਹਿਣ ਲੱਗੇ ਸਾਡੀ ਮੰਡੀ ਖਤਮ ਹੋ ਜੂ, ਮੰਡੀ ਦੇ ਅੰਦਰ ਜਿਹੜਾ ਕਾਨੂੰਨ ਲਾਗੂ ਹੁੰਦਾ ਉਹੀ ਬਾਹਰ ਹੋਵੇ। ਉਹਨਾਂ ਨੇ ਕਿਹਾ ਚਲੋ ਮੰਡੀ ਦੇ ਅੰਦਰ ਜੋ ਆੜਤੀਆ ਖਰੀਦ ਵੇਚ ਕਰਦਾ ਉਹੀ ਬਾਹਰ ਕਰੇਗਾ, ਉਹੀ ਕਾਨੂੰਨ ਅੰਦਰ ਲਾਗੂ ਹੋਏਗਾ, ਉਹੀ ਪੂਰੇ ਪੰਜਾਬ 'ਚ ਬਾਹਰ ਹੋਏਗਾ। ਤੇ ਉਹ ਕਹਿੰਦੇ ਜੀ ਠੀਕ ਆ। ਤੇ ਜਦੋਂ ਇਹ ਸਾਰੀਆਂ ਗੱਲਾਂ ਹੋ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੁਣ ਤੁਸੀਂ ਏਦਾਂ ਕਰੋ ਕਿ 5 ਮੈਂਬਰ ਦੀ ਕਮੇਟੀ ਬਣਾ ਲਓ, ਜਿਹੋ ਜਿਹੇ ਕਾਨੂੰਨ ਤੁਸੀਂ ਬਣਾਉਣੇ ਆ ਬਣਾ ਲਓ। ਵਿਵਸਥਾ ਚਲਾਉਣ ਲਈ ਕਾਨੂੰਨ ਜ਼ਰੂਰੀ ਹੁੰਦੇ ਆ, ਕਾਨੂੰਨਾਂ ਤੋਂ ਬਿਨਾਂ ਕੰਮ ਨਹੀਂ ਚੱਲਦਾ ਹੁੰਦਾ, ਤੇ ਉਹ ਤੁਸੀਂ ਬਣਾ ਲਓ, ਕਿਸਾਨ ਹਿੱਤ ਦੇ ਬਣਾ ਲਓ। ਤੇ ਉਹਦੇ 'ਚ ਇਹ ਇੱਕੋ ਗੱਲ ਤੇ ਜਿੱਦ ਚੜੇ ਕਿ ਤੁਸੀਂ ਇਹ ਕਾਨੂੰਨ ਰੱਦ ਕਰਨਾ ਕਹੋ, ਰਿਪੀਲ ਕਰਨਾ ਕਹੋ ਜੀ। ਉਹ ਕਹਿੰਦੇ ਸਾਰਾ ਕੁਝ ਤਾਂ ਹੋ ਗਿਆ, ਹੁਣ ਰਹਿ ਕੀ ਗਿਆ? ਹੱਥ ਜੋੜ ਕੇ ਉਹਨਾਂ ਨੇ ਕਿਹਾ ਇਹ ਜਿਹੜੇ ਕਮਿਊਨਿਸਟ ਨੇ ਇਹ ਇਸ ਅੰਦੋਲਨ ਨੂੰ ਸਿਆਸਤ ਤੋਂ ਪ੍ਰੇਰਿਤ ਹੈ। 2024 ਤੱਕ ਲੋਕ ਸਭਾ ਦੇ ਚੁਣਾਵ ਤੱਕ ਲਿਜਾਣਾ ਚਾਹੁੰਦੇ ਨੇ। ਕਿਸਾਨ ਦੇ ਮੋਢੇ ਦਾ ਇਸਤੇਮਾਲ ਕਰਕੇ ਕਾਂਗਰਸ ਔਰ ਕਮਿਊਨਿਸਟ ਮੋਦੀ ਜੀ ਦਾ ਚਿਹਰਾ ਔਰ ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਨੇ, ਕਿਉਂਕਿ ਉਹ ਜਾਣਦੇ ਆ ਕਿ ਜਦੋਂ ਤੱਕ ਮੋਦੀ ਜੀ ਦਾ ਚਿਹਰਾ ਖਰਾਬ ਨਹੀਂ ਹੋਏਗਾ ਉਦੋਂ ਤੱਕ ਬੀਜੇਪੀ ਚੁਣਾਵ ਨਹੀਂ ਹਾਰੇਗੀ ਇਸ ਦੇਸ਼ 'ਚੋਂ।
ਇਸ ਲਈ ਉਹ ਇਸ ਕੰਮ 'ਚ ਲੱਗੇ ਹੋਏ ਆ। ਪਰ ਗਰੇਵਾਲ ਸਾਹਿਬ ਇੱਕ ਗੱਲ ਹੋਰ ਕਿ ਚਲੋ ਤੁਸੀਂ ਕਹਿਤਾ ਵੀ ਕਾਨੂੰਨ ਮਾੜੇ ਨੇ ਚੰਗੇ ਨੇ, ਜਾਂ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਪੋਸਟਪੋਨ ਬਿਲਕੁਲ ਕੀਤੇ ਹੋਏ ਨੇ। ਸੈਂਟਰ ਦੇ ਵਿੱਚ ਮਾਨਯੋਗ ਸਾਡੇ ਸੰਸਦ ਮੈਂਬਰ ਭਗਵੰਤ ਮਾਨ ਉਹ ਵੀ ਵਿਰੋਧ ਕਰ ਰਹੇ ਨੇ, ਬੀਬਾ ਹਰਸਿਮਰਤ ਕੌਰ ਬਾਦਲ ਉਹ ਵੀ ਵਿਰੋਧ ਕਰ ਰਹੇ ਨੇ, ਕਾਂਗਰਸ ਦੇ MP ਨੇ ਉਹ ਵੀ ਵਿਰੋਧ ਕਰ ਰਹੇ ਨੇ। ਆਖਰ ਫਿਰ ਇਹਨਾਂ MPs ਨੂੰ ਬਿਲਕੁਲ ਚਲੋ ਉਹ ਤਾਂ ਸੰਸਦ ਦੇ ਅੰਦਰ ਨੇ, ਇਹਨਾਂ ਨੂੰ ਤਾਂ ਸਮਝ ਆ ਜਾਣੀ ਚਾਹੀਦੀ ਸੀ ਕਿ ਕਾਨੂੰਨ ਬਹੁਤ ਵਧੀਆ ਨੇ, ਇਹ ਕਿਉਂ ਵਿਰੋਧ ਕਰ ਰਹੇ ਨੇ? ਇਹ ਬਾਹਰ ਆ ਕੇ ਬਿਲਕੁਲ ਪ੍ਰੈਸ ਤੇ ਮੀਡੀਆ ਦੇ ਕੋਲ ਵੀ ਆ ਕੇ ਇਹ ਗੱਲ ਕਹਿ ਰਹੇ ਨੇ ਜੀ ਕਾਨੂੰਨ ਬਹੁਤ ਮਾੜੇ ਨੇ। ਮੇਰੀ ਗੱਲ ਸੁਣੋ, ਇਹ ਕਾਨੂੰਨਾਂ ਨੂੰ ਇਹ ਜਦੋਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ, ਕਾਨੂੰਨ ਉਸ ਵੇਲੇ ਦੇ ਬਣਾਉਣੇ ਸ਼ੁਰੂ ਕੀਤੇ ਹੋਏ ਸੀ। ਹਾਂਜੀ, ਇਹਨਾਂ ਤੇ ਸਲਾਹ ਮਸ਼ਵਰੇ ਹੁੰਦੇ ਸੀ। 8 ਚੀਫ ਮਿਨਿਸਟਰਾਂ ਨੇ ਇਹਦੇ ਤੇ ਸਲਾਹ ਮਸ਼ਵਰਾ ਦਿੱਤਾ, ਜਿਹੜੇ ਇਹਨਾਂ ਦੇ ਸਟੇਟ ਪ੍ਰਭਾਵਿਤ ਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉੱਤੇ ਦਿੱਤਾ, ਸਹੀ ਪਾਈ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਹੀ ਪਾਈ, ਬੀਬਾ ਹਰਸਿਮਰਤ ਬਾਦਲ ਨੇ ਵੀ ਸਹੀ ਪਾਈ। ਪਰ ਇਹਦੇ ਵਿੱਚ ਤਾਂ ਆਰਡੀਨੈਂਸ ਆਏ ਜੀ ਸੌਰੀ ਗਰੇਵਾਲ ਜੀ, ਜਦੋਂ ਇਹ ਆਰਡੀਨੈਂਸ ਆਏ ਤਾਂ ਬੀਬਾ ਹਰਸਿਮਰਤ ਬਾਦਲ ਨੇ ਬਾਹਰ ਆ ਕੇ ਕਿਹਾ ਕਿ ਕਾਨੂੰਨ ਬਹੁਤ ਅੱਛੇ ਆ। 2 ਮਹੀਨੇ ਲਗਾਤਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਇਹਨਾਂ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਰਹੇ ਕਿਸਾਨਾਂ ਨੂੰ। 2 ਮਹੀਨੇ ਬਾਅਦ ਇਹਨਾਂ ਨੂੰ ਬ੍ਰਹਮ ਗਿਆਨ ਹੋਇਆ ਕਿ ਇਹ ਕਾਨੂੰਨ ਬਹੁਤ ਮਾੜੇ ਆ, ਤੇ ਉਸ ਵੇਲੇ ਇਹਨਾਂ ਨੇ ਮਾੜੇ ਕਹਿਣਾ ਸ਼ੁਰੂ ਕਰਤਾ, ਤੇ ਫਿਰ ਸਾਨੂੰ ਕਮਾਨ ਸੰਭਾਲਣੀ ਪਈ। ਨਹੀਂ ਤਾਂ BJP ਵਾਲਾ ਤਾਂ ਕੋਈ ਇਹਦੇ ਚ ਆ ਕੇ ਕਾਨੂੰਨਾਂ ਬਾਰੇ ਬੋਲਦਾ ਹੀ ਨਹੀਂ ਸੀ। ਤੇ ਉਸ ਤੋਂ ਬਾਅਦ ਸਾਨੂੰ ਬੋਲਣਾ ਪਿਆ, ਦੱਸਣਾ ਪਿਆ ਜਨਤਾ ਨੂੰ ਕਿ ਇਸ ਕਰਕੇ ਇਹ ਸਿਆਸਤ ਤੋਂ ਪ੍ਰੇਰਿਤ ਕੰਮ ਆ, ਤੇ ਇਹ ਨਹੀਂ ਤਾਂ ਇਹਨਾਂ ਨੂੰ ਕਿੱਥੋਂ ਗਿਆਨ ਹੋ ਗਿਆ। ਪਹਿਲਾਂ ਇਹ ਕਾਨੂੰਨ ਬਹੁਤ ਅੱਛੇ ਸੀ, ਉੱਤੇ ਸਹੀਆਂ ਪਾ ਰਹੇ ਸੀ, ਤੇ ਹੁਣ ਇਹ ਕਾਨੂੰਨ ਬਹੁਤ ਮਾੜੇ ਹੋ ਗਏ ਜੀ। ਪਰ ਗਰੇਵਾਲ ਸਾਹਿਬ ਇੱਕ ਗੱਲ ਬਿਲਕੁਲ ਇਹ ਤੁਹਾਡੀ ਗੱਲ ਦੇ ਵਿੱਚੋਂ ਗੱਲ ਨਿਕਲੀ, ਤੁਸੀਂ ਕਾਂਗਰਸ ਤੇ ਅਕਾਲੀ ਦਲ ਨੂੰ ਦੋਨਾਂ ਨੂੰ ਕਟਹਿਰੇ 'ਚ ਖੜੇ ਕਰੀ ਜਾਂਦੇ ਹੋ। ਇਹਦਾ ਮਤਲਬ ਕਿ ਕਾਂਗਰਸ ਤੇ ਅਕਾਲੀ ਦਲ ਦੋਨੇ ਵਿਰੋਧ ਕਰ ਰਹੇ ਨੇ। ਬਿਲਕੁਲ ਪਹਿਲਾਂ ਅਕਾਲੀ ਦਲ ਦਾ BJP ਦਾ ਗੱਠਜੋੜ ਸੀ, ਕਾਫੀ ਲੰਮਾ ਸਮਾਂ ਗੱਠਜੋੜ ਚੱਲਿਆ, ਤਕਰੀਬਨ 22-23 ਸਾਲ। ਹੁਣ ਗੱਠਜੋੜ ਟੁੱਟ ਚੁੱਕਿਆ, ਅਕਾਲੀ ਦਲ ਬਸਪਾ ਗੱਠਜੋੜ ਬਣ ਚੁੱਕਿਆ, BJP ਇਕੱਲੀ ਪੰਜਾਬ 'ਚ ਚੋਣਾਂ ਲੜੇਗੀ। ਇਹਦਾ ਮਤਲਬ ਹੈ ਕਿ ਤੁਸੀਂ ਕਾਂਗਰਸ ਤੇ ਅਕਾਲੀ ਦਲ ਨੂੰ ਦੋਨਾਂ ਤਰ੍ਹਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜੇ ਕਰੀ ਜਾਂਦੇ ਹੋ ਵੀ ਇਹ ਦੋਨੇ ਵਿਰੋਧ ਕਰ ਰਹੇ ਨੇ ਜੀ ਗਰੇਵਾਲ ਸਾਹਿਬ। ਇਸ ਤਰ੍ਹਾਂ ਦੀ ਕਾਂਗਰਸ ਨੇ 2017 ਚ ਪੰਜਾਬ ਵਿਧਾਨ ਸਭਾ ਚ ਪਾਸ ਕੀਤਾ, ਔਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਪਾਸ ਕੀਤਾ ਆਪਣੇ ਵਿਧਾਨ ਸਭਾ ਦੇ 23 ਚ, ਅੱਜ ਤੱਕ ਰਿਜੈਕਟ ਨਹੀਂ ਕੀਤਾ ਕਿਸੇ ਨੇ। ਔਰ ਉਹ ਪੰਜਾਬ ਦੇ ਹੀ ਕਾਨੂੰਨ ਲਾਗੂ ਨੇ, ਕੇਂਦਰ ਦੇ ਕਾਨੂੰਨ ਲਾਗੂ ਨਹੀਂ ਹੋਏ, ਉਹ ਮਾਨਯੋਗ ਸੁਪਰੀਮ ਕੋਰਟ ਨੇ ਹੋਲਡ ਤੇ ਪਾਏ ਹੋਏ ਆ। ਇਸ ਕਰਕੇ ਮੈਂ ਇਹ ਕਹਿਣਾ ਕਿ ਬਈ ਇਹ ਜਿਹੜਾ ਸਾਰਾ ਹੈ ਇਹ ਸਰਕਾਰ ਦੀ ਕਮੀ ਨਹੀਂ ਹੈ, BJP ਦੀ ਕਮੀ ਨਹੀਂ ਹੈ, ਅਕਾਲੀ ਦਲ ਔਰ ਕਾਂਗਰਸ ਜੇ ਕਮੀ ਹੈ ਤਾਂ ਉਹਨਾਂ ਦੀ ਵੀ ਹੈ, ਉਹ ਵੀ ਜ਼ਿੰਮੇਵਾਰੀ ਲੈਣ। ਠੀਕ ਹੈ। ਹਾਂਜੀ ਗਰੇਵਾਲ ਸਾਹਿਬ, ਜਿੱਦਾਂ ਕਿ ਤੁਸੀਂ ਗੱਲ ਕੀਤੀ ਸੀ ਕਿ ਪਾਰਟੀ ਦਾ ਵਿਰੋਧ ਹੋਣ ਦਾ ਜਾਂ ਕੁਝ ਲੋਕ ਕਰ ਰਹੇ ਸ਼ਰਾਰਤੀ ਅਨਸਰ ਜਿਹਨਾਂ ਨੂੰ ਤੁਸੀਂ ਕਿਹਾ ਸੀ, ਜਾਂ ਗਲਤ ਲੋਕ ਜਿਹੜੇ ਕਿ ਪਾਰਟੀ ਦੇ ਕਹਿ ਰਹੇ ਕਿ ਅਸਤੀਫਾ ਦਿਓ ਜੀ BJP ਨੂੰ ਤੁਸੀਂ, ਪਰ ਉਹ ਅਸਤੀਫਾ ਤਾਂ ਮਸਲੇ ਦਾ ਹੱਲ ਨਹੀਂ। ਜੇ ਤੁਸੀਂ ਅਸਤੀਫਾ ਦੇ ਦੋਗੇ ਕੋਈ ਹੋਰ ਪ੍ਰਧਾਨ ਬਣ ਜਾਊਗਾ, ਫਿਰ ਉਹਦਾ ਵਿਰੋਧ ਕਰਨਗੇ ਨਾ, ਕਿਉਂਕਿ ਪਾਰਟੀ ਦੀ ਲੀਡ ਤਾਂ ਕਿਸੇ ਨੂੰ ਪਾਰਟੀ ਨੇ ਸੰਭਾਲਣੀ ਹੈ, ਕਮਾਨ ਤਾਂ ਸੰਭਾਲਣੀ ਪਊਗੀ, ਪਰ ਇਹ ਤਾਂ ਮਸਲੇ ਦਾ ਹੱਲ ਨਹੀਂ ਨਾ। ਇਹੀ ਤਾਂ ਮੈਂ ਕਹਿ ਰਿਹਾ ਕਿ ਇਹ ਪੰਜਾਬ ਦਾ ਨੁਕਸਾਨ ਕਰਾਉਣਗੇ ਜਿਹੜੇ ਇਹ ਗੁੰਡਾਗਰੋਹ ਲੱਗੇ ਹੋਏ ਆ। ਇਹ ਕਿਸਾਨ ਨਹੀਂ, ਇਹਦੇ ਚ ਕਿਸਾਨ ਤਾਂ ਜਿਹੜਾ ਜਾਂ ਤਾਂ ਖੇਤਾਂ ਚ ਰਹਿੰਦਾ ਜਾਂ ਬਹੁਤ ਸ਼ਰੀਫ ਆਦਮੀ ਆ। ਕਿਸਾਨ ਗੁੰਡਾਗਰਦੀ ਕਦੇ ਨਹੀਂ ਕਰਦਾ। ਇਹ ਕੁਝ ਚੰਦ ਲੋਕ ਐਸੇ ਕੁਛ ਗਏ ਜਿਹੜੇ ਇਹ ਗੁੰਡਾਗਰਦੀ ਕਰਦੇ ਨੇ, ਨਹੀਂ ਤਾਂ MLA ਦੇ ਕੱਪੜੇ ਫਾੜਨੇ, ਉਹਨੂੰ ਅਰਸ਼ ਨੰਗਾ ਕਰ ਦੇਣਾ। ਤੁਸੀਂ ਦੇਖਿਆ ਹੀ ਉਹਨੂੰ ਮਾਮਲੇ ਚ ਕੀ ਕਹਿੰਦੇ ਆ, ਸੱਟਾਂ ਫੇਲਾਂ ਮਾਰ ਦੇਣੀਆਂ। ਹਾਂਜੀ, ਪਰ ਗਰੇਵਾਲ ਸਾਹਿਬ ਇਸ ਮੁੱਦੇ ਦੇ ਉੱਪਰ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਸਫਾਈ ਦਿੱਤੀ ਸੀ ਕਿ ਇਹ ਕਰਨਾ ਜੋ ਕੁਝ ਹੋਇਆ ਸੀ ਗਲਤ ਹੋਇਆ। ਹਾਂਜੀ, ਤੁਹਾਡੇ ਕੋਲ ਗਲਤ ਸੂਚਨਾ। ਜਗਜੀਤ ਸਿੰਘ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਦਾ ਇੱਕ ਅਹਿਮ ਲੀਡਰ ਹੈ, ਸਿੱਧੂਪੁਰ ਦਾ ਪ੍ਰਧਾਨ ਆ ਕਿਸਾਨ ਯੂਨੀਅਨ ਦਾ, ਔਰ ਉਹ ਜਾ ਕੇ ਧਰਨੇ ਤੇ ਬੈਠਾ ਕਿ ਜਿਹੜੇ ਸ਼ਰੀਫ ਲੋਕਾਂ ਤੇ ਮੁਕੱਦਮਾ ਬਣਾਤਾ, ਇਹ ਇਹਨਾਂ ਨੇ ਠੀਕ ਕੰਮ ਕੀਤਾ, ਇਹਨਾਂ ਨੂੰ ਛੱਡੋ, ਕੇਸ ਵਾਪਸ ਲਓ। ਇਹ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਸੰਯੁਕਤ ਕਿਸਾਨ ਮੋਰਚੇ ਨੇ? ਉਹਦੇ ਚ ਅੱਜ ਵੀ ਅਹਿਮ ਲੀਡਰ ਆ ਉਹ। ਇਸ ਕਰਕੇ ਇਹਨਾਂ ਦੀਆਂ ਗੱਲਾਂ ਨੂੰ ਏਦਾਂ ਨਾ ਲਓ, ਇਹ ਬੇਈਮਾਨ ਨੇ। ਬਾਹਰ ਆ ਕੇ ਕੁਝ ਹੋਰ ਕਹਿੰਦੇ ਆ, ਰਾਜੇਵਾਲ ਹੋਣੀ ਅੰਦਰ ਜਾ ਕੇ ਲੋਕਾਂ ਨੂੰ ਕੁਝ ਹੋਰ ਸਮਝਾਉਂਦੇ ਆ। ਇਸ ਕਰਕੇ ਇਹਨਾਂ ਤੋਂ ਬਚੋ। ਓਕੇ ਗਰੇਵਾਲ ਸਾਹਿਬ, ਜਿਹੜਾ ਕਾਨੂੰਨ ਦਾ ਕੰਮ ਆ ਗਿਆ, ਖੇਤੀ ਕਾਨੂੰਨਾਂ ਦੀ ਗੱਲਬਾਤ ਆ ਗਈ ਨਾ, ਚਲੋ ਇਹ ਮਸਲਾ ਅੱਜ ਕੱਲ੍ਹ ਉਹਦਾ ਜ਼ਿਆਦਾ ਛਾਇਆ ਹੋਇਆ ਨਾ, ਪਰ ਉਹਦੇ ਵਿੱਚ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਸਰਕਾਰ ਦਾ ਜ਼ਿਆਦਾ ਫਰਜ਼ ਬਣ ਜਾਂਦਾ ਕਿ ਉਹ ਕਾਨੂੰਨਾਂ ਦੇ ਫਾਇਦੇ ਲੋਕਾਂ ਨੂੰ ਦੱਸੇ, ਆਮ ਲੋਕਾਂ ਨੂੰ ਦੱਸੇ, ਨਾ ਕਿ BJP, ਨਾ ਕਿ ਐਜ਼ ਏ ਪਾਰਟੀ BJP ਦੱਸੇ ਨਾ। ਸਰਕਾਰ ਦੇ ਉਹਦੇ ਏਡੇ ਏਡੇ ਅਫਸਰ ਤਨਖਾਹਾਂ ਲੈਂਦੇ ਆ, ਸਰਕਾਰ ਦੇ ਕੋਲ ਕਿੰਨੇ ਥਿੰਕ ਬੈਠੇ ਆ ਜਿਹੜੇ ਪਾਰਟੀ ਦੇ ਸਪੋਕਸ ਪਰਸਨ ਹੁੰਦੇ ਆ,
ਉਹ ਵੀ ਦੱਸਦੇ ਹੁੰਦੇ ਆ। ਹਾਂਜੀ। ਇਹ ਸਰਕਾਰ ਅੱਗੇ ਕੋਲ ਇੰਨਾ ਅਮਲਾ ਫੈਲਾ ਨਹੀਂ ਹੁੰਦਾ ਕਿ ਲੋਕਾਂ 'ਚ ਜਾ ਕੇ ਦੱਸਣ, ਤੇ ਨਾ ਇੰਨੇ ਸਾਧਨ ਹੁੰਦੇ ਆ, ਤੇ ਨਾ ਹੀ ਲੋਕਾਂ ਦਾ ਪੈਸਾ ਇਸ ਤਰ੍ਹਾਂ ਖਰਚ ਕਰ ਸਕਦੇ ਆ। ਜੀ। ਤੇ ਉਹ ਪਾਰਟੀ ਦੱਸ ਰਹੀ ਆ, ਉਹਦੇ ਸਾਡੀ ਵੀ ਜ਼ਿੰਮੇਵਾਰੀ ਲੱਗੀ ਹੋਈ ਹੈ, ਅਸੀਂ ਸਭ ਲੋਕਾਂ ਨੂੰ ਦੱਸਦੇ ਆ ਜੀ, ਤੇ ਬਰਾਬਰ ਲੋਕ ਸੁਣਦੇ ਵੀ ਆ। ਪਰ ਇਹ ਫਰੀडम ਆਫ ਸਪੀਚ ਜਿਹੜਾ ਸੰਵਿਧਾਨ ਨੇ ਦਿੱਤਾ, ਕਨਸਟੀਟਿਊਸ਼ਨ ਨੇ, ਉਹ ਇਹਨਾਂ ਕਮਿਊਨਿਸਟਾਂ ਨੂੰ ਦਿੱਤਾ, ਸਾਨੂੰ ਨਹੀਂ ਦਿੱਤਾ ਹੋਇਆ। ਤੇ ਉਹ ਕਹਿੰਦੇ ਕਿ ਤੁਸੀਂ ਨਹੀਂ ਬੋਲ ਸਕਦੇ, ਜੇ ਬੋਲਦੇ ਹੋ ਤਾਂ ਉਹ ਕਹਿੰਦੇ ਕਿਸਾਨ ਦੇ ਲਈ ਗਾਲੀ ਆ, ਜੇ ਕਾਨੂੰਨ ਚੰਗੇ ਕਹਤੇ ਤਾਂ। ਇਹ ਗੱਲਾਂ ਇਹ ਕਰਦੇ ਆ। ਪਰ ਗਰੇਵਾਲ ਸਾਹਿਬ ਇੱਕ ਗੱਲ ਜ਼ਰੂਰ, ਕਿਸਾਨਾਂ ਦੀ ਅਕਸਰ ਤਕਰੀਬਨ ਕੋਈ 11 ਵਾਰ ਮੀਟਿੰਗ ਹੋਈ ਨਰਿੰਦਰ ਤੋਮਰ ਜੀ ਨਾਲ, ਖੇਤੀਬਾੜੀ ਮੰਤਰੀ, ਹੱਲ ਕੋਈ ਨਹੀਂ ਨਿਕਲਿਆ ਅਜੇ ਤੱਕ। ਆਉਣ ਵਾਲੇ ਸਮੇਂ ਤੱਕ ਵੇਖੋ ਹੱਲ ਨਿਕਲੇਗਾ ਕਿ ਨਹੀਂ ਨਿਕਲੇਗਾ, ਜਾਂ ਕਿਸਾਨ ਉੱਥੇ ਹੀ ਡਟੇ ਰਹਿਣਗੇ। 500 ਤੋਂ ਉੱਤੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਿਹੜੇ ਕਿ ਬਿਲਕੁਲ ਇਨੋਸੈਂਟ ਕਿਸਾਨ ਜਿਹੜੇ ਕਿ ਮਾਰੇ ਗਏ। ਜੀ ਗਰੇਵਾਲ ਸਾਹਿਬ, ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਜਿਨ੍ਹਾਂ ਦਾ ਘਰ ਦੇ ਪਰਿਵਾਰ ਦੇ ਵਿੱਚੋਂ ਉੱਠ ਕੇ ਚਲੇ ਗਏ? ਜੀ, ਉਹਨਾਂ ਦੇ ਕਿਸਾਨ ਲੀਡਰ ਜ਼ਿੰਮੇਦਾਰ ਨੇ। ਜਦੋਂ ਇਹਨਾਂ ਦੀਆਂ ਸਾਰੀਆਂ ਤਰਕਸੰਗਤ ਗੱਲਾਂ ਸਰਕਾਰ ਮੰਨਣ ਨੂੰ ਤਿਆਰ ਹੈ। ਇਹ ਜਿੱਤ ਤੇ ਅੜੇ ਆ, ਕਾਨੂੰਨ ਰੱਦ ਕਰਨਾ ਕਹੋ, ਕਾਨੂੰਨ ਰੱਦ ਕਰਨਾ ਕਹੋ, ਇਹ ਕਿਸੇ ਨੇ ਨਹੀਂ ਕਹਿਣਾ। ਔਰ ਜੇ ਇਸ ਗੱਲ ਤੇ ਆਏ ਹੋਏ ਆ ਤੇ ਇਹ ਜਾਣਬੁੱਝ ਕੇ ਕਿਸਾਨ ਦਾ, ਪੰਜਾਬ ਦਾ ਔਰ ਦੇਸ਼ ਦਾ, ਸਮਾਜ ਦਾ ਨੁਕਸਾਨ ਕਰ ਰਹੇ ਆ। ਇਹ ਕਿਸਾਨ ਲੀਡਰਾਂ ਨਾਲ ਤੁਸੀਂ ਗੱਲ ਕਰੋ, ਉਹਨਾਂ ਨੂੰ ਪੁੱਛੋ, ਉਹ ਕਿਸੇ ਗੱਲ ਤੇ ਨਹੀਂ ਆਉਂਦੇ ਹੈਗੇ, ਨਾ ਉਹਨਾਂ ਨੂੰ ਕੋਈ ਸਮਝਾ ਸਕਦਾ, ਨਾ ਉਹਨਾਂ ਦਾ ਕੋਈ ਤਰਕ ਵਾਲੀ ਗੱਲ ਆ। ਇਸ ਕਰਕੇ ਉਹ ਤਾਂ ਹਿੰਸਾ ਤੇ ਉਤਾਰੂ ਹੋਏ ਆ। ਇਹ ਹਿੰਸਾ ਉਹਨਾਂ ਨੂੰ ਲੈ ਬੈਠੇਗੀ, ਪੰਜਾਬ ਦਾ ਨੁਕਸਾਨ ਕਰੇਗੀ, ਦੁਬਾਰਾ ਪੰਜਾਬ ਦੀ ਜਵਾਨੀ ਦਾ ਨੁਕਸਾਨ ਕਰਾਉਣਗੇ। ਔਰ ਜਿਹੜੇ 3 ਲੱਖ ਲੋਕ ਪਿਛਲੇ 4-5 ਸਾਲਾਂ 'ਚ ਵਿਦੇਸ਼ ਚਲੇ ਗਏ, ਉਹ ਸਾਡਾ ਯੂਥ ਬਚ ਗਿਆ। ਤੇ ਜਿਹੜੇ ਇੱਥੇ ਰਹਿ ਜਾਣਗੇ, ਇੱਥੇ ਨਾ ਪਾਣੀ ਬਚਣਾ, ਨਾ ਵਾਤਾਵਰਨ ਬਚਣਾ, ਤੇ ਨਾ ਹੀ ਪੰਜਾਬ ਦੀ ਆਰਥਿਕਤਾ ਬਚਣੀ ਆ, ਤੇ ਨਾ ਹੀ ਪੰਜਾਬ 'ਚ ਇੰਡਸਟਰੀ ਤੇ ਹੋਰ ਇਨਵੈਸਟਮੈਂਟ ਆ ਰਹੀਆਂ ਨੇ, ਤੇ ਰੁਜ਼ਗਾਰ ਵੀ ਨਹੀਂ ਰਹਿਣੇ, ਬੇਰੁਜ਼ਗਾਰੀ ਵੀ ਲੋਕਾਂ ਨੂੰ ਨੁਕਸਾਨ ਕਰੂਗੀ। ਇਸ ਕਰਕੇ ਇਹ ਕਿਸਾਨ ਅੰਦੋਲਨ ਔਰ ਇਹ ਜਿਹੜੇ ਕਿਸਾਨ ਲੱਗੇ ਹੋਏ ਆ, ਇਹ ਬਹੁਤ ਬੜਾ ਨੁਕਸਾਨ ਪੰਜਾਬ ਦਾ ਕਰਨਗੇ। ਠੀਕ ਹੈ ਗਰੇਵਾਲ ਸਾਹਿਬ, ਕਿਸਾਨੀ ਮੁੱਦੇ ਦੇ ਉੱਤੇ ਆਖਰੀ ਕੁਐਸਚਨ ਹੈ ਜੀ, ਉਸ ਤੋਂ ਬਾਅਦ ਫਿਰ ਆਪਾਂ ਬਾਕੀ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਵੇਂ ਕਿ ਤੁਸੀਂ ਕਿਹਾ ਕਿ ਸਰਕਾਰ ਨੇ ਸਾਰੀ ਗੱਲਬਾਤ ਸੁਣੀ, ਮੀਟਿੰਗਾਂ ਹੋਈਆਂ, ਤੇ ਪਰ ਕਿਸਾਨ ਇੱਥੇ ਅੜੇ ਹੋਏ ਕਿ ਕਾਨੂੰਨ ਰੱਦ ਕੀਤੇ ਜਾਣ। ਪਰ ਜਿਸ ਤਰੀਕੇ ਨਾਲ ਕਾਨੂੰਨ ਲਿਆਂਦੇ ਵੀ ਗਏ ਸੀ, ਵਿਰੋਧੀ ਧਿਰਾਂ ਨੇ ਹੰਗਾਮਾ ਕੀਤਾ, ਕਰੋਨਾ ਕਾਲ ਵੀ ਚੱਲ ਰਿਹਾ ਸੀ, ਤੇ ਕਾਨੂੰਨ ਲਾਗੂ ਕਰ ਦਿੱਤੇ ਗਏ। ਪਰ ਜੇਕਰ ਹੁਣ ਸਰਕਾਰ ਸਾਰੀਆਂ ਮੰਗਾਂ ਜਿਹੜੀਆਂ ਕਿਸਾਨ ਚਾਹੁੰਦੇ ਆ, ਜੇ ਉਹ ਚੀਜ਼ਾਂ ਮੰਨਣ ਨੂੰ ਤਿਆਰ ਵੀ ਆ, ਫਿਰ ਕਿਉਂ ਨਹੀਂ ਸਰਕਾਰ ਵੀ ਦੋਨੋਂ ਪਾਸੇ ਆਪਣੇ ਹੱਥ ਤੋਂ ਪਿੱਛੇ ਹਟਣ, ਕਾਨੂੰਨ ਰੱਦ ਕਰਕੇ ਤੇ ਦੁਬਾਰਾ ਨਵੇਂ ਸਿਰੇ, ਜਿਵੇਂ ਤੁਸੀਂ ਕਿਹਾ ਕਿ ਸਰਕਾਰ ਨੇ ਕਿਹਾ ਕਿ 5 ਮੈਂਬਰੀ ਕਮੇਟੀ ਬਣਾ ਦਿਓ, ਸਰਕਾਰ ਵੱਲੋਂ ਵੀ 5 ਮਿਨਿਸਟਰ ਜਾਂ ਅਫਸਰਾਂ ਦੀ ਡਿਊਟੀ ਲਗਾ ਦਿੱਤੀ ਜਾਵੇ, ਤਾਂ 10 ਬੰਦੇ ਇਕੱਠੇ ਬੈਠ ਕੇ ਨਵੇਂ ਸਿਰੇ ਕਾਨੂੰਨ ਬਣਾ ਲੈਣ, ਤੇ ਉਹਦੇ ਵਿੱਚ ਵੀ ਕੀ ਹਰਜ ਹੋ ਸਕਦਾ ਜੀ? ਇਸ ਤਰ੍ਹਾਂ ਜੀ ਇਹ ਜਿਹੜੀ ਆਪੋਜੀਸ਼ਨ ਆ, ਇਹ ਬਹੁਤ ਬੇਈਮਾਨ ਆ ਜੀ। ਆ ਤੁਹਾਡਾ ਭਗਵੰਤ ਮਾਨ ਜੀ ਦਾ ਨਾਮ ਲੈ ਰਹੇ ਹੋ ਜੀ। ਇਹ ਜਿਹੜੇ ਕਾਂਗਰਸ ਦੇ ਐਮਪੀ ਨੇ, ਇਹ ਉਦੋਂ ਸਾਰੇ ਵਾਕਆਊਟ ਕਰ ਗਏ। ਇਹਨਾਂ ਨੇ ਕਾਨੂੰਨ ਪਾਸ ਕਰਨ ਦਿੱਤੇ, ਕੋਈ ਵਿਰੋਧ ਨਹੀਂ ਕੀਤਾ। ਇਹ ਵਿਰੋਧ 'ਚ ਇਹ ਕਹਿ ਕੇ ਵਾਕਆਊਟ ਕਰ ਗਏ ਕਿ ਅਸੀਂ ਨਹੀਂ ਇੱਥੇ ਬੈਠਣਾ। ਇਹ ਹੋਇਆ, ਤੇ ਇਸ ਕਰਕੇ ਇਹਨਾਂ ਤੋਂ ਬਚੋ। ਇਹ ਗਲਤ ਗੱਲਾਂ ਲੋਕਾਂ ਨੂੰ ਦੱਸਦੇ ਨੇ, ਆਪਣੀਆਂ ਕਮੀਆਂ ਤੇ ਆਪਣੀਆਂ ਗਲਤੀਆਂ ਲੋਕਾਂ ਨੂੰ ਨਹੀਂ ਦੱਸਦੇ। ਇਸ ਕਰਕੇ ਇਹ ਜਿਹੜੇ ਕਾਨੂੰਨ ਪਾਸ ਹੋਏ ਨੇ, ਕਾਨੂੰਨ ਮੈਂ ਅੱਜ ਵੀ ਕਹਿਣਾ ਵੀ ਬਹੁਤ ਬਿਹਤਰ ਨੇ ਕਿਸਾਨ ਦੇ ਲਈ। ਔਰ ਜਿਹੜੀਆਂ ਤਰਕਸੰਗਤ ਸੋਧਾਂ ਕਰਾਉਣੀਆਂ ਨੇ, ਉਹ ਸਰਕਾਰ ਕਰਨ ਨੂੰ ਤਿਆਰ ਹੈ। ਅਮੈਂਡਮੈਂਟਸ ਜਾਂ ਉਹਦੇ ਜਿਹੜੀਆਂ ਚੀਜ਼ਾਂ ਜੋੜਨੀਆਂ ਨੇ, ਜੋ ਕੱਟਣ ਵਾਲਾ ਕੁਝ ਨਹੀਂ, ਉਹਦੇ ਸਭ ਜੋੜਨ ਵਾਲਾ ਹੀ ਆ। ਇਹ ਜਿਹੜਾ ਕਹਿੰਦੇ ਆ ਨਾ ਸਰਕਾਰ ਕੱਟਣ ਨੂੰ ਤਿਆਰ ਸੀ, ਕੱਟਣ ਨੂੰ ਕੁਝ ਵੀ ਨਹੀਂ ਹੈ। ਔਰ ਇਹ ਵੀ ਨਹੀਂ ਕਹਿੰਦੇ ਕਿ ਕੱਟ ਦਿਓ, ਉਹ ਜੋੜਨ ਵਾਲੀ ਗੱਲ ਆ, ਹੋਰ ਕੁਝ ਨਹੀਂ ਹੈ। ਬਾਕੀ ਕਾਨੂੰਨ ਜਿਹੜੇ ਆ ਦੇਸ਼ ਦੀ ਵਿਵਸਥਾ ਚਲਾਉਣ ਲਈ ਜ਼ਰੂਰੀ ਹੁੰਦੇ ਆ। ਉਹ ਜੇ ਕਹਿਣਗੇ ਕਿ ਹਰ ਕਾਨੂੰਨ ਹਰ ਬੰਦੇ ਕੋਲੋਂ ਪੁੱਛ ਕੇ ਬਣਾਇਆ ਜਾਊਗਾ, ਉਹ ਨਹੀਂ ਹੁੰਦਾ। ਦੇਸ਼ ਦੇ ਵਿੱਚ 24 ਕਰੋੜ ਲੋਕ ਖੇਤੀ ਤੇ ਆਧਾਰਿਤ ਨੇ। ਸਿਰਫ ਇਹ ਦੋ ਸਟੇਟਾਂ ਦੇ ਅੰਦਰ, 4 ਜ਼ਿਲ੍ਹੇ ਪੰਜਾਬ ਦੇ, 2 ਜ਼ਿਲ੍ਹੇ ਹਰਿਆਣੇ ਦੇ ਔਰ 1 ਜ਼ਿਲ੍ਹਾ ਵੈਸਟਰਨ ਯੂਪੀ ਦਾ, ਇਹੀ ਇੱਥੇ ਹੀ ਖਿਲਾਫਤ ਹੋ ਰਹੀ ਆ। ਬਾਕੀ ਪੂਰੇ ਦੇਸ਼ ਦੇ ਅੰਦਰ ਲੋਕ ਨਾਲ। ਠੀਕ ਹੈ ਜੀ, ਉਹਨਾਂ ਦੇ ਹੱਕ 'ਚ ਬਿਲਕੁਲ ਜੀ। ਤੇ ਹੁਣ ਆਪਾਂ ਹੋਰ ਮਸਲੇ ਕਰਦੇ ਜੀ। ਪੰਜਾਬ ਦੀ ਸਿਆਸਤ, ਪੰਜਾਬ ਦੇ ਵਿੱਚ ਕੀ ਹੋ ਰਿਹਾ, ਕੀ ਵਾਪਰ ਰਿਹਾ? ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, ਬੇਸ਼ੱਕ ਬੀਜੇਪੀ ਦਾ ਉੱਥੇ ਬਹੁਤਾ ਜ਼ਿਆਦਾ ਵੀ ਨਹੀਂ, ਬੀਜੇਪੀ ਦੇ 2-3 MLA ਸਾਹਿਬ ਨੇ, ਕਿਉਂਕਿ ਬੀਜੇਪੀ ਦਾ ਗੱਠਜੋੜ ਸੀ ਅਕਾਲੀ ਦਲ ਨਾਲ ਗੱਠਜੋੜ ਟੁੱਟ ਚੁੱਕਿਆ। ਇਸ ਵਕਤ 2022 ਦੇ ਵਿੱਚ ਬੀਜੇਪੀ ਇਕੱਲੀ ਚੋਣਾਂ ਲੜੇਗੀ, ਪੂਰੀਆਂ 117 ਦੇ 17 ਸੀਟਾਂ 'ਤੇ। ਬੀਜੇਪੀ 117 ਸੀਟਾਂ 'ਤੇ ਇਲੈਕਸ਼ਨ ਲੜੇਗੀ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਉਸ ਅੰਦੋਲਨ ਦਾ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਵਿੱਚ ਇਸ ਵਿਧਾਨ ਸਭਾ ਦੀ ਸੀਟਾਂ 'ਤੇ ਜਿਹੜੇ ਕਿ ਬੀਜੇਪੀ ਦੇ ਲੀਡਰ ਚੋਣਾਂ ਲੜਨਗੇ, ਕੋਈ ਪ੍ਰਭਾਵ ਉਹਨਾਂ 'ਤੇ ਪਵੇਗਾ ਜਾਂ ਨਹੀਂ ਪਵੇਗਾ, ਜਾਂ ਉਸ ਸਮੇਂ ਕੀ ਬੀਜੇਪੀ 117 ਦੇ 17 ਸੀਟਾਂ 'ਤੇ ਚੋਣ ਜਿੱਤ ਜਾਵੇਗੀ? ਜੀ ਗਰੇਵਾਲ ਸਾਹਿਬ। ਨਹੀਂ,
ਦੇਖੋ ਇਹ ਤਾਂ ਕੋਈ ਜੋਤਸ਼ੀ ਦੱਸ ਸਕਦਾ ਕਿ 117 ਸੀਟਾਂ ਜਿੱਤੇ ਗਈਆਂ ਨਹੀਂ, ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਖੁਦ ਹੀ ਜੋਤਸ਼ੀ ਨੇ ਜੀ ਔਰ ਇਹ ਕੈਪਟਨ ਅਮਰਿੰਦਰ ਸਿੰਘ ਵੀ ਜੋਤਸ਼ੀਆਂ ਕੋਲ ਬਹੁਤ ਜਾਂਦੇ ਆ। ਜੀ ਮੈਂ ਤਾਂ ਕਿਸੇ ਕੋਲ ਜਾਂਦਾ ਨਹੀਂ, ਜੇ ਤੁਹਾਨੂੰ ਕੋਈ ਜਾਣਦਾ ਹੋਵੇ ਤਾਂ ਮੈਨੂੰ ਵੀ ਦੱਸ ਦਿਓ। ਤੇ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਜਾ ਸਕਦਾ, ਅਸੀਂ ਤਾਂ ਪੂਰੇ ਜ਼ੋਰ ਨਾਲ ਲੜਾਂਗੇ ਔਰ ਇੱਕ ਵੱਡੀ ਧਿਰ ਰਾਜਨੀਤਿਕ ਧਿਰ ਬਣ ਕੇ ਪੰਜਾਬ 'ਚ ਬੀਜੇਪੀ ਉੱਭਰੇਗੀ। ਮੈਂ ਤਾਂ ਇਹ ਦੱਸ ਸਕਦਾ, ਬਾਕੀ ਰਿਜ਼ਲਟ ਕੀ ਹੋਏਗਾ। ਔਰ ਦੂਜਾ, ਮੈਂ ਕਿਸਾਨ ਲੀਡਰਾਂ ਦਾ ਭਵਿੱਖ ਦੱਸ ਦਿੰਦਾ। ਇਹ ਪਹਿਲਾਂ ਵੀ ਚੋਣਾਂ ਲੜੇ ਨੇ, ਚਰੂਨੀ ਦੀ ਵੀ ਜ਼ਮਾਨਤ ਜ਼ਬਤ ਹੋਈ ਸੀ, 1100-1200 ਵੋਟ ਪਈ ਸੀ। ਜਦੋਂ ਪਾਰਲੀਮੈਂਟ ਲੜਿਆ ਤਾਂ 2100 ਪਈ। ਤੇ ਇਸੇ ਤਰ੍ਹਾਂ ਟਕੈਤ ਦੀ ਵੀ ਜ਼ਮਾਨਤ ਜ਼ਬਤ ਹੋਈ ਸੀ। ਇਸੇ ਤਰ੍ਹਾਂ ਹੀ ਜਿਹੜੇ ਰਾਜੇਵਾਲ ਇਹਨੇ ਬਥੇਰੇ ਧੱਕੇ ਖਾਦੇ ਆ, ਇਹਨੂੰ ਵੀ ਕੋਈ ਵੋਟਾਂ ਨਹੀਂ ਪਈਆਂ। ਤੇ ਪਹਿਲਾਂ ਵੀ ਹੁਣ ਕਿਸਾਨਾਂ ਨੂੰ ਮੈਂ ਕਹਿਣਾ ਕਿ ਜਿਹੜੇ ਲੀਡਰ ਨੇ ਇਹ ਚੋਣਾਂ ਲੜ ਕੇ ਦੇਖ ਲੈਣ, ਜੇ ਜ਼ਮਾਨਤਾਂ ਜ਼ਬਤ ਨਾ ਹੋਣ ਤਾਂ ਪੁੱਛ ਲੈਣਾ। ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ, ਮੈਂ ਅੱਜ ਦੱਸ ਰਿਹਾ। ਪਰ ਗਰੇਵਾਲ ਸਾਹਿਬ, ਜਿਵੇਂ ਕਿ ਪੰਜਾਬ ਦੇ ਮਸਲੇ, ਬਿਜਲੀ ਦਾ ਮਸਲਾ ਹੋ ਗਿਆ, ਸਕੂਲਾਂ ਦੇ ਸਿੱਖਿਆ ਦਾ ਮਸਲਾ ਹੋ ਗਿਆ, ਜਾਂ ਫਿਰ ਪਿੱਛੇ ਜੇ ਚੱਲਿਆ ਸੀ ਵਜ਼ੀਫੇ ਵਾਲਾ ਮਸਲਾ ਵੀ ਚੱਲਿਆ ਸੀ, ਪਰ ਬੀਜੇਪੀ ਖੁੱਲ੍ਹ ਕੇ ਵਿਰੋਧ ਨਹੀਂ ਕਰ ਰਹੀ ਕਾਂਗਰਸ ਸਰਕਾਰ ਦਾ, ਉਹਦਾ ਕੀ ਕਰ ਰਹੇ ਜੀ? ਨਹੀਂ, ਕਿਉਂ ਨਹੀਂ ਕਰ ਰਹੀ? CBI ਨੂੰ ਜਾਂਚ ਦਿੱਤੀ ਔਰ ਉਹ ਵਜ਼ੀਫੇ ਵਾਲੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸੋ ਜੇਲ੍ਹ ਜਾਊਗਾ ਇਹਨਾਂ ਦਾ ਮਿਨਿਸਟਰ, ਤੇ ਬਾਕੀ ਇਹਨਾਂ ਦੇ ਅਫਸਰ ਵੀ ਜਾਣਗੇ। ਇਹਨਾਂ ਨੇ ਗਲਤੀਆਂ ਕੀਤੀਆਂ ਨੇ, ਜਿਨ੍ਹਾਂ ਨੇ ਦਲਿਤਾਂ ਦਾ ਹੱਕ ਖਾਧਾ ਤੇ ਉਸ ਦੇ ਵਿੱਚ ਨਹੀਂ ਵਿਰੋਧ ਕੀਤਾ। ਤੇ ਅਸੀਂ ਤਾਂ ਹਰ ਜਗ੍ਹਾ ਤੇ ਵਿਰੋਧ ਕਰਦੇ ਹਾਂ ਇਹਨਾਂ ਦਾ ਔਰ ਇਹਨਾਂ ਦੇ ਗਲਤ ਕੰਮਾਂ ਦਾ। ਅਸੀਂ ਤਾਂ ਇਹ ਵੀ ਕਹਿੰਦੇ ਹਾਂ ਕਿ ਅਕਾਲੀ ਦਲ ਨੇ ਕੀ ਸਰਕਾਰ ਸੀ, ਉਹਨਾਂ ਨੇ ਵੀ ਗਲਤ ਕੰਮ ਕੀਤੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ। ਗੁਰੂ ਦੀਆਂ ਬੇਅਦਬੀਆਂ ਦਾ ਜੇ ਇਨਸਾਫ ਇਹਨਾਂ ਨੇ ਨਾ ਦਿੱਤਾ ਤਾਂ ਬੀਜੇਪੀ ਨੇ ਜਿਸ ਤਰ੍ਹਾਂ ਪਹਿਲਾਂ ਕਰਕੇ ਦਿਖਾਇਆ, ਕੇਂਦਰ ਦੀ ਸਰਕਾਰ ਆਉਂਦੇ ਹੀ ਸੱਜਣ ਕੁਮਾਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਚਲੇ ਗਿਆ ਔਰ ਇਸੇ ਤਰ੍ਹਾਂ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਤੇ ਹੋਰ ਵੀ ਸਿੱਖਾਂ ਨੂੰ ਕਾਲੀ ਸੂਚੀ ਚੋਂ ਕੱਢਿਆ। ਇਸੇ ਤਰ੍ਹਾਂ ਹੀ ਬਰਗਾੜੀ ਦਾ ਵੀ ਇਨਸਾਫ ਦੇਵਾਂਗੇ। ਅਸਲੀ ਦੋਸ਼ੀਆਂ ਨੂੰ 1 ਮਹੀਨੇ ਦੇ ਅੰਦਰ ਜੇਲ੍ਹ 'ਚ ਹੋਣਗੇ ਦੇਖਣਾ। ਗਰੇਵਾਲ ਸਾਹਿਬ, ਇਸ ਕਰਕੇ ਇਹ ਬੀਜੇਪੀ ਕਰ ਸਕਦੀ ਹੈ, ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਗਰੇਵਾਲ ਸਾਹਿਬ, ਬਿਲਕੁਲ ਤੁਸੀਂ ਆਪਣੀ ਜ਼ਬਾਨੀ ਕਹਿ ਦਿੱਤਾ ਕਿ ਬਰਗਾੜੀ ਮੋਰਚੇ ਦਾ ਇਨਸਾਫ, ਪਰ ਬਰਗਾੜੀ ਮੋਰਚਾ ਜਦੋਂ ਉਹ ਘਟਨਾ ਵਾਪਰਦੀ ਹੈ, ਉਸ ਮੌਕੇ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਸੀ 2015 ਦੇ ਵਿੱਚ। ਆਖਿਰ ਬੀਜੇਪੀ ਦਾ ਗੱਠਜੋੜ ਟੁੱਟਿਆ ਪਿਛਲੇ ਸਾਲ ਟੁੱਟਿਆ, ਬਿਲਕੁਲ 2020 ਦੇ ਵਿੱਚ ਟੁੱਟਿਆ ਜੀ। ਬਿਲਕੁਲ ਜੀ। ਉਸ ਵੇਲੇ ਅਸੀਂ ਕਿਉਂ ਨਹੀਂ, ਉਸ ਮੌਕੇ ਤੁਸੀਂ ਖੁੱਲ ਕੇ ਕਿਉਂ ਨਹੀਂ ਵਿਰੋਧ ਕੀਤਾ, ਕਿਉਂ ਨਹੀਂ ਬੋਲੇ ਗਰੇਵਾਲ ਸਾਹਿਬ? ਦੱਸਦਾ ਸੁਣ ਲਓ ਜੀ। ਉਸ ਵੇਲੇ ਅਸੀਂ ਇਸ ਕਰਕੇ ਨਹੀਂ ਬੋਲੇ ਕਿ ਅਸੀਂ ਗਠਬੰਧਨ ਧਰਮ ਦਾ ਪਾਲਣ ਕਰ ਰਹੇ ਸੀ ਜੀ। ਸਾਡੀ ਸਰਕਾਰ ਦੇ ਅੰਦਰ ਕੋਈ ਗੱਲਬਾਤ ਨਹੀਂ ਸੀ। ਜਿਸ ਤਰ੍ਹਾਂ ਹੁਣ ਇਹ ਸਾਫ਼ ਹੋ ਗਏ ਗਠਬੰਧਨ ਦਾ ਧਰਮ ਦਾ ਵਿਰੋਧ ਕਰਦੇ ਹੋਏ ਔਰ ਆ ਕੇ ਕਹਿੰਦੇ ਸਾਡਾ ਕੋਈ ਮਤਲਬ ਨਹੀਂ, ਸਾਈਨ ਵੀ ਅੰਦਰ ਕਰਿਆ ਹੈ, ਬੀਬਾ ਹਰਸਿਮਰਤ ਕਰਿਆ ਹੈ ਕੈਬਨਿਟ, ਉਸ ਕੈਬਨਿਟ ਵਿੱਚ ਸਾਈਨ ਹੋਇਆ ਬੀਬਾ ਹਰਸਿਮਰਤ ਦੇ। ਤੁਸੀਂ RTI ਤੋਂ ਸੂਚਨਾ ਲੈ ਲਓ ਜੇ ਮਿਲਦੀ ਆ। ਤੇ ਇਹਨਾਂ ਕਾਨੂੰਨਾਂ ਤੇ ਜਿਹੜੇ ਆਰਡੀਨੈਂਸ ਆਏ ਨੇ ਇਹਨਾਂ ਤੇ ਸਾਈਨ ਹੋਏ ਨੇ ਬੀਬਾ ਦੇ ਔਰ ਇਹਨਾਂ ਨੇ ਸਿਫਤਾਂ ਕੀਤੀਆਂ ਨੇ TV 'ਚ ਆ ਕੇ, ਉਹ ਵੀ ਤੁਹਾਨੂੰ ਪਤਾ ਉਹ ਬਾਈਟਸ ਜੇ ਤੁਹਾਡੇ ਕੋਲ ਹੈਗੀਆਂ, ਠੀਕ ਆ, ਨਹੀਂ ਤਾਂ ਮੈਂ ਇਹਨਾਂ ਦੀਆਂ ਭਜਵਾ ਲਊਗਾ। ਔਰ ਦੂਸਰੀ ਗੱਲ ਜਿਹੜੀ ਆ, ਸਾਡਾ ਅਕਾਲੀ ਦਲ ਨਾਲ ਇੰਨੀ ਸਾਂਝ ਸੀ ਕਿ ਜਿਸ ਤਰ੍ਹਾਂ ਕਸਾਈ ਹੁੰਦਾ ਉਹਨੇ ਬੱਕਰਾ ਕੱਟਣਾ ਹੁੰਦਾ, ਸਾਹਮਣੇ ਜਿਹੜਾ ਬੰਦਾ ਖੜਾ ਹੁੰਦਾ ਉਹਨੂੰ ਪੁੱਛ ਲੈਂਦਾ ਕਿ ਭਾਈ ਕਾਟ ਦੂੰ, ਮੇਰੇ ਵਰਗਾ ਅਣਜਾਣ ਬੰਦਾ ਮੁੰਡੀ ਹਿਲਾਉਂਦਾ, ਕਾਟ ਲੋ, ਅੱਧਾ ਪਾਪ ਉਹਦੇ ਸਿਰ ਚੜਾ ਜਾਂਦਾ। ਅਸੀਂ ਤਾਂ ਉਹ ਅੱਧਾ ਪਾਪ ਭੁਗਤ ਰਹੇ ਆ, ਉਹਦਾ ਪਛਤਾਤਾਪ ਕਰ ਰਹੇ ਆ। ਕਦੋਂ ਖਤਮ ਹੋਏਗਾ ਇਹ ਪਰਮਾਤਮਾ ਜਾਣਦਾ, ਬਾਬਾ ਨਾਨਕ ਜਾਣਦਾ। ਪਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਪਾਰਟੀ ਦਾ ਤੁਸੀਂ ਧਰਮ ਨਿਭਾ ਰਹੇ ਸੀ, ਪਰ ਹੁਣ ਵੀ ਜੇਕਰ ਕੋਈ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਹੈ ਤੇ ਪਾਰਟੀ ਉਹਦੀ ਵੀ ਸੁਣਨ ਨੂੰ ਤਿਆਰ ਨਹੀਂ। ਜਿਵੇਂ ਕਿ ਆਪਣੇ ਕੋਲ ਤਾਜ਼ਾ ਐਗਜ਼ਾਮਪਲ ਬੀਜੇਪੀ ਦੇ ਲੀਡਰ ਸੀਗੇ, ਮੇਰਾ ਨਾਮ ਵਿਸਰ ਗਿਆ ਦਿਮਾਗ ਦੇ ਵਿੱਚ, ਜਿਹੜਾ ਜੀ ਹੁਣੇ ਪਾਰਟੀ ਦੇ ਵੱਲੋਂ ਉਹਨਾਂ ਨੂੰ 6 ਸਾਲੇ ਕੱਢਿਆ ਗਿਆ ਜੀ, ਅਨਿਲ ਜੋਸ਼ੀ। ਹਾਂਜੀ, ਅਨਿਲ ਜੋਸ਼ੀ ਜੀ। ਉਹਨਾਂ ਨੇ ਪੰਜਾਬ ਦੇ ਮਸਲੇ ਬੜੇ ਜਿੱਦਾਂ ਕਹਿੰਦੇ ਕਿ ਫਕਾਰ ਦਿਲ ਦੇ ਕੇ ਖੁੱਲੇ ਦਿਲ ਦੇ ਨਾਲ ਉਭਾਰੇ ਸੀ, ਪਰ ਉਹ ਗੱਲਬਾਤ ਸੁਣਨ ਦੀ ਬਜਾਏ ਪਾਰਟੀ ਨੂੰ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਜੀ। ਇਸ ਤਰ੍ਹਾਂ ਜੀ ਉਹਨਾਂ ਨੂੰ ਪਾਰਟੀ 'ਚੋਂ ਇਸ ਕਰਕੇ ਕੱਢਿਆ ਗਿਆ ਕਿ ਅਨੁਸ਼ਾਸਨਹੀਨਤਾ ਸਾਡੇ ਬਰਦਾਸ਼ਤ ਨਹੀਂ ਹੁੰਦੀ ਜੀ। ਪਾਰਟੀ ਦੇ ਅੰਦਰ ਗੱਲਬਾਤ ਕਰਨ ਲਈ ਬਹੁਤ ਸਾਰੇ ਫੋਰਮ ਨੇ ਜਿੱਥੇ ਅਸੀਂ ਖੁੱਲ੍ਹ ਕੇ ਗੱਲ ਰੱਖਦੇ ਹਾਂ। ਇਹ ਜਾ ਕੇ ਮੀਡੀਆ ਦੇ ਵਿੱਚ ਬੋਲਣਾ, ਮੀਡੀਆ 'ਚ ਪਾਰਟੀ ਦੀ ਲੀਡਰਸ਼ਿਪ ਤੇ ਮੋਦੀ ਜੀ ਦੇ ਖਿਲਾਫ ਬੋਲਣਾ ਤੇ ਬਾਕੀ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਬੋਲਣਾ, ਇਹ ਅਧਿਕਾਰ ਕਿਹਨੇ ਦਿੱਤਾ ਜੀ? ਪਾਰਟੀ। ਸਾਡੇ ਭਾਰਤੀ ਜਨਸੰਘ ਦੇ ਟਾਈਮ 'ਚ 6 ਵਿਧਾਇਕ ਸੀਗੇ, MLA ਸੀ ਰਾਜਸਥਾਨ ਵਿਧਾਨ ਸਭਾ 'ਚ। ਅਡਵਾਨੀ ਜੀ ਨੇ ਖੁਦ ਦੱਸਿਆ ਕਿ ਉਹਨਾਂ ਨੇ ਜਿਹੜਾ ਵਿਪ ਸੀ ਪਾਰਟੀ ਦਾ ਉਹਨੂੰ ਵਾਇਲੇਟ ਕਰਤਾ, ਉਹ ਮੰਨਿਆ ਨਹੀਂ ਤੇ ਅਨੁਸ਼ਾਸਨਹੀਨਤਾ ਸੀ। ਪਾਰਟੀ ਨੇ ਲਗਾਤਾਰ 3 ਦਿਨ ਮੀਟਿੰਗ ਚੱਲੀ, ਇਹ ਸੋਚਿਆ, ਉਹਦੇ 'ਚ ਵਿਚਾਰ ਹੋਇਆ ਕਿ ਅਸੀਂ ਅਨੁਸ਼ਾਸਨ ਕਾਇਮ ਰੱਖਣਾ
ਜਾਂ ਅਸੀਂ ਵਿਧਾਨ ਸਭਾ 'ਚ ਆਪਣੀ ਪ੍ਰੈਜ਼ੈਂਸ ਰੱਖਣੀ ਠੀਕ ਹੈ। ਆਖਰ ਫੈਸਲਾ ਹੋਇਆ ਤੀਜੇ ਦਿਨ ਅਸੀਂ ਅਨੁਸ਼ਾਸਨ ਕਾਇਮ ਰੱਖਣਾ, ਸਾਡਾ ਐਮਐਲਏ ਐਮਪੀ ਰਹੇ ਨਾ ਰਹੇ, ਅਸੀਂ ਉਹਨਾਂ ਨੂੰ ਜਿਹੜੇ ਅਨੁਸ਼ਾਸਨ ਇੰਨੇ ਨਹੀਂ ਰੱਖਣਾ। ਕੱਲ੍ਹ ਤਾਂ ਅਸੀਂ ਪਾਰਟੀ 'ਚ ਉਸ ਵੇਲੇ, ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਵੀ ਬਣਦੀਆਂ ਨੇ ਰਾਜਸਥਾਨ ਵਿਧਾਨ ਸਭਾ 'ਚ, ਤੇ ਇਸ ਕਰਕੇ ਸਾਡੀ ਪਾਰਟੀ 'ਚ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਜਿਹੜਾ ਵਿਅਕਤੀ, ਜਿਹੜੀ ਸੰਸਥਾ, ਜਿਹੜਾ ਸਮਾਜ ਅਨੁਸ਼ਾਸਨਹੀਨ ਹੁੰਦਾ, ਉਹ ਕਦੇ ਵੀ ਨਾ ਵਿਅਕਤੀ ਤਰੱਕੀ ਕਰ ਸਕਦਾ, ਨਾ ਪਾਰਟੀ ਦਾ ਸੰਗਠਨ ਕਰ ਸਕਦਾ, ਨਾ ਉਹ ਦੇਸ਼ ਕਰ ਸਕਦਾ। ਅਨੁਸ਼ਾਸਨ ਬਹੁਤ ਜ਼ਰੂਰੀ ਹੁੰਦਾ। ਜਦੋਂ ਫੋਰਮ ਨੇ ਪਾਰਟੀ ਦੇ ਅੰਦਰ, ਉੱਥੇ ਉਹ ਗੱਲ ਰੱਖਣੀ ਚਾਹੀਦੀ ਹੈ। ਇਸ ਚੀਜ਼ ਨੂੰ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਦੇ। ਜੀ ਗਰੇਵਾਲ ਸਾਹਿਬ, ਇੱਕ ਗੱਲ ਹੋਰ ਜ਼ਰੂਰ ਕਿ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਦਾ ਇਕੱਲਾ ਕਿਸਾਨ ਇਹ ਨਹੀਂ ਕਿ ਉਹ ਬਿਲਕੁਲ ਧਰਨਿਆਂ ਤੇ ਬੈਠਾ, ਕਿਸਾਨ ਦੇ ਟੀਚਰ, ਬਿਲਕੁਲ ਕਿਸਾਨ ਦੇ ਕੰਡਕਟਰ, ਕਿਸਾਨ ਦੇ ਜਿਹੜੇ ਕਿ ਆਮ ਵਰਗ ਜਿਹੜਾ ਉਹ ਇਹੋ ਜਿਹੀ ਮਹਿੰਗਾਈ ਉਹਨੂੰ ਜਿਹੜੀ ਕਿ ਚੱਕੀ ਦੇ ਵਿੱਚ ਪੀਸ ਰਿਹਾ, ਮਹਿੰਗਾਈ ਵਾਲੀ ਚੱਕੀ ਦੇ ਵਿੱਚ ਕਿ ਬਿਜਲੀ ਦੇ ਬਿੱਲ ਭਰਨ ਤੋਂ ਔਖਾ ਹੋਇਆ ਪਿਆ। ਇੰਨੀ ਕੁ ਮਹਿੰਗਾਈ ਹੈ ਕਿ ਤੁਸੀਂ ਪਹਿਲਾਂ ਕਹਿ ਕੇ ਹਟੇ ਵੀ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਬਰਗਾੜੀ ਮੋਰਚੇ ਦਾ ਇਨਸਾਫ ਤੁਸੀਂ 1 ਮਹੀਨੇ ਦੇ ਵਿੱਚ ਦੇਵੋਗੇ, ਪਰ ਕੈਪਟਨ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਜੇਕਰ ਮੈਂ ਆਪਣੀ ਸਰਕਾਰ ਦੇ ਦਰਮਿਆਨ, ਕਾਂਗਰਸ ਸਰਕਾਰ ਦੇ ਦਰਮਿਆਨ ਵਾਈਟ ਪੇਪਰ ਲੈ ਕੇ ਆਵਾਂਗੇ, ਪਰ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਕਿ ਤੁਸੀਂ ਬਿਜਲੀ ਦੇ ਬਿੱਲਾਂ ਦੇ ਜਿਹੜੀ ਕਿ ਐਡੇ ਰੇਟ ਦੀ ਲਿਸਟ ਹੀ ਬਹੁਤ ਲੰਮੀ ਹੋ ਚੁੱਕੀ, ਕਿੰਨੇ ਰੁਪਏ ਯੂਨਿਟ ਮਹਿੰਗੀ ਹੋ ਚੁੱਕੀ ਹੈ, ਕਿ ਕੁਛ ਨਾ ਕੁਛ ਕਟੌਤੀ ਜਾਂ ਕੁਛ ਨਾ ਕੁਛ ਰੇਟਾਂ ਦੇ ਵਿੱਚ ਕੋਈ ਕਮੀ ਕਿਤੇ ਨਾ ਕਿਤੇ ਨਜ਼ਰ ਆਵੇਗੀ ਕਿ ਨਹੀਂ ਤੁਹਾਡੀ ਸਰਕਾਰ ਦੇ ਮੌਕੇ? ਬਹੁਤ ਬੜਾ ਫਰਕ ਪਏਗਾ, ਬਹੁਤ ਬੜਾ। ਇਹ ਪਰਿਵਾਰਾਂ ਦੇ ਰਾਜ ਨੇ ਪੰਜਾਬ 'ਚ। ਜੇ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ 27 ਪਰਿਵਾਰਾਂ 'ਚੋਂ ਹੀ ਮੁੱਖ ਮਿਨਿਸਟਰ ਤੇ ਮਿਨਿਸਟਰ ਬਣਦੇ ਆ, ਚਾਹੇ ਐਮਐਲਏ 90 ਬਣਾ ਲਓ। ਇਹ ਬਹੁਤ ਸਾਲਾਂ ਤੋਂ ਪੰਜਾਬ 'ਚ ਪਰਿਵਾਰਾਂ ਦਾ ਰਾਜ ਹੈ, ਕਾਂਗਰਸ ਦੇ ਅੰਦਰ ਤੇ ਪੰਜਾਬ ਕਾਂਗਰਸ 'ਚ। ਔਰ ਇਸੇ ਤਰ੍ਹਾਂ ਅਕਾਲੀ ਦਲ ਨੇ ਗਿਣਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਛੱਡੀ, ਇੱਕੋ ਹੀ ਪਰਿਵਾਰ ਹੈ ਜਿਹੜਾ ਰਾਜ ਕਰਦਾ। ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹਦੇ ਚ ਸਧਾਰਨ ਗਰੀਬ, ਕਿਸਾਨ, ਦਲਿਤ, ਮਜ਼ਦੂਰ, ਕਿਰਤੀ ਕਾਮਾ ਜਿਹੜਾ ਸੱਤਾ ਚ ਆ ਸਕਦਾ। ਜੀ ਬੰਗਾਲ ਦੇ ਅੰਦਰ ਦੇਖੋ, ਇੱਕ ਮਨਰੇਗਾ 'ਚ ਕੰਮ ਕਰਨ ਵਾਲੀ 200 ਰੁਪਏ ਦੀ ਮਜ਼ਦੂਰੀ ਕਰਨ ਵਾਲੀ ਰੋਜ਼ ਦੀ ਸਾਡੀ ਐਮਐਲਏ ਹੈ ਅੱਜ। ਇਹ ਭਾਜਪਾ ਦੀ ਖੂਬਸੂਰਤੀ ਹੈ, ਇਹਦੇ 'ਚ ਹੀ ਹੋ ਸਕਦਾ। ਤੇ ਇੱਥੇ ਪਰਿਵਾਰਾਂ ਦਾ ਰਾਜ ਨਹੀਂ ਹੈ। ਆਮ ਲੋਕ ਜਦੋਂ ਆਪਣਾ ਰਾਜ ਕਰਦੇ ਆ ਤੇ ਆਮ ਲੋਕਾਂ ਦੀ ਸੱਤਾ ਆਉਂਦੀ ਹੈ ਤਾਂ ਉਹ ਦੇਸ਼ ਦਾ, ਸਮਾਜ ਦਾ ਭਲਾ ਕਰਦੇ ਆ, ਆਮ ਲੋਕਾਂ ਦਾ ਭਲਾ ਕਰਦੇ ਆ। ਇਹ ਤਾਂ ਪਰਿਵਾਰਾਂ ਦਾ ਪੋਸ਼ਣ ਕਰਦੇ ਆ ਸੱਤਾ ਚਾਹਤੇ ਤੋਂ। ਨਾਲ ਗਰੇਵਾਲ ਸਾਹਿਬ ਕਦੇ ਭਲੇ ਦੀ ਗੁੰਜਾਇਸ਼ ਨਾ ਰੱਖੋ। ਹਾਂਜੀ ਗਰੇਵਾਲ ਸਾਹਿਬ, ਤੁਸੀਂ ਗੱਲ ਕੀਤੀ ਸੀ ਕਿ ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਕਿ ਬੀਜੇਪੀ ਨੇ ਉਹ ਖਲਵਾਇਆ ਸਰਕਾਰ ਸੈਂਟਰ ਦੇ ਵਿੱਚ। ਓਬਵੀਅਸਲੀ ਮੋਦੀ ਸਰਕਾਰ ਸੀ, ਜੇਕਰ ਉਹਨਾਂ ਦੇ ਪੁੱਛੇ ਦੇ ਬਿਨਾਂ ਕੁਝ ਨਹੀਂ ਸੀ ਹੋ ਸਕਦਾ। ਭਾਵੇਂ ਚਲੋ ਉਹ ਗੱਲ ਵੱਖਰੀ ਹੈ ਕਿ ਕਿਸੇ ਮੀਡੀਆ ਦੇ ਵਿੱਚ ਇਹ ਗੱਲ ਆਉਂਦੀ ਜੀ ਸਰਕਾਰ ਨੇ ਬਾਕੀ ਪ੍ਰੈਸ਼ਰ ਦੇ ਵਿੱਚ ਕੀਤਾ ਜਾਂ ਕੀਤਾ, ਪਰ ਜਿਹੜਾ ਪੰਜਾਬ ਦੇ ਲੋਕਾਂ ਦਾ ਕਹਿਣਾ ਜਾਂ ਮੰਨਣਾ ਆਪਾਂ ਕਹਿ ਲਈਏ, ਉਹ ਕਹਿੰਦੇ ਜਿਹੜਾ ਸਾਰੇ ਦਾ ਉਹ ਸਾਰਾ ਕਰਤਾਰਪੁਰ ਲਾਂਘੇ ਦਾ ਸਿਹਰਾ ਉਹ ਨਵਜੋਤ ਸਿੰਘ ਸਿੱਧੂ ਦੇ ਸਿਰ ਦਿੱਤਾ ਜਾਂਦਾ ਜੀ। ਤੇ ਨਵਜੋਤ ਸਿੰਘ ਸਿੱਧੂ ਹੁਣ ਜਿੱਥੇ ਵੱਖੋ-ਵੱਖ ਪਾਰਟੀਆਂ ਦੇ ਵਿੱਚ ਰਹਿ ਕੰਮ ਕੀਤਾ ਤੇ ਉਹ ਛੱਡ ਕੇ ਹੁਣ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਆ। ਤੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਕ੍ਰੈਡਿਟ ਆ ਉਹ ਬੀਜੇਪੀ ਦੀ ਜਗ੍ਹਾ ਕਾਂਗਰਸ ਨੂੰ ਜਾਵੇਗਾ ਤੇ ਸਿੱਧੂ ਦੇ ਸਿਰ ਜਾਵੇਗਾ ਜੀ? ਯਾਰ ਕਿਹੜੀ ਗੱਲ ਕਰੀ ਜਾਂਦੇ ਹੋ, ਤੁਹਾਨੂੰ ਮੈਂ ਵੀਡੀਓ ਭੇਜ ਦੂੰਗਾ। ਨਵਜੋਤ ਸਿੰਘ ਸਿੱਧੂ ਪਤਾ ਕੀ ਕਹਿੰਦਾ ਸੀ ਪਹਿਲਾਂ ਕਹਿੰਦਾ ਸੀ ना मोदी जी का कोई तोल है ना मोल है, मोदी जी स्वर्ण बना देंगे मेरे मार्गदर्शक हैं, भाजपा मेरी मां पार्टी है, भाजपा के जिहड़ा खिलाफ जाएगा मैं उसकी शक्ल तक नहीं देखांगा। ये सिद्धू कहता सी। उधर की कहता सी कांग्रेस मुन्नी तो ज्यादा बदनाम है, और मनमोहन सिंह मोनी बाबा ना सरदार है ना असरदार है। अच्छा, उस तो बाद की कहता सी ਇਹਨਾਂ ਨੂੰ ਚੋਰਾਂ ਦੀ ਬਰਾਤ ਦੱਸਦਾ ਸੀ ਤੇ ਰਾਹੁਲ ਗਾਂਧੀ ਦਾ ਨਾਮ ਪੱਪੂ ਮੈਂ ਨਹੀਂ ਪਾਇਆ ਨਾ ਤੁਸੀਂ ਪਾਇਆ, ਨਵਜੋਤ ਸਿੰਘ ਸਿੱਧੂ ਨੇ ਪਾਇਆ। ਅੱਜ ਉਹ ਰਾਹੁਲ ਗਾਂਧੀ ਉਹਦਾ ਮਾਰਗਦਰਸ਼ਕ ਹੋ ਗਿਆ, ਅੱਜ ਉਹ ਸੋਨੀਆ ਉਹਦੀ ਮਾਤਾ ਹੋ ਗਈ, ਅੱਜ ਉਹ ਮਨਮੋਹਨ ਸਿੰਘ ਸਰਦਾਰ ਵੀ ਹੈ ਅਸਰਦਾਰ ਵੀ ਹੈ, ਤੇ ਅੱਜ ਮੋਨੀ ਬਾਬਾ ਤੋਂ ਵੀ ਹਟ ਗਿਆ। ਉਹੀ ਗੱਲਾਂ ਉਹ ਸਾਡੇ ਲਈ ਬੋਲਦਾ ਸੀ, ਉਹੀ ਗੱਲਾਂ ਉਹਨਾਂ ਲਈ ਬੋਲਦਾ ਜਿਹਦਾ ਕਰਦਾਰ ਹੀ ਨਾ ਹੋਵੇ, ਔਰ ਜਿਹਦਾ ਕੋਈ ਇਸ ਤਰ੍ਹਾਂ ਦੀ ਜ਼ੁਬਾਨ ਜਿਹਦਾ ਪਤਾ ਨਾ ਹੋਵੇ ਕੀ ਕਹਿੰਦਾ ਤੇ ਕੱਲ ਨੂੰ ਕੀ ਕਰੂਗਾ ਤੇ ਉਹਨੇ ਕੀ ਕਰਨਾ ਹੈਗਾ ਜੀ। ਹਾਂਜੀ ਬਿਲਕੁਲ, ਜਿਵੇਂ ਕਿ ਜਿਹੜੇ ਪੰਜਾਬ ਦੇ ਮਸਲੇ ਸੀ ਉਹ ਤਾਂ 2017 ਦੇ ਮਸਲਿਆਂ ਨੂੰ ਲੈ ਕੇ ਜਿਹਨਾਂ ਦੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, ਉਹ ਮਸਲਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ। ਜਿਹੜੀ ਲੜਾਈ ਸੀ ਉਹ ਕੈਪਟਨ ਵਰਸਸ ਸਿੱਧੂ ਬਣਾ ਦਿੱਤੀ ਗਈ ਆ ਤੇ ਇਹੋ ਜਿਹਾ ਪੇਸ਼ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਦਾ ਕਿ ਉਹ ਸਾਰੇ ਮਸਲੇ ਹੀ ਹੱਲ ਹੋ ਗਏ, ਮਸਲਿਆਂ ਦੀ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ। ਮਸਲਿਆਂ ਦੀ ਅਜੇ ਤੱਕ ਕੋਈ ਗੱਲ ਕੋਈ ਇਦਾਂ ਦੀ ਹੋਈ ਨਹੀਂ ਜੀ। ਉਹ ਤਾਂ ਜੀ ਪ੍ਰਸ਼ਾਂਤ ਕਿਸ਼ੋਰ ਦੀ ਇਹ ਕਲਾ ਹੈਗੀ ਆ। ਪਹਿਲਾਂ ਵੀ ਜਿਹੜੀ ਕੈਪਟਨ ਅਮਰਿੰਦਰ ਦੀ ਸਰਕਾਰ ਲਿਆਇਆ ਝੂਠ ਬੋਲ ਕੇ ਘਰ ਘਰ ਨੌਕਰੀ ਦੇਾਂਗੇ, ਕਰਜ਼ਾ ਕੁਰਕੀ ਸਭ ਮਾਫ। ਫਿਰ ਉਸ ਤੋਂ ਬਾਅਦ
ਇਹ ਸਭ ਜਿਹੜੀਆਂ ਗੱਲਾਂ ਕਹਿ ਕੇ ਲਿਆਇਆ ਸੀ ਉਹ ਪ੍ਰਸ਼ਾਂਤ ਕਿਸ਼ੋਰ ਨੇ ਲਿਖ ਕੇ ਦਿੱਤੀਆਂ ਸੀ ਜੀ। ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ, ਘਰ ਘਰ ਨੌਕਰੀ ਨਹੀਂ ਹੋਈ, ਕੁਝ ਨਹੀਂ ਹੋਇਆ, ਠੀਕ ਹੈ। ਤੇ ਹੁਣ ਉਹੀ ਪ੍ਰਸ਼ਾਂਤ ਕਿਸ਼ੋਰ ਫੇਰ ਆ ਗਿਆ, ਉਹ ਸਿੱਧੂ ਨੂੰ ਪ੍ਰੋਜੈਕਟ ਕਰਨ ਲੱਗ ਗਿਆ। ਪਰ ਇਸ ਵਾਰ ਉਹਦਾ ਸਿੱਧੂ ਨਹੀਂ ਪ੍ਰੋਜੈਕਟ ਹੋਣਾ, ਉਹ ਜ਼ੋਰ ਲਾ ਲੇ। ਇਸ ਵਾਰ ਇਹਨਾਂ ਦੀ ਸੱਤਾ ਨਹੀਂ ਹੋਣੀ, ਇਹ ਜ਼ੋਰ ਲਾ ਲੇ। ਪਰ ਗਰੇਵਾਲ ਸਾਹਿਬ ਜਿੱਦਾਂ ਹੁਣ ਸ਼੍ਰੋਮਣੀ ਅਕਾਲੀ ਦਲ ਬੜਾ ਐਕਟਿਵ ਇਸ ਵੇਲੇ ਚੱਲ ਰਿਹਾ, ਜ਼ਿਲ੍ਹੇ ਛੋਟੇ ਮੋਟੇ ਉਹਦੇ ਪਿੰਡਾਂ ਦੇ ਵਿੱਚ ਵੰਡੇ ਜਾ ਰਿਹਾ, ਕਿਸੇ ਨੂੰ ਪਾਰਟੀ ਦਾ ਸਰਕਲ ਪ੍ਰਧਾਨ ਬਣਾਤਾ, ਕਿਸੇ ਨੂੰ ਇੰਚਾਰਜ ਬਣਾਤਾ, ਜਥੇਦਾਰ ਲਾਤਾ। ਬੀਜੇਪੀ ਵੀ ਇੱਦਾਂ ਪਿੰਡ ਪੱਧਰ ਤੇ ਥੱਲੇ ਗਰਾਊਂਡ ਲੈਵਲ ਤੇ ਆਪਣੇ ਕੋਈ ਬ੍ਰਾਂਚਾਂ ਜਿਹੜੀਆਂ ਉਹ ਸਥਾਪਿਤ ਕਰ ਰਹੀ, ਜੀ ਉਹਦੇ ਦੇ ਰਹੀ ਇਦਾਂ ਦੀ ਕੋਸ਼ਿਸ਼ ਹੈ? ਬਿਲਕੁਲ ਸਾਡੀ ਪਾਰਟੀ ਕੈਡਰ ਬੇਸਡ ਕਮ ਮਾਸ ਬੇਸਡ ਆਰਗੇਨਾਈਜੇਸ਼ਨ ਹੈ। ਹਾਂਜੀ, ਇਸ ਕਰਕੇ ਸਾਡੀ ਪਾਰਟੀ ਨੂੰ ਕੋਈ ਦਿੱਕਤ ਨਹੀਂ ਹੈ, ਅਸੀਂ ਸਾਰਾ ਕੁਝ ਕਰ ਰਹੇ ਹਾਂ। ਪਰ ਸਾਡੇ ਥੋਪ ਚ ਅਕਾਲੀ ਦਲ ਦੀ ਤਰ੍ਹਾਂ ਨਹੀਂ ਇਹ ਵੰਡੇ ਜਾਂਦੇ ਉਹਦੇ। ਹਾਂਜੀ, ਹਾਂ, ਸਾਡੇ ਉਹਦੇ ਜਿਹੜੇ ਆ ਉਹ ਇੱਕ ਲਿਮਟਿਡ ਹੁੰਦੇ ਆ ਔਰ ਇੱਕ ਅਨੁਸ਼ਾਸਨ ਚ ਹੁੰਦੇ ਆ। ਅਕਾਲੀ ਦਲ ਦਾ ਤਾਂ ਕੋਈ ਕੰਮ ਅਨੁਸ਼ਾਸਨ ਚ ਨਹੀਂ ਹੈ। ਜੋ ਸੁਖਬੀਰ ਸਿੰਘ ਬਾਦਲ ਨੇ ਕਰਤਾ, ਨਾ ਖਾਤਾ ਨਾ ਵਹੀ, ਜੋ ਬਾਦਲ ਕਰੇ ਉਹ ਸਹੀ। ਹਾਂਜੀ, ਉਹਨਾਂ ਦੀ ਕੀ ਵੈਲਿਊ ਹੈਗੀ ਆ, ਕੀ ਉਹਨਾਂ ਦੀ ਕਹਾਣੀ ਹੈ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੀ ਇਹਨਾਂ ਤੁਸੀਂ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਹੁਣੀ ਤਾਂ ਜਿਹੜੇ ਹਲਕੇ 'ਚ ਰੈਲੀ ਤੇ ਜਾਂਦੇ ਆ, ਖੁਦ ਆਪਣਾ ਉਮੀਦਵਾਰ ਉੱਥੇ ਐਲਾਨ ਕਰਿਆ ਆਉਂਦੇ ਆ, ਕੋਈ ਪਾਰਟੀ ਦੀ ਮੀਟਿੰਗ ਨਹੀਂ ਹੁੰਦੀ ਕੋਈ। ਹਾਂਜੀ, ਤੇ ਪਰ ਗਰੇਵਾਲ ਸਾਹਿਬ ਜਿਵੇਂ ਕਿ ਇਹ ਆਪਣਾ ਗੱਲ ਕੀਤੀ ਸੀ ਕਿ ਪਾਰਟੀ ਦੇ ਅਹੁਦੇ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਕਿ ਅਹੁਦੇ ਦੀ ਇੱਕ ਮਾਣ ਮਰਿਆਦਾ ਰੱਖੀ ਜਾਂਦੀ ਆ, ਤੇ ਉਸ ਹਿਸਾਬ ਨਾਲ ਅਹੁਦਾ ਦਿੱਤਾ ਜਾਂਦਾ, ਨਾ ਕਿ ਹਰ ਕਿਸੇ ਨੂੰ ਵੀ ਜਾਣੀ ਕਿ ਗੱਲ ਦੇ ਵਿੱਚ ਸਰੋਪਾ ਪਾ ਦਿੱਤਾ ਜਾਵੇ। ਠੀਕ ਆ, ਪਾਰਟੀ ਦੀ ਆਪੋ ਆਪਣੀਆਂ ਪਾਲਿਸੀਆਂ ਹੁੰਦੀਆਂ ਜੀ। ਪਰ ਜਿਹੜਾ ਇੱਕ ਗੱਲ ਤਾਂ ਪੱਕੀ ਆ ਕਿ ਜਿਹੜੇ ਹੁਣ 2022 ਦੀ ਇਲੈਕਸ਼ਨ ਆਵੇਗੀ ਜੀ ਪੰਜਾਬ ਵਿਧਾਨ ਸਭਾ ਦੀ, ਜਾਂ ਫਿਰ 24 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਆਵੇਗੀ, ਉਹਨਾਂ ਦਾ ਰਾਹ ਕਿਤੇ ਨਾ ਕਿਤੇ ਫਿਰ ਉਹ ਬਰਗਾੜੀ ਕੋਟਕਪੂਰਾ ਹੋ ਕੇ ਲੰਘੇਗਾ ਜੀ। ਇਹ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਜੀ, ਘਰ ਨੌਕਰੀ ਵੀ, ਰੁਜ਼ਗਾਰ ਵੀ, ਜਿਹੜੀ ਹੁਣ ਇਨਵੈਸਟਮੈਂਟ ਨਹੀਂ ਆ ਰਹੀ ਉਹ ਵੀ, ਲੌਲੈਸਨੈਸ ਵੀ, ਔਰ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਨੇ। ਕਿਉਂਕਿ ਸਾਰੇ ਬਹੁਤੇ ਲੋਕ ਜਿਹੜੇ ਆ, ਚਾਹੇ ਉਹ ਸਿੱਖ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਉਹ ਅਮਨ ਪਸੰਦ ਹੁੰਦੇ ਆ। ਤੇ ਅਮਨ ਪਸੰਦ ਲੋਕ ਜਿਹੜੇ ਆ ਇਹਨਾਂ ਨੂੰ ਪਸੰਦ ਨਹੀਂ ਕਰਨਗੇ, ਕਿਉਂਕਿ ਇਹ ਲੌਲੈਸਨੈਸ ਹੋ ਰਹੀ ਹੈ। ਅਕਾਲੀ ਦਲ ਚ ਵੀ ਲੋਕਾਂ ਦੇ ਪਲਾਟਾਂ ਤੇ ਪ੍ਰਾਪਰਟੀਆਂ ਤੇ ਕਬਜ਼ੇ ਹੋਏ, ਅੱਜ ਵੀ ਹੋ ਰਹੇ ਆ, ਨਸ਼ੇ ਵੀ ਵਿਕ ਰਹੇ ਆ, ਉਦੋਂ ਵੀ ਵਿਕ ਰਹੇ ਸੀ, ਅੱਜ ਵੀ ਵਿਕ ਰਹੇ। ਹਾਂਜੀ, ਇੱਕ ਸਵਾਲ ਹੋਰ ਜੀ ਨਾਲ ਲੱਗਦਾ ਜੀ, ਮੇਰੇ ਹੁਣੇ ਤਾਜ਼ਾ ਹੀ ਦਿਮਾਗ ਦੇ ਵਿੱਚ ਆਇਆ ਸੀ ਕਿ ਅਕਸਰ ਜਿਹੜੀਆਂ ਸਾਰੀਆਂ ਪਾਰਟੀਆਂ ਨਾ ਉਹ ਕਹੀ ਜਾਂਦੇ ਕਿ ਅਸੀਂ ਜੀ ਧਰਮ ਦੀ ਰਾਜਨੀਤੀ ਨਹੀਂ ਕਰਦੇ, ਧਰਮ ਤੋਂ ਉੱਤੇ ਉੱਠ ਕੇ ਕਰਦੇ ਹਾਂ ਜੀ, ਲੋਕਾਂ ਦਾ ਵਿਕਾਸ ਕਰਾਂਗੇ, ਵਿਕਾਸ ਦੇ ਨਾਂ ਤੇ ਵੋਟਾਂ ਮੰਗਾਂਗੇ। ਪਰ ਦੂਸਰੇ ਪਾਸੇ ਜਿਹੜੀਆਂ ਪਾਰਟੀਆਂ ਐਲਾਨ ਵੀ ਕਰ ਰਹੇ, ਕੋਈ ਕਹਿ ਰਿਹਾ ਜੀ ਸਾਡੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ 2 ਡਿਪਟੀ ਮੁੱਖ ਮੰਤਰੀ ਹੋਣਗੇ, ਇੱਕ ਦਲਿਤ ਹੋਵੇਗਾ ਤੇ ਦੂਸਰਾ ਹਿੰਦੂ ਚਿਹਰਾ ਹੋਵੇਗਾ। ਤੇ ਦੂਸਰੇ ਪਾਸੇ ਕਾਂਗਰਸ ਵੀ ਕਹਿ ਰਹੀ ਜੀ ਅਸੀਂ ਡਿਪਟੀ ਮੁੱਖ ਮੰਤਰੀ ਕੋਈ ਦਲਿਤ ਬਣਾ ਦੇਾਂਗੇ ਜਾਂ ਹਿੰਦੂ ਚਿਹਰਾ ਬਣਾ ਦੇਾਂਗੇ। ਪਰ ਬੀਜੇਪੀ ਨੇ ਤੇ ਗੱਲ ਕਹਿਤੀ ਕਿ ਮੁੱਖ ਮੰਤਰੀ ਹੀ ਦਲਿਤ ਹੋਵੇਗਾ। ਹਾਂਜੀ, ਪਰ ਉਹ ਬੀਜੇਪੀ ਨੇ ਇਹ ਕਹਿਤਾ ਕਿ ਮੁੱਖ ਮੰਤਰੀ ਦਲਿਤ ਹੋਵੇਗਾ, ਪਰ ਉਹ ਲੱਗਦਾ ਨਹੀਂ ਕਿ ਕਿਤੇ ਵਿਕਾਸ ਦਾ ਜਿਹੜਾ ਨਾਂ ਸੀ ਉਹ ਵਿਚਾਰਾ ਕਿਤੇ ਗਵਾਚ ਗਿਆ, ਤੇ ਜਿਹੜੇ ਮੁੱਦੇ ਸੀ ਉਹ ਫਿਰ ਧਰਮ ਦੀ ਰਾਜਨੀਤੀ ਦੇ ਵਿੱਚ ਵੜ ਗਿਆ ਜੀ। ਨਹੀਂ, ਇਹ ਬੀਜੇਪੀ ਨੇ ਨਹੀਂ ਸ਼ੁਰੂ ਕੀਤਾ ਜੀ, ਇਹ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਦੋਂ ਕਿਹਾ ਵੋਟ ਆਪਣੀ ਪਰਿਵਾਰ ਦੀ ਸੱਤਾ ਦੁਬਾਰਾ ਸਥਾਪਿਤ ਕਰਨ ਲਈ ਕਿ ਅਸੀਂ ਦਲਿਤ ਉਪ ਮੁੱਖ ਮੰਤਰੀ ਬਣਾਵਾਂਗੇ, ਤਾਂ ਅਸੀਂ ਫਿਰ ਕਿਹਾ ਕਿ ਭਾਈ ਇਹ ਮੁੱਖ ਮੰਤਰੀ ਕਿਹਨੇ ਬਣਨਾ, ਫਿਰ ਦਲਿਤ ਨੂੰ ਮੁੱਖ ਮੰਤਰੀ ਬਣਾਓ, ਅਸੀਂ ਮੁੱਖ ਮੰਤਰੀ ਬਣਾ ਦਿਆਂਗੇ। ਇਹ ਉਹਨੇ ਸ਼ੁਰੂ ਕੀਤਾ, ਅਸੀਂ ਸ਼ੁਰੂ ਕੀਤਾ ਨਾ। ਅਸੀਂ ਜਾਤਾਂ ਪਾਤਾਂ ਬਰਾਦਰੀਆਂ ਚ ਸਮਾਜ ਨੂੰ ਵੰਡਦੇ ਹਾਂ, ਪਰ ਇਹ ਮੈਂ ਜ਼ਰੂਰ ਕਹਿਣਾ, ਰੇਸ਼ੋ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਬੜੀ ਦਲਿਤ ਆਬਾਦੀ ਪੰਜਾਬ ਚ ਰਹਿੰਦੀ ਹੈ, 32%। ਠੀਕ ਜੀ। ਤੇ ਜਦੋਂ ਤੱਕ ਦਲਿਤਾਂ ਨੂੰ ਇੱਥੇ ਪੰਜਾਬ ਦੇ ਅੰਦਰ, ਵੈਸੇ ਤਾਂ ਦੇਸ਼ 'ਚ ਵੀ ਕਈ ਜਗ੍ਹਾ ਹੈ, ਕਿਤੇ ਜੁੱਤੀਆਂ 'ਚ ਪਿਸ਼ਾਬ ਫੜਾ ਦਿੰਦੇ ਆ, ਕਿਤੇ ਕਤਲ ਕਰ ਦਿੰਦੇ ਆ, ਕਿਤੇ ਰੇਪ ਕਰ ਦਿੰਦੇ ਆ, ਤੇ ਉਹਨਾਂ ਨੂੰ ਸਜ਼ਾ ਵੀ ਨਹੀਂ ਮਿਲਦੀਆਂ। ਤੇ ਉਹ ਕਦੋਂ ਹੋਏਗਾ ਇਨਸਾਫ ਉਹਨਾਂ ਨਾਲ? ਕਿਸੇ ਇੱਕ ਨੂੰ ਜਾਂ ਦੋ ਨੂੰ IAS IPS ਬਣਾਉਣ ਨਾਲ ਨਹੀਂ ਹੋਣਾ। ਉਹ ਉਦੋਂ ਹੋਏਗਾ ਜਦੋਂ ਉਹ ਜ਼ਮੀਨੀ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਸੱਤਾ 'ਚ ਉਹਨਾਂ ਦੀ ਭਾਗੀਦਾਰੀ ਹੋਏਗੀ। ਪਰ ਇਹ ਕਦੋਂ ਹੋਏਗੀ? ਪਰ ਗੱਲ ਅਸੀਂ ਕਹਾਂਗੇ ਕਿ ਅਸੀਂ ਮੁੱਖ ਮੰਤਰੀ ਬਣਾਉਣੇ ਆ।
ਪਰ ਠੀਕ ਹੈ ਜੀ, ਮੁੱਖ ਮੰਤਰੀ ਤੁਸੀਂ ਚਲੋ ਬਣਾਉਂਦੇ ਆ, ਫਿਰ ਫਾਰ ਐਗਜ਼ਾਮਪਲ ਆਪਾਂ ਕਹਿੰਦੇ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ, ਬਹੁਮਤ ਹਾਸਲ ਕਰ ਲੈਂਦੇ, ਤੁਸੀਂ ਸਰਕਾਰ ਬਣਾਉਂਦੇ, ਦਲਿਤ ਮੁੱਖ ਮੰਤਰੀ ਬਣਾਉਂਦੇ ਆ। ਪਰ ਜਿਵੇਂ ਕਿ ਹੁਣ ਐਟ ਦਾ ਮੂਮੈਂਟ ਮੌਜੂਦਾ ਦੇ ਸਮੇਂ ਦੇ ਉੱਤੇ ਜਿਹੜੇ ਦੇਸ਼ ਦੇ ਰਾਸ਼ਟਰਪਤੀ ਉਹ ਵੀ ਦਲਿਤ ਹਨ ਜੀ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਪਰ ਗੱਲ ਤਾਂ ਇਹ ਵੀ ਅਹੁਦਾ ਦੇਣ ਦੇ ਨਾਲ ਦਲਿਤਾਂ ਦਾ ਸੁਧਾਰ ਨਹੀਂ ਹੋਵੇਗਾ, ਉਹ ਫਿਰ ਵੀ ਇੱਕ ਕਿਸਮ ਦਾ ਜਿੱਦਾਂ ਕਹਿੰਦੇ ਕਿ ਸਟੈਂਪੇਜ ਯੂਜ਼ ਐਜ਼ ਏ ਸਟੈਂਪੇਜ ਯੂਜ਼ ਕੀਤੇ ਜਾਂਦੇ, ਜੋ ਪਾਰਟੀ ਦਾ ਹੁਕਮ ਹੈ ਉਹਦੇ ਅੰਦਰ ਹੀ ਕੰਮ ਕਰਦੇ ਜੀ। ਪਰ ਫਿਰ ਕਿੱਦਾਂ ਸੁਧਾਰ ਆਵੇਗਾ ਜੀ? ਜਿਵੇਂ ਕਿ ਹੁਣ ਜਿੰਨੇ ਵੀ ਹੁਣ ਕਾਂਗਰਸ ਦੀ ਗੱਲ ਕਰੀਏ, ਲੰਮਾ ਸਮਾਂ ਦੇਸ਼ ਦੇ ਵਿੱਚ ਰਾਜ ਕੀਤਾ ਜੀ, ਤਾਂ ਜਾਂ ਅਕਾਲੀ ਦਲ ਨੇ ਸਟੇਟ ਪਾਰਟੀ ਸੀ, ਕਾਫੀ ਅਹੁਦੇ ਦਿੱਤੇ ਦਲਿਤ ਪਰਿਵਾਰਾਂ ਨੂੰ, ਪਰ ਜਿਹਨੂੰ ਅਹੁਦਾ ਮਿਲ ਜਾਂਦਾ ਉਹ ਸਿਰਫ ਆਪਣਾ ਆਪ ਹੀ ਸੁਧਾਰਦਾ, ਬਾਕੀ ਤਾਂ ਕਿਸੇ ਦਾ ਕੋਈ ਸੋਚਦਾ ਨਹੀਂ ਜੀ। ਜੀ ਗਰੇਵਾਲ ਸਾਹਿਬ। ਨਹੀਂ, ਜਦੋਂ ਗ੍ਰਾਸ ਰੂਟ ਲੈਵਲ ਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਮਿਲਣਗੀਆਂ, ਜ਼ਮੀਨੀ ਲੈਵਲ ਤੇ ਮਿਲਣਗੀਆਂ, ਹਾਂਜੀ, ਤਾਂ ਉਹ ਨੈਚੁਰਲੀ ਆਪਣੇ ਸਮਾਜ ਦੇ ਲਈ ਉਹ ਸੋਚਣਗੇ। ਇਹ ਹੌਲੀ ਹੌਲੀ ਹੁੰਦਾ, ਇੱਕਦਮ ਨਹੀਂ ਹੁੰਦਾ। ਹੁਣ ਦੇਖੋ ਦਲਿਤਾਂ ਨੂੰ ਰਿਜ਼ਰਵੇਸ਼ਨ ਮਿਲ ਗਈ, ਹਾਂਜੀ, ਮੈਂ ਤੁਹਾਨੂੰ ਦੱਸ ਦਿੰਦਾ ਜੀ, ਮਿਲ ਗਈ। ਮਜ਼੍ਹਬੀ ਸਿੱਖ ਉਸ ਲੈਵਲ ਤੱਕ ਪੜ੍ਹੇ ਨਹੀਂ ਹੈ, ਹਾਂਜੀ, ਔਰ ਜਿਹੜਾ ਵਾਲਮੀਕੀ ਸਮਾਜ ਹੈ ਉਹਨਾਂ ਦੀ ਪੜ੍ਹਾਈ ਵੀ ਨਹੀਂ ਹੈ, ਹਾਂਜੀ, ਉਹਨਾਂ ਚੋਂ ਕੋਈ ਬਹੁਤ ਘੱਟ ਕੋਈ IAS IPS ਬਣਦਾ, ਹਾਂਜੀ, ਕਿਉਂਕਿ ਉਹ ਪੜ੍ਹੇ ਨਹੀਂ ਹੈ, ਉਹਨਾਂ ਕੋਲ ਯੋਗਤਾ ਨਹੀਂ ਹੈ। ਹਾਂਜੀ, ਰਵਿਦਾਸੀਆਂ ਚੋਂ ਜਿਹੜੇ ਹੈਗੇ ਆ ਉਹ ਪੜ੍ਹੇ ਲਿਖੇ ਆ, ਉਹ ਜ਼ਿਆਦਾ ਬਣ ਗਏ, ਤਾਂ ਇਸ ਕਰਕੇ ਉਹ ਸਮਾਜ ਹੋਰ ਪਿਛੜੇ ਰਹਿ ਗਏ। ਦਲਿਤਾਂ 'ਚ ਵੀ ਅੱਧੀ ਦਲਿਤ ਬਣ ਗਏ, ਤੁਸੀਂ ਸਮਝੋ ਗੱਲ। ਹਾਂਜੀ, ਹੁਣ ਤਾਂ ਜਿਹੜੇ ਜੱਟ ਨੇ ਉਹ ਵੀ ਸੀਰੀ ਰਲਣ ਲੱਗ ਗਏ ਨੇ, ਐਸੀ ਹਾਲਤ ਹੋ ਗਈ ਹੈ ਜੱਟਾਂ ਦੀ। ਬਿਲਕੁਲ, ਹਾਂਜੀ, ਠੀਕ ਹੈ ਨਾ। ਹਾਂਜੀ, ਇਸ ਕਰਕੇ ਇਹ ਆਰਥਿਕ ਆਧਾਰ ਤੇ ਵੀ ਬਹੁਤ ਸਾਰੇ ਸੁਧਾਰ ਹੋਣ ਵਾਲੇ ਆ। ਜੇ ਮੈਂ ਉਹੋ ਜਿਹੀ ਕੋਈ ਗੱਲ ਕਹੂੰਗਾ ਤਾਂ ਉਹ ਕੰਟਰੋਵਰਸੀ ਹੋ ਜਾਏਗੀ। ਮੈਂ ਇਸ ਕਰਕੇ ਬਹੁਤ ਸੰਭਲ ਕੇ ਬੋਲ ਰਿਹਾ ਤੇ ਇਹ ਪੂਰਾ ਇਨਸਾਫ ਮਿਲਣਾ ਚਾਹੀਦਾ, ਉਹੋ ਜਿਹੀਆਂ ਨੀਤੀਆਂ ਬਣਨੀਆਂ ਚਾਹੀਦੀਆਂ ਨੇ। ਹਾਂਜੀ, ਪਰਿਵਾਰਾਂ ਦੇ ਜਿਹੜੇ ਰਾਜ ਆ, ਹਾਂਜੀ, ਉਹਨਾਂ ਨੇ ਕੋਈ ਨੀਤੀਆਂ ਨਹੀਂ ਬਣਾਉਣੀਆਂ, ਕਿਉਂਕਿ ਬਾਦਲ ਸਾਹਿਬ, ਹੁਣ ਮੇਰੀ ਗੱਲ ਸੁਣੋ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਪੁੱਛ ਲਓ ਕਿ ਭਾਈ ਗਰੀਬੀ ਕੀ ਹੁੰਦੀ ਹੈ, ਦੁੱਖ ਕੀ ਹੁੰਦਾ, ਜਿਹਦੇ ਕੋਲ 80 ਰਿਜ਼ੋਰਟ ਨੇ ਪੂਰੀ ਦੁਨੀਆ 'ਚ, 12,000 ਕਰੋੜ ਦਾ ਇੱਕ ਰਿਜ਼ੋਰਟ ਹੈ, ਹਾਂਜੀ, ਠੀਕ ਹੈ, ਤੇ ਉਹਨੂੰ ਗਰੀਬੀ ਦਾ ਕੀ ਪਤਾ, ਉਹਨੂੰ ਭੁੱਖ ਦਾ ਕੀ ਪਤਾ ਕੀ ਹੁੰਦੀ ਹੈ? ਉਹ ਤਾਂ ਸਾਡੇ ਵਰਗੇ ਬੰਦਿਆਂ ਨੂੰ ਪਤਾ, ਜਿਹੜੇ ਸਧਾਰਨ ਕਿਸਾਨ ਮਜ਼ਦੂਰ ਨੇ, ਧੱਕੇ ਖਾਣ ਵਾਲੇ ਨੇ, ਸੜਕਾਂ ਤੇ ਜ਼ਮੀਨਾਂ ਤੇ ਬੈਠਣ ਵਾਲੇ। ਜੀ ਗਰੇਵਾਲ ਸਾਹਿਬ, ਇੱਕ ਗੱਲ ਜ਼ਰੂਰ ਕਿ ਬੇਸ਼ੱਕ ਉਹ ਕਾਂਗਰਸ ਦੀ ਸਰਕਾਰ ਆ ਪੰਜਾਬ ਦੇ ਵਿੱਚ ਜਾਂ ਅਕਾਲੀ ਦਲ ਦੀ ਸਰਕਾਰ ਆ, ਇੱਕ ਚੋਣ ਮੈਨੀਫੈਸਟੋ, ਜਦੋਂ ਕਿ ਇਹ ਚੋਣਾਂ ਲੜਦੇ ਨੇ, ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਜਾਂਦੇ ਨੇ, ਵੈਸੇ ਉਹ ਵਾਅਦਿਆਂ ਤੇ ਕੋਈ ਸਰਕਾਰ ਨੇ ਪੂਰੀ ਉਤਰੀ ਅਜੇ ਤੱਕ। ਉਹਨੂੰ ਬੇਸ਼ੱਕ ਅਸੀਂ ਚੋਣ ਮੈਨੀਫੈਸਟੋ ਦਾ ਇੱਕ ਕਹਿੰਦੇ ਨੇ, ਇੱਕ ਉਹ ਲੀਗਲ ਡਾਕੂਮੈਂਟਰੀ ਬਣਨਾ ਚਾਹੀਦਾ ਕਿ ਜੋ ਵਾਅਦੇ ਕੀਤੇ ਉਹ ਤੁਹਾਨੂੰ ਪੂਰੇ ਕਰਨੇ ਹੀ ਪੈਣਗੇ 5 ਸਾਲ ਦੇ ਵਿੱਚ। ਪਰ ਜੇਕਰ ਤੁਸੀਂ 2022 ਦੇ ਵਿੱਚ ਇਲੈਕਸ਼ਨ ਲੜ ਰਹੇ ਹੋ, ਬੀਜੇਪੀ ਇਕੱਲਿਆਂ ਨੇ ਇਲੈਕਸ਼ਨ ਲੜਨੀ ਪੰਜਾਬ ਦੇ ਵਿੱਚ, ਤੁਸੀਂ ਕਿਹੜੇ ਵਾਅਦੇ ਕਰੋਗੇ ਲੋਕਾਂ ਨਾਲ, ਜਾਂ ਕਿਹੜੇ ਵਾਅਦੇ ਲੈ ਕੇ ਪਹੁੰਚੋਗੇ ਮੁੜ ਕੇ, ਉਹ ਵਾਅਦੇ ਪੂਰੇ ਕਰੋਗੇ ਜਾਂ ਨਹੀਂ ਕਰੋਗੇ? ਕਿਹੜੇ ਵਾਅਦੇ ਨੇ? ਜਿੱਦਾਂ ਕਿਹਾ ਗਿਆ ਕਿ ਕੈਪਟਨ ਸਰਕਾਰ ਨੇ ਕਿ ਘਰ ਘਰ ਨੌਕਰੀ, ਬਿਲਕੁਲ ਵਾਈਟ ਪੇਪਰ, ਜਾਂ ਰੇਤ ਮਾਫੀਆ ਬਿਲਕੁਲ ਖਤਮ ਕਰਤਾ ਜਾਵੇਗਾ, ਜਾਂ ਬਿਜਲੀ ਬਿਲਕੁਲ ਸਸਤੀ ਕਰ ਦਿੱਤੀ ਜਾਵੇਗੀ, ਪਰ ਉਹਨਾਂ ਅਜੇ ਤੱਕ ਉਹਨਾਂ ਵਾਅਦਿਆਂ ਤੇ ਬਿਲਕੁਲ ਪੰਜਾਬ ਸਰਕਾਰ ਪੂਰੀ ਨਹੀਂ ਖਰੀ ਉਤਰੀ ਕਿ ਲੋਕਾਂ ਦੀਆਂ ਆਸਾਂ ਤੇ ਪਾਣੀ ਹੀ ਫਿਰਿਆ। ਬਿਲਕੁਲ, ਤੁਸੀਂ ਕੀ ਇਸ ਬਾਰੇ ਕਰੋਗੇ ਕਿ 2022 ਦੇ ਵਿੱਚ ਵਾਅਦੇ ਕਿਹੜੇ ਨੇ ਜਿਹੜੇ ਕਿ ਲੋਕ ਤੁਹਾਨੂੰ ਸੋਚ ਕੇ ਵੋਟਾਂ ਪਾਉਣਗੇ, ਬੀਜੇਪੀ ਨੂੰ ਵੀ ਅਸੀਂ ਵੋਟ ਬੀਜੇਪੀ ਨੂੰ ਹੀ ਪਾਉਣੀ ਹੈ? ਜੀ ਗਰੇਵਾਲ ਸਾਹਿਬ। ਦੇਖੋ, ਇਸ ਤਰ੍ਹਾਂ ਸਾਡੇ ਕੋਲ ਤਾਂ ਲੀਡਰਸ਼ਿਪ ਉਹ ਆ ਜਿਹੜੀ ਦੁਨੀਆ ਦੀ ਬੜੀ ਲੀਡਰਸ਼ਿਪ ਹੈ ਇਸ ਵੇਲੇ ਜੀ, ਔਰ ਦੂਸਰਾ ਸਾਡੀ ਡਿਸਿਪਲਿਨ ਉਹ ਆ ਤੇ ਸਾਡੀ ਦੇਖੋ ਆ ਕਿ ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਹਾਂਜੀ, ਉਹਨੂੰ ਲੈ ਕੇ ਕੰਮ ਕਰ ਰਹੇ ਹਾਂ। ਦੇਸ਼ ਦੇ ਲੋਕਾਂ ਨੇ ਵੀ ਸਾਨੂੰ ਦੂਸਰੀ ਵਾਰ ਸਮਰਥਨ ਦਿੱਤਾ ਜੀ, ਔਰ ਤੀਸਰੀ ਵਾਰ ਦੇਸ਼ ਦੇ ਲੋਕਾਂ ਨੇ ਫਿਰ ਸਮਰਥਨ ਦੇਣਾ। ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ, ਫਿਰ ਆ ਰਾਮ ਮੰਦਿਰ ਦਾ ਮੁੱਦਾ ਸੀ ਜੀ, ਸ਼੍ਰੀ ਰਾਮ ਮੰਦਿਰ ਦਾ ਮੁੱਦਾ ਕਿੰਨੇ ਸਾਲਾਂ ਤੋਂ ਲਟਕਿਆ ਹੋਇਆ ਸੀ, ਹਾਂਜੀ, ਆਜ਼ਾਦੀ ਤੋਂ ਲੈ ਕੇ ਲਟਕਿਆ ਹੋਇਆ ਸੀ ਜੀ। ਉਹਦਾ ਜਿਹੜਾ ਹੈਗਾ ਹੱਲ ਹੋ ਗਿਆ, ਪਿਆਰ ਨਾਲ ਹੋ ਗਿਆ ਔਰ ਕਾਨੂੰਨ ਮੁਤਾਬਕ ਹੋ ਗਿਆ। ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ 70 ਸਾਲਾਂ ਤੋਂ ਅਰਦਾਸਾਂ ਕਰਦੇ ਸੀ, ਹਾਂਜੀ, ਤੇ ਉਹਦਾ ਹੱਲ ਆ ਕੇ ਕੀਤਾ ਤਾਂ ਮੋਦੀ ਜੀ ਨੇ ਕੀਤਾ, ਠੀਕ ਹੈ ਜੀ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਸਮੱਸਿਆਵਾਂ ਦਾ ਹੱਲ ਆ, ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਜੀ। ਸਾਡਾ ਤਾਂ ਪ੍ਰਮਾਣਿਕ ਕੰਮ ਆ, ਪ੍ਰਮਾਣ ਆ ਸਾਹਮਣੇ। ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਵੈਸੇ ਪ੍ਰਤੱਖ ਦਿਖਾਈ ਦਿੰਦਾ ਸਾਰਾ ਕੁਝ। ਇਸ ਕਰਕੇ ਸਾਨੂੰ ਸਰਕਾਰ ਨੇ ਹੁਣ ਸਾਨੂੰ ਸੱਤਾ ਚਾਉਣ 'ਚ ਲੋਕ ਆਪਣੇ ਆਪ ਲੈ ਕੇ ਆਉਣਗੇ। ਅਸੀਂ ਲੋਕਾਂ ਦੇ ਲਈ ਕੰਮ ਕਰਦੇ ਹਾਂ, ਨਾ ਕਿ ਚੰਦ ਪਰਿਵਾਰਾਂ ਦੇ ਲਈ ਕੰਮ ਕਰਦੇ ਹਾਂ ਤੇ ਆਮ ਜਨਤਾ ਦੇ ਲਈ ਕਰਦੇ ਹਾਂ। ਹਾਂਜੀ, ਪੰਜਾਬ ਦੀ ਦੁਰਦਸ਼ਾ ਇਸ ਕਰਕੇ ਹੈ ਕਿ ਇੱਥੇ ਰੇਤਾ ਵੀ ਖਾ ਗਏ, ਇੱਥੇ ਬਜਰੀ ਵੀ ਖਾ ਗਏ, ਇੱਥੇ ਸੀਮਿੰਟ ਵੀ ਖਾ ਗਏ, ਇੱਥੇ ਆਟਾ ਵੀ ਖਾ ਗਏ, ਤੇ ਕੋਈ ਚੀਜ਼ ਨਹੀਂ ਛੱਡੀ ਹੈ ਪੰਜਾਬ ਦੀ। ਐਸੀ ਸਕਾਲਰਸ਼ਿਪ ਤੱਕ ਖਾ ਗਏ
ਤਾਂ ਜਿਹੜਾ ਇਹ ਕਰਪਸ਼ਨ ਹੋਈ ਔਰ ਜਿਹੜਾ ਆਪਣੇ ਪਰਿਵਾਰਾਂ ਦਾ ਪੋਸ਼ਣ ਕੀਤਾ ਜੀ ਤੇ ਭਾਰਤੀ ਜਨਤਾ ਪਾਰਟੀ 'ਚ ਕੋਈ ਇਹ ਕੰਮ ਨਹੀਂ ਕਰ ਸਕਦਾ ਹੈ, ਠੀਕ ਹੈ ਜੀ। ਕਿਸੇ ਇੱਕ ਦੇ ਹੱਥ ਸੱਤਾ ਨਹੀਂ। ਆਖਰੀ ਕੁਐਸਚਨ। ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਲੋਕ ਸੁਣਨਗੇ, ਸਮਝਣਗੇ ਔਰ ਚੁਣਨਗੇ ਜੀ। ਇਹਦਾ ਮਤਲਬ ਹੈ ਕਿ ਗਰੇਵਾਲ ਸਾਹਿਬ 2022 ਦੇ ਵਿੱਚ ਬੀਜੇਪੀ ਸਰਕਾਰ ਤੁਸੀਂ ਬਣਾ ਰਹੇ ਹੋ, ਬੀਜੇਪੀ ਪੰਜਾਬ ਦੇ ਵਿੱਚ ਆ ਰਹੀ ਹੈ, ਬੀਜੇਪੀ ਪੰਜਾਬ ਦਾ ਵਿਕਾਸ ਬਿਲਕੁਲ ਤੁਹਾਡੇ ਬਿਲਕੁਲ ਕਹਿੰਦੇ ਬੀਜੇਪੀ ਕਰੇਗੀ ਪੰਜਾਬ ਦਾ ਵਿਕਾਸ। ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ। ਬਿਲਕੁਲ ਜੀ, ਥੈਂਕ ਯੂ ਗਰੇਵਾਲ ਸਾਹਿਬ, ਤੁਸੀਂ ਨਾਲ ਜੁੜੇ, ਆਪਣਾ ਕੀਮਤੀ ਸਮਾਂ ਕੱਢਿਆ ਤੇ ਆਪਣੇ ਐਂਗਲ ਤੋਂ ਤੁਸੀਂ ਪਾਰਟੀ ਦੀ ਗੱਲਬਾਤ ਰੱਖ ਸਕੇ ਹੋ KTV ਦੇ ਜਰੀਏ, ਕਿਉਂਕਿ ਹੱਕ ਸੱਚ ਦੀ ਆਵਾਜ਼ ਹੈ ਤੇ ਸਾਡਾ ਮੀਡੀਆ ਦਾ ਫਰਜ਼ ਵੀ ਹੁੰਦਾ ਕਿ ਹਰ ਇੱਕ ਦੀ ਗੱਲਬਾਤ ਸੁਣੀ ਜਾਵੇ, ਹਰ ਇੱਕ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਵੇ। ਸੋ ਅਖੀਰ ਦੇ ਵਿੱਚ ਤੁਸੀਂ ਜੀ ਕੀ ਕਹਿਣਾ ਚਾਹੋਗੇ 1 ਮਿੰਟ ਦੇ ਵਿੱਚ ਜੀ, ਕਿਸਾਨੀ ਮੋਰਚੇ ਬਾਰੇ ਵੀ, ਹੱਲ ਦੇ ਬਾਰੇ ਕਿਸ ਤਰ੍ਹਾਂ ਹੋ ਸਕਦਾ, ਜਾਂ ਫਿਰ ਹੋਰ ਪੰਜਾਬ ਦੇ ਮਸਲੇ ਅਖੀਰ ਦੇ ਵਿੱਚ ਤੁਸੀਂ ਕਿੱਥੇ ਗੱਲ ਨਿਬੇੜੋਗੇ ਜੀ? ਐਨਆਰਆਈ ਭਰਾਵਾਂ ਨੂੰ ਕੀ ਸੰਦੇਸ਼, ਕੀ ਸੱਦਾ ਦੇਣਾ ਚਾਹੁੰਦੇ ਹੋ ਜੀ ਗਰੇਵਾਲ ਸਾਹਿਬ? ਮੈਂ ਐਨਆਰਆਈ ਭਰਾਵਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਕਿ ਪੰਜਾਬ ਦਾ ਵਾਤਾਵਰਣ ਖਰਾਬ ਹੋ ਰਿਹਾ, ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਆ ਜੀ, ਪੰਜਾਬ ਦੇ ਅੰਦਰ ਜ਼ਮੀਨੀ ਪਾਣੀ ਡਾਰਕ ਜ਼ੋਨ ਬਣ ਰਹੇ ਨੇ ਤੇ ਜ਼ਮੀਨੀ ਪਾਣੀ ਖਤਮ ਹੋਣ ਦੇ ਕਗਾਰ ਤੇ ਜਾ ਰਿਹਾ, ਬਿਮਾਰੀਆਂ ਬਹੁਤ ਫੈਲ ਰਹੀਆਂ। ਇੱਕ ਤਾਂ ਇੱਥੇ ਕਿਸਾਨਾਂ ਨੂੰ, ਬਾਕੀ ਲੋਕਾਂ ਨੂੰ ਵੀ ਅਪੀਲ ਕਰਨ ਕਿ ਯੂਰੀਆ ਪੈਸਟੀਸਾਈਡ ਦਾ ਜਿਹੜਾ ਹੈਗਾ ਉਹ ਛੱਡ ਕੇ ਔਰ ਪਾਣੀ ਵਾਲੀਆਂ ਫਸਲਾਂ ਛੱਡ ਕੇ ਦੂਸਰੀਆਂ ਫਸਲਾਂ ਬੀਜਣ ਜੀ। ਔਰ ਪੰਜਾਬ ਜੇ ਨਹੀਂ ਬਚੇਗਾ, ਪੰਜਾਬ ਦਾ ਪਾਣੀ ਨਹੀਂ ਬਚੇਗਾ, ਵਾਤਾਵਰਨ ਨਹੀਂ ਬਚੇਗਾ ਤੇ ਅਸੀਂ ਪੰਜਾਬ ਰਹਿਣ ਯੋਗ ਨਹੀਂ ਰਹੇਗਾ, ਅਸੀਂ ਨਹੀਂ ਰਹਿ ਸਕਦੇ ਜੀ। ਤੇ ਇਸ ਕਰਕੇ ਉਹਦੇ ਲਈ ਜ਼ਰੂਰ ਪ੍ਰੇਰਿਤ ਕਰਨ। ਕੋਈ ਸਰਕਾਰ ਉਸ ਪਾਸੇ ਧਿਆਨ ਨਹੀਂ ਦੇ ਰਹੀ, ਜਿੰਨੀਆਂ ਸਰਕਾਰਾਂ ਆਉਂਦੀਆਂ ਨੇ ਲੁੱਟਮਾਰ ਕਰਦੀਆਂ ਨੇ, ਚਲੀਆਂ ਜਾਂਦੀਆਂ ਨੇ ਜੀ ਪੰਜਾਬ ਦੇ ਅੰਦਰ। ਇਹ ਐਨਆਰਆਈ ਭਰਾਵਾਂ ਨੂੰ ਇਹ ਪੀੜੇ ਚੱਕਣੇ ਚਾਹੀਦੇ ਆ, ਪਾਣੀ ਬਚਾਓ ਮੁਹਿੰਮ ਚਲਾਉਣੀ ਚਾਹੀਦੀ ਆ ਤੇ ਖੇਤੀ ਬਚਾਓ ਮੁਹਿੰਮ ਚਲਾਉਣੀ ਚਾਹੀਦੀ ਆ ਜੀ। ਖੇਤੀ ਜਿਹੜੀ ਆ ਖਾਲੀ ਆ, ਖੇਤੀ ਕਾਨੂੰਨਾਂ ਨਾਲ ਨਹੀਂ ਬਚਣੀ ਜਾਂ ਖਰਾਬ ਹੋਣੀ, ਖੇਤੀ ਤਾਂ ਵੈਸੇ ਹੀ ਖਰਾਬ ਹੋ ਰਹੀ ਆ ਪੈਸਟੀਸਾਈਡ ਤੇ। ਇਹਦੇ ਨਾਲ ਤੁਹਾਨੂੰ ਪਤਾ ਕਿ ਰੋਜ਼ ਬੀਕਾਨੇਰ ਇੱਕ ਟ੍ਰੇਨ ਬਠਿੰਡੇ ਤੋਂ ਕੈਂਸਰ ਦੇ ਮਰੀਜ਼ਾਂ ਦੀ ਭਰ ਕੇ ਜਾਂਦੀ ਆ ਇਲਾਜ ਵਾਸਤੇ। ਹਾਂਜੀ, ਇਹ ਦਸ਼ਾ ਪੰਜਾਬ ਦੀ ਹੋ ਗਈ ਤੇ ਇਸ ਲਈ ਐਨਆਰਆਈ ਭਰਾਵਾਂ ਨੂੰ ਮੇਰੀ ਅਪੀਲ ਆ ਕਿ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣ। ਅਸੀਂ ਸਹਿਯੋਗ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਤਿਆਰ ਆ ਉਹਨਾਂ ਦੇ। ਪੰਜਾਬ ਦਾ ਭਲਾ ਹੋਵੇ, ਪੰਜਾਬ ਆਬਾਦ ਰਹੇ ਔਰ ਪੰਜਾਬ ਉਸੇ ਖੂਬਸੂਰਤੀ ਨਾਲ ਰਹੇ। ਪੰਜਾਬ ਦੀ ਐਜੂਕੇਸ਼ਨ ਵੀ ਖਤਮ ਹੋ ਗਈ ਔਰ ਕੁਆਲਿਟੀ ਐਜੂਕੇਸ਼ਨ ਪੰਜਾਬ 'ਚ ਖਤਮ ਹੋ ਗਈ ਆ। ਇਹ ਸਾਰੀ ਇੱਥੋਂ ਦੇ ਸਿਆਸਤਦਾਨਾਂ ਨੇ ਕੀਤੀ ਆ, ਜਿਨ੍ਹਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ ਕੀਤੀ ਆ, ਉਹ ਦੋਸ਼ੀ ਹੈ ਇਹਦੇ। ਪਰ ਉਹਨਾਂ ਦੇ ਦੋਸ਼ ਕੱਢਣ ਦੀ ਬਜਾਏ ਅਸੀਂ ਇਹਦੇ 'ਚ ਹੁਣ ਕੀ ਸੁਧਾਰ ਕਰ ਸਕਦੇ ਆ ਉਹ ਕਰੀਏ। ਹਾਂਜੀ, ਥੈਂਕ ਯੂ ਜੀ, ਧੰਨਵਾਦ ਗਰੇਵਾਲ ਸਾਹਿਬ, ਬਹੁਤ ਬਹੁਤ ਆਪ ਜੀ ਦਾ ਤੁਹਾਡਾ ਧੰਨਵਾਦ, ਥੈਂਕ ਯੂ ਵੈਰੀ ਮਚ ਜੀ। ਤੇ ਬਿਲਕੁਲ, ਤੇ ਗਰੇਵਾਲ ਸਾਹਿਬ ਹਾਂਜੀ ਜੀ, ਅੱਜ ਦੇ ਲਈ ਜੀ ਇੰਨਾ ਹੀ, ਤੇ ਤੁਸੀਂ ਸਮਾਂ ਆਪਣਾ ਕੱਢਿਆ ਤੇ ਬਿਲਕੁਲ ਲਾਡੀ ਜੀ ਗਰੇਵਾਲ ਸਾਹਿਬ ਨੇ ਆਪਣੇ ਵਿਚਾਰ ਬਾਖੂਬੀ ਰੱਖੇ। ਵੈਸੇ ਚਲੋ ਗੱਲਬਾਤ ਜਦੋਂ ਆਪਾਂ ਪਹਿਲਾਂ ਗੱਲ ਕੀਤੀ, ਹਰ ਇੱਕ ਨੂੰ ਅਧਿਕਾਰ ਆ ਆਪਣੀ ਗੱਲ ਕਰਨ ਦਾ ਤੇ ਬੋਲਣ ਹੱਕ ਦੇ ਵਿੱਚ ਤੇ ਵਿਰੋਧ ਦੇ ਵਿੱਚ ਵੀ। ਦੋਹਾਂ ਨੂੰ ਭਾਰਤ ਦਾ ਸੰਵਿਧਾਨ ਜਿਹੜਾ ਉਹ ਪੂਰੀ ਦੀ ਪੂਰੀ ਆਗਿਆ ਦਿੰਦਾ ਬਰਾਬਰ ਦੀ, ਪਰ ਗੱਲ ਸ਼ਾਂਤਮਈ ਢੰਗ ਤਰੀਕੇ ਨਾਲ ਹੋਣੀ ਚਾਹੀਦੀ। ਗੱਲ ਗਰੇਵਾਲ ਸਾਹਿਬ ਉਹਨਾਂ ਦੀ ਵੀ ਠੀਕ ਸੀ ਵੀ ਗੱਲ ਸ਼ਾਂਤਮਈ ਢੰਗ ਤਰੀਕੇ ਨਾਲ, ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਜਾਂ ਕਿਸੇ ਦੇ ਬਿਲਕੁਲ ਕੱਪੜੇ ਪਾੜਨੇ, ਉਹ ਨਹੀਂ ਹੋਗਾ ਗੱਲਬਾਤ। ਤੇ ਪਰ ਇਹਦੇ ਵਿੱਚ ਇੱਕ ਇਹ ਵੀ ਸੀ, ਚਲੋ ਉਹਨਾਂ ਦੇ ਆਪਣੇ ਵਿਚਾਰ ਸੀ ਤੇ ਦਰਸ਼ਕਾਂ ਦਾ ਸਹਿਮਤ ਹੋਣਾ ਜਾਂ ਨਹੀਂ ਸਹਿਮਤ ਹੋਣਾ ਉਹ ਦਰਸ਼ਕਾਂ ਤੇ ਡਿਪੈਂਡ ਆ ਕਿ ਆਪਾਂ ਤਾਂ ਜਰੀਆ ਜੇ KTV ਦੇ ਜਰੀਆ ਤੇ ਅਸੀਂ KTV ਦੇ ਜਰੀਏ ਸਾਡਾ ਫਰਜ਼ ਬਣ ਜਾਂਦਾ ਕਿ ਹਰ ਇੱਕ ਲੀਡਰ ਨੂੰ ਲਿਆ ਕੇ ਤੁਹਾਡੇ ਨਾਲ ਗੱਲਬਾਤ ਕਰਾਉਣੀ। ਪਰ ਜਿਹੜਾ ਅਖੀਰ ਦੇ ਵਿੱਚ ਸੰਦੇਸ਼ ਦੇ ਗਿਆ ਨਾ ਗਰੇਵਾਲ ਸਾਹਿਬ, ਮੇਰਾ ਖਿਆਲ ਉਹ ਤਾਂ ਬਹੁਤ ਸ਼ਲਾਘਾਯੋਗ ਬਣ ਜਾਂਦਾ ਜੀ, ਕਿਉਂਕਿ ਹਰ ਇੱਕ ਪੱਧਰ ਤੇ ਪੰਜਾਬ ਦੀ ਬੋਲੀ ਵੀ ਬਚਾਉਣੀ ਹੈ। ਇਸ ਵੇਲੇ ਸਰਕਾਰੀ ਕਾਲਜਾਂ ਦਾ ਵੀ ਹਾਲ ਦੇਖਿਆ ਜਾਵੇ, ਪੰਜਾਬ ਦੇ ਸਰਕਾਰੀ ਕਾਲਜਾਂ ਦਾ ਕਿੰਨੀਆਂ ਵੈਕੈਂਸੀਆਂ ਖਾਲੀ ਪਈਆਂ, ਪੰਜਾਬੀ ਨੂੰ ਨੁਕਰੇ ਲਗਾ ਦਿੱਤਾ ਗਿਆ ਕਿ ਈਵਨ ਕਿ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਬੋਰਡ ਇੰਗਲਿਸ਼ ਵਿੱਚ, ਹਿੰਦੀ ਵਿੱਚ ਲੱਗੇ ਹੋਏ। KTV ਰਿਪੋਰਟ ਇੱਕ ਸਪੈਸ਼ਲ ਦਿਖਾ ਚੁੱਕਿਆ ਆ ਤੇ ਹੋਰ ਬਹੁਤ ਮਸਲਿਆਂ ਦੇ ਗੱਲ, ਪਾਣੀ ਦੀ ਗੱਲ ਕਰਦੇ, ਥੱਲੇ ਨਾਲ ਪਾਣੀ ਖਰਾਬ ਹੁੰਦਾ ਜਾਂਦਾ। ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਬਹੁਤ ਜਾਣੀ ਕਿ ਨੁਕਸਾਨ ਪਹੁੰਚਾ ਦਿੱਤਾ ਗਿਆ ਤੇ ਸੰਦੇਸ਼ ਤਾਂ ਆਖਰ ਦੇ ਵਿੱਚ ਬਹੁਤ ਵਧੀਆ ਦੇ ਕੇ ਗਏ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਪਰ ਆਪਣੇ ਕੋਲ 1-2 ਮਿੰਟ ਦਾ ਸਮਾਂ, ਇੱਕ ਹੁਣ ਆਪਾਂ ਇਹ ਵੀ ਗੱਲ ਕਰ ਲਈਏ ਲੱਡੀ ਜੀ, ਜਿਵੇਂ ਕਿ ਹੁਣ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ ਜੀ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕਿਸਾਨ ਸੰਸਦ ਬਾਹਰ ਚੱਲ ਰਹੀ ਹੈ, ਪਰ ਜਿਹੜਾ ਅੰਦਰ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਭਗਵੰਤ ਮਾਨ ਹੁਣੀ 8 ਵਾਰੀ ਮੇਰੇ ਖਿਆਲ ਹੁਣ ਤੱਕ ਲਿਆ ਚੁੱਕੇ ਆ ਕੰਮ ਰੋਕੂ ਮਤਾ, ਤੇ ਉਹ ਨਹੀਂ ਰੋਕਿਆ ਜਾ ਰਿਹਾ, ਨਾ ਕੋਈ ਉਹਨਾਂ ਦਾ ਸਮਰਥਨ, ਦੂਸਰੀਆਂ ਪਾਰਟੀਆਂ ਦੇ ਵੀ ਸਮਰਥਨ ਨਹੀਂ ਕਰ ਰਿਹਾ ਤੇ ਇਕੱਲੇ ਬੰਦੇ ਦਾ ਫਿਰ ਬੋਲਿਆ ਵੀ ਕਿਤੇ ਸੁਣਿਆ ਨਹੀਂ ਜਾਂਦਾ ਇੰਨਿਆਂ ਦੇ ਵਿੱਚ ਨਾ। ਪਰ ਜਿਹੜਾ ਲੱਗਦਾ ਨਹੀਂ ਕਿ ਜਿਹੜਾ ਵਿਰੋਧ ਕਰਨ ਦਾ ਵੀ ਤਰੀਕਾ ਸੀ, ਜਿਹੜਾ ਵਿਰੋਧੀ ਆ ਉਹ ਆਪਣੀ ਭੂਮਿਕਾ ਬਾਖੂਬੀ ਨਹੀਂ ਨਿਭਾ ਰਿਹਾ, ਰੌਲਾ ਰੱਪਾ ਜ਼ਿਆਦਾ ਪਾ ਰਿਹਾ ਜੀ। ਵੇਖੋ, ਮੈਂ ਪਹਿਲਾਂ ਵੀ ਤੁਹਾਨੂੰ ਵੱਖੋ ਵੱਖਰੇ ਪ੍ਰੋਗਰਾਮ ਦੇ ਵਿੱਚ ਦੱਸਿਆ,
ਪੰਜਾਬ ਤੋਂ ਚੁਣੇ ਗਏ ਤਕਰੀਬਨ 13 MP ਨੇ। ਹਾਂਜੀ ਠੀਕ ਹੈ ਜੀ। 13 MPਆਂ ਦੇ ਵਿੱਚੋਂ ਕੁਝ 2 ਅਕਾਲੀ ਦਲ ਦੇ ਨੇ, 2 BJP ਦੇ ਨੇ, ਹਾਂਜੀ ਬਾਕੀ ਕਾਂਗਰਸ ਦੇ ਨੇ। ਹਾਂਜੀ ਸਾਰਿਆਂ ਦਾ ਉੱਥੇ ਬੋਲਣ ਦਾ ਫਰਜ਼, ਕਿਉਂਕਿ ਚੁਣ ਕੇ ਪੰਜਾਬ ਤੋਂ ਗਏ ਹੋ ਤੁਸੀਂ। ਲੋਕਾਂ ਪੰਜਾਬ ਦੇ ਨੇ ਵੋਟਾਂ ਪਾਈਆਂ ਤੁਹਾਨੂੰ, ਕਿਤੇ ਬਾਹਰਲੇ ਲੋਕਾਂ ਨੇ ਨਹੀਂ ਵੋਟਾਂ ਪਾਈਆਂ। ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਲਈ ਤੁਸੀਂ ਉੱਥੇ ਬੈਠੇ ਹੋ। ਜੇ ਤੁਸੀਂ ਕਹੋ ਵੀ ਹਾਂ ਠੀਕ ਹੈ ਜੀ ਸਾਨੂੰ ਕੋਠੀ ਮਿਲ ਗਈ, ਵਧੀਆ ਕੋਠੀ ਸਾਨੂੰ ਦਿੱਲੀ ਦੇ ਵਿੱਚ ਬੈਠਿਆਂ ਸੀ, ਸਾਨੂੰ ਲੋੜ ਨਹੀਂ ਬੋਲਣ ਦੀ, ਚੁੱਪ ਕਰਕੇ ਤੁਸੀਂ ਆਰਾਮ ਨਾਲ ਜਾਂ ਸੌਂ ਕੇ ਆ ਗਏ ਤੇ ਜਾਂ ਫਿਰ ਮੰਨ ਲਓ ਕੋਈ ਵਧੀਆ ਖਾਣਾ ਦਾਣਾ ਠੀਕ ਹੈ ਖਾ ਕੇ ਵੀ ਅਸੀਂ ਆਪੋ ਆਪਣੇ ਘਰੇ ਬੈਠੇ, ਸਾਨੂੰ 5 ਸਾਲ ਸਾਡੀ ਲੋਕਾਂ ਚੁਣ ਕੇ ਤੁਹਾਨੂੰ ਭੇਜਿਆ, ਤੁਹਾਡੀ ਡਿਊਟੀ ਬਣਦੀ ਹੈ। ਬਿਲਕੁਲ ਤੁਸੀਂ ਉੱਥੇ ਜਾ ਕੇ ਤੁਸੀਂ ਲੋਕਾਂ ਦੇ ਮੁੱਦੇ ਚੁੱਕੋ, ਲੋਕਾਂ ਦੇ ਮੁੱਦੇ ਉਠਾਓ। ਜੇ 13 ਮੈਂਬਰ ਪਾਰਲੀਮੈਂਟ ਨੇ ਉੱਥੇ, ਤਾਂ 7 ਤੁਹਾਨੂੰ ਲੋਕ ਸਭਾ ਮੈਂਬਰ ਵੀ ਨੇ ਉੱਥੇ, ਜਿਹਦੇ ਵਿੱਚ 3 ਕਾਂਗਰਸ ਦੇ ਨੇ, 3 ਅਕਾਲੀ ਦਲ ਨੇ, 1 BJP ਦਾ। ਤੇ ਜੇ ਮੈਂ 13 ਤੇ 7 20 ਹੋ ਗਏ, ਇੱਕ 21ਵਾਂ ਹੋ ਰਿਹਾ, ਉਹ ਵੀ ਹੈ ਪੰਜਾਬ ਦਾ, ਉਹ ਚੁਣਿਆ ਬਾਹਰੋਂ ਗਿਆ। ਬੇਸ਼ੱਕ ਹੰਸਰਾਜ ਹੰਸੂ ਦਿੱਲੀ ਤੋਂ ਚੁਣੇ ਗਏ ਨੇ, ਪਰ ਬਿਲੋਂਗ ਤਾਂ ਪੰਜਾਬ ਨੂੰ ਕਰਦੇ ਨੇ। ਗੱਲ ਤਾਂ ਪੰਜਾਬ ਦੀ ਕਰ ਸਕਦੇ ਨੇ, ਪਰ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਜੇਕਰ 500 ਕੁਛ ਸੀਟਾਂ ਨੇ, 42-43 ਦੇ ਦਰਮਿਆਨ ਸੀਟਾਂ ਨੇ, ਤਾਂ ਉਹਦੇ ਵਿੱਚ 21 ਬੰਦੇ ਜੇਕਰ ਵਿਰੋਧ ਕਰਨ ਪੰਜਾਬ ਦਾ, ਬੇਸ਼ੱਕ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵਿਰੋਧ ਕਰਨ, ਪਾਰਟੀ ਬਾਜੀ ਤਾਂ ਗੱਲ ਵੱਖਰੀ ਹੈ ਨਾ। ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਤਾਂ ਇੱਕ ਹਰਕ ਹੈ ਤਾਂ ਪੰਜਾਬ ਦਾ। ਇਹ ਮੇਰਾ ਗੱਲ, ਪੰਜਾਬ ਇੱਕ ਸੂਬਾ ਆ, ਪੰਜਾਬ ਦੇ ਬਿਲੋਂਗ ਪੰਜਾਬ ਨੂੰ ਕਰਦੇ ਨੇ। ਪੰਜਾਬ ਤੋਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰਨ, ਭਾਈ ਪੰਜਾਬ ਦੇ ਹੱਕਾਂ ਦੇ ਲਈ ਅਸੀਂ ਖੜੇ ਹਾਂ ਸਾਰੇ। ਬਿਲਕੁਲ ਜੀ, ਇਹ ਮੇਰੇ ਕਹਿਣ ਦਾ ਮਤਲਬ ਇਹੀ ਸੀ। ਕੁਐਸਚਨ ਦਾ ਸਵਾਲ ਦਾ ਅਸਲ ਮਕਸਦ ਇਹੀ ਸੀ ਵੀ ਜਿਵੇਂ ਕਿ ਹੁਣ ਇੱਕ ਮਸਲਾ ਚੱਲ ਰਿਹਾ ਜੀ, ਕਿਸਾਨੀ ਮੁੱਦੇ ਦਾ ਵੀ ਚੱਲ ਰਿਹਾ, ਜਾਂ ਇੱਕ ਹੋਰ ਜਿਹੜਾ ਕਾਲਾਂ ਰਿਕਾਰਡ ਹੋਈਆਂ ਜੀ ਕੰਪਨੀ ਐਪ ਦਾ, ਜਿਹੜਾ ਸਾਰਾ ਮਸਲਾ ਚੱਲ ਰਿਹਾ। ਹੁਣ 4 MP ਉਹਦਾ ਵਿਰੋਧ ਕਰੀ ਜਾਂਦੇ ਆ ਜੀ, 4 ਉਹਦਾ ਵਿਰੋਧ ਕਰੀ ਜਾਂਦੇ ਆ। ਜੇ ਸਾਰੇ ਇਕੱਠੇ ਹੋ ਕੇ ਬਾਕੀ ਦੇਸ਼ ਦੀਆਂ ਪਾਰਟੀਆਂ ਨੂੰ ਵੀ ਨਾਲ ਲੈ ਕੇ ਕਹਿੰਦੇ ਚਲੋ ਜੀ ਅੱਜ ਆਪਾਂ 4 ਘੰਟੇ ਸਿਰਫ ਇਸੇ ਮੁੱਦੇ ਤੇ ਵਿਰੋਧ ਕਰਨਾ, ਉਦੋਂ ਅਗਲੇ 4 ਘੰਟੇ ਆਪਾਂ ਇਸੇ ਮੁੱਦੇ ਤੇ ਵਿਰੋਧ ਕਰਨਾ, ਇੱਦਾਂ ਹੋ ਸਕਦਾ ਸੀ। ਪਰ ਜਿਹੜੇ ਆਪੋ ਤਾਂ ਪਿਆ ਨਹੀਂ ਜਾਣੀ ਕਿ ਮੈਂ ਕੀਤਾ ਉਹਦਾ ਕਿਤੇ ਨਾ ਕਿਤੇ ਨੁਕਸਾਨ ਲੋਕਾਂ ਨੂੰ ਜ਼ਰੂਰ ਪਹੁੰਚ ਰਿਹਾ। ਲੋਕਾਂ ਨੇ, ਮੈਂ ਨਹੀਂ ਗੱਲ ਕਹਿ ਰਿਹਾ KTV ਦੇ ਜਰੀਏ ਬੈਠ ਕੇ ਅਸੀਂ ਇਹ ਗੱਲ ਨਹੀਂ ਕਰ ਸਕਦੇ। ਵੈਸੇ ਸਾਰਿਆਂ ਲੋਕਾਂ ਦੇ ਕੋਲ ਇੱਕ ਸੈੱਲਫੋਨ ਹੈ, ਸੈੱਲਫੋਨ ਦੇ ਜਿਹੜੀ ਸੋਸ਼ਲ ਮੀਡੀਆ ਦੇ ਜਰੀਏ ਗੱਲ ਹਰ ਇੱਕ ਲੋਕ ਨੇ ਸੁਣੀ ਵੇਖੀ ਹੋਵੇਗੀ ਕਿ ਸਾਡੇ 1-2 MP ਉੱਥੇ ਸੁੱਤੇ ਵੀ ਨਜ਼ਰ ਆਏ, ਸੁੱਤੇ ਵੀ ਨਜ਼ਰ ਆਏ। ਪਰ ਮੈਂ ਇੱਕ ਗੱਲ ਕਰੂੰਗਾ, ਉਹ MP ਸਾਹਿਬ ਨੂੰ ਵੀ ਸੌਂ ਕੇ ਘਰ ਜਾਇਆ ਕਰੋ, ਉੱਥੇ ਸਿਰਫ ਬੋਲਣ ਜਾਇਆ ਕਰੋ। ਬਿਲਕੁਲ ਜੀ, ਹਾਂਜੀ ਜੀ, ਬਿਲਕੁਲ ਜੀ। ਲਾਡੀ ਜੀ ਟਾਈਮ ਆਪਣਾ ਹੋ ਗਿਆ। ਵੈਸੇ MP ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਸੁੱਤੇ ਰਹਿ ਗਏ, ਉਹਨਾਂ ਨੂੰ ਕਾਨੂੰਨਾਂ ਬਾਰੇ ਵੀ ਜਦੋਂ ਪੁੱਛਿਆ ਗਿਆ ਸੀ, ਕਹਿੰਦੇ ਵੈਸੇ ਤਾਂ ਮੇਰਾ ਤਾਂ ਮੋਢਾ ਉਤਰਿਆ, ਮੈਨੂੰ ਪਤਾ ਨਹੀਂ। ਤੇ ਬਿਲਕੁਲ ਜੀ, ਟਾਈਮ ਹੋ ਗਿਆ ਆਪਣੇ ਕੋਲ ਜਾਣ ਦਾ, ਤੇ ਅੱਜ ਦੇ ਲਈ ਇੰਨਾ ਕਿਹੋ ਜਿਹਾ ਪ੍ਰੋਗਰਾਮ ਤਸੱਲੀਆਂ ਲੱਗਿਆ। ਜ਼ਰੂਰ ਫੀਡਬੈਕ ਦਿੰਦੇ ਰਿਹਾ ਕਰੋ, ਤੇ ਗਾਂ ਤੋਂ ਗਾਂ ਜਦੋਂ ਫੇਸਬੁੱਕ ਤੇ ਵੀ ਪ੍ਰੋਗਰਾਮ ਦੇਖਦੇ ਹੋ ਤਾਂ ਗਾਂ ਤੋਂ ਗਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ, ਤਾਂ ਜੋ ਜਿਹੜੀ ਕਿਸੇ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਉਹ ਲੋਕਾਂ ਦੇ ਵਿੱਚ ਪਹੁੰਚ ਸਕੇ ਜੀ। ਪਰ ਜੇਕਰ ਤੁਹਾਨੂੰ ਲੱਗਦਾ ਕੋਈ ਨਾ ਕੋਈ ਅਸੀਂ ਕਿਤੇ ਨਾ ਕਿਤੇ ਕਿਸੇ ਲੀਡਰ ਦੇ ਕੋਲੋਂ ਕੋਈ ਸਵਾਲ ਜਵਾਬ ਤੁਸੀਂ ਪੁੱਛੋ, ਬਿਲਕੁਲ ਤੁਸੀਂ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਭਾਈ ਆਹ ਸਵਾਲ ਜ਼ਰੂਰ ਪੁੱਛੋ ਲੀਡਰ ਨੂੰ। ਬਿਲਕੁਲ ਅਸੀਂ ਪੁੱਛਾਂਗੇ, ਇਹ ਨਹੀਂ ਗੱਲ ਹੈਗਾ ਕਿ ਅਸੀਂ ਕਿਸੇ ਲੀਡਰ ਜਾਂ ਕਿਸੇ ਪਾਰਟੀ ਦੇ ਨਾਲ ਕੋਈ ਸਾਡਾ ਨਿੱਜੀ ਲਿੰਕ ਜਾਂ ਕੋਈ ਨਿੱਜੀ ਪਾਰਟੀ ਸਾਡੀ ਨਹੀਂ ਹੈਗੀ। ਅਸੀਂ ਸਿਰਫ ਮੀਡੀਆ ਦੇ ਜਰੀਏ ਜੋ ਅੰਦਰ ਹੋ ਰਿਹਾ ਬਾਹਰ ਲੈ ਕੇ ਆਉਣਾ, ਵੀ ਕੀ ਲੋਕਾਂ ਦੇ ਵਿੱਚ ਆ ਪਤਾ ਤਾਂ ਲੱਗੇ ਲੋਕਾਂ ਨੂੰ, ਪੰਜਾਬ ਸਰਕਾਰ ਜਾਂ ਪੰਜਾਬ ਦੇ ਵਿੱਚ ਆ ਕੁਝ ਹੋ ਰਿਹਾ ਜਾਂ ਭਾਰਤ 'ਚ ਆ ਕੁਝ ਹੋ ਰਿਹਾ, ਜਾਂ ਲੀਡਰ ਗੱਲਾਂ ਕਰ ਰਹੇ ਨੇ ਜਾਂ ਨਹੀਂ ਕਰ ਰਹੇ, ਜਾਂ ਚੋਣਾਂ ਦੇ ਵਿੱਚ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਲੈ ਰਹੇ ਨੇ ਜਾਂ ਲੈਣਗੇ, ਜਾਂ ਇਹ ਵੋਟਾਂ ਤੁਸੀਂ ਪਾਉਣੀਆਂ, KTV ਨੇ ਨਹੀਂ ਪਾਉਣੀਆਂ ਹੈਗੀਆਂ। ਹਾਂਜੀ ਬਿਲਕੁਲ ਜੀ। ਤੇ ਅੱਜ ਦੇ ਲਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ, ਹਮੇਸ਼ਾ ਦੀ ਤਰ੍ਹਾਂ 1-2 ਮਿੰਟ ਅਸੀਂ ਉੱਪਰ ਹੀ ਲੈ ਗਏ ਹਾਂ ਜੀ, ਉਹਦੇ ਲਿਖੇਵਾਂ ਤੇ ਜਾ ਚੁੱਕੇ ਹਾਂ। ਆਪੋ ਆਪਣਾ ਰੱਖਿਓ ਜੀ ਖਿਆਲ। ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।